ਭਾਵੇਂ ਸਾਡੀ ਪਹਿਲੀ ਜਿਹੜੀ ਮੀਟਿੰਗ ਹੈ ਉਹਦੇ 'ਚ ਸ਼੍ਰੀ ਪਰਮਿੰਦਰ ਵਿਜ ਜਿਹੜੇ ਨੇ ਤੇ ਕਰਨ ਗੁਪਤਾ, ਮਨਜੀਤ ਸਿੰਘ ਨਾਰੰਗ ਜੀ, ਮਹਿਕ ਮਾਨ, ਪ੍ਰਿਥੀ ਚੰਦ ਜੀ ਇਹ ਸ਼ਾਮਲ ਹੋ ਚੁੱਕੇ ਨੇ। ਮੈਂ ਇਹਨਾਂ ਸਾਰੇ ਸਾਡੇ ਪਰਿਵਾਰ ਦੇ ਮੈਂਬਰਾਂ ਦਾ ਸੱਚੇ ਦਿਲੋਂ ਤਹਿ ਦਿਲੋਂ ਧੰਨਵਾਦੀ ਹਾਂ ਜਿਹੜੇ ਸਾਡੇ ਇਸ ਯਤਨ ਦੇ ਵਿੱਚ ਸ਼ਾਮਲ ਹੋਏ ਨੇ। ਔਰ ਕਹਿੰਦਾ ਵੈਲ ਬਿਗਨ ਹਾਫ ਡਨ, ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਡਾਕਟਰ ਮਨਮੋਹਨ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ, ਉਹ ਵੀ ਜਿਹੜੇ ਨੇਗੇ। ਸਤਿ ਸ਼੍ਰੀ ਅਕਾਲ ਜੀ। ਸਾਰੀ ਜਿਹੜੇ ਸੀਗੇ ਅੱਜ ਦੇ ਜਿਹੜੀ ਸੀਗੀ ਕਿਸਾਨਾਂ ਦੇ ਮਸਲਿਆਂ ਦੇ ਨਾਲ ਸੰਬੰਧਿਤ ਜੋ ਅਸੀਂ ਵੈਬੀਨਾਰ ਸ਼ੁਰੂ ਕੀਤੀ ਹੈ ਉਸ ਦੇ ਵਿੱਚ ਸ਼ਾਮਲ ਹੋਣ ਤੇ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਮੈਂਬਰ ਸਾਹਿਬਾਨ ਦਾ, ਸੱਜਣਾਂ ਦਾ ਉਹਨੂੰ ਤਹਿ ਦਿਲੋਂ ਜੀ ਆਇਆਂ ਕਹਿਣਾ। ਔਰ ਇਹ ਮੀਟਿੰਗ ਦੇ ਜਿਹੜੀ ਹੈਗੀ ਇਹਦਾ ਰੂਪਰੇਖਾ ਬਾਰੇ ਗੱਲ ਕਰਨ ਦੀ ਇਜਾਜ਼ਤ ਲੈਣਾ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ 3 ਕਾਨੂੰਨ ਜਿਹੜੇ ਨੇ ਉਹ ਖੇਤੀ ਦੇ ਵਿਰੋਧੀ ਕਾਨੂੰਨ ਜਿਹੜੇ ਨੇ, ਕਿਸਾਨ ਵਿਰੋਧੀ ਕਾਨੂੰਨ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਨੇ। ਉਹਨਾਂ ਦੇ ਵਿਰੋਧ ਦੇ ਵਿੱਚ ਸਾਰੇ ਭਾਰਤ ਦੇ ਵਿੱਚ, ਵਿਸ਼ੇਸ਼ ਤੌਰ ਤੇ ਉੱਤਰੀ ਭਾਰਤ ਦੇ ਵਿੱਚ, ਪੰਜਾਬ ਤੇ ਹਰਿਆਣਾ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਐਜੀਟੇਸ਼ਨ ਚੱਲ ਰਹੀ ਹੈ, ਜਿਹਨੂੰ ਕਿਸਾਨ, ਮਜ਼ਦੂਰ, ਰਿਟਾਇਰਡ ਮੁਲਾਜ਼ਮ ਤੇ ਟਰਾਂਸਪੋਰਟਰ ਤੇ ਹੋਰ ਜਿਹੜੇ ਆੜਤੀਏ ਜਿੰਨੇ ਵੀ ਵਰਗ ਦੇ ਲੋਕ ਨੇ, ਕਿਉਂਕਿ ਪੰਜਾਬ ਦੀ ਜਿਹੜੀ ਆਰਥਿਕਤਾ ਹੈਗੀ ਹੈ ਉਹ ਐਗਰੋ ਬੇਸਡ ਹੈਗੀ ਹੈ, ਉਹ ਸਾਰੇ ਉਸ ਦੇ ਵਿੱਚ ਜੁਟੇ ਹੋਏ ਨੇ। ਉਹ ਕਾਨੂੰਨਾਂ ਦੇ ਸੰਬੰਧ ਦੇ ਵਿੱਚ ਬਹੁਤ ਕੁਝ ਬੋਲਿਆ ਜਾ ਚੁੱਕਿਆ ਹੈ, ਬਹੁਤ ਗੱਲਾਂ ਹੋ ਚੁੱਕੀਆਂ ਨੇ ਗਿਆ। ਹੁਣ ਅਸੀਂ ਜਿਹੜੀ ਹੈ ਕਿ ਇਹ ਜਿਹੜਾ ਸੀਗਾ ਆਪਣਾ ਭਾਰਤ ਸਰਕਾਰ ਦਾ ਕੀ ਉਦੇਸ਼ ਹੈ ਜਿਨ੍ਹਾਂ ਨੇ ਇਹ ਕਾਨੂੰਨ ਪਾਸ ਕੀਤਾ ਹੈ, ਉਹ ਕਿਉਂ ਕੀਤਾ ਹੈ। ਤੇ ਇਹ ਕਿਉਂਕਿ WTO ਔਰ ਗੈਟ ਸਮਝੌਤਿਆਂ ਦੇ ਤਹਿਤ ਔਰ ਜਦੋਂ ਵੀ ਜਿਹੜੇ ਸਾਡੇ ਦੇਸ਼ ਦਾ ਨੀਤੀ ਹੈਗਾ ਕਮਿਸ਼ਨ ਹੈ, ਉਹ ਸਾਰਿਆਂ ਦੀਆਂ ਇਹ ਰਿਕਮੈਂਡੇਸ਼ਨ ਨੇ ਕਿ ਖੇਤੀ ਦੇ ਵਿੱਚੋਂ ਬਹੁਤ ਸਾਰੀ ਜਿਹੜੀ ਲੇਬਰ ਹੈ ਉਸ ਨੂੰ ਕੱਢ ਕੇ ਉਦਯੋਗ ਦੇ ਵਿੱਚ ਲਗਾਇਆ ਜਾਵੇ। ਤੇ ਜਿਹੜੇ ਕਿਸਾਨ ਚਾਹੁੰਦੇ ਨੇ ਕਿ ਇਹ ਜਿਹੜੀ ਹੈ ਇਹ ਕਿਸਾਨ ਨੂੰ ਮਾਰੂ ਨੀਤੀ ਹੈ, ਕਿਸਾਨ ਨੂੰ ਜਿਹੜੀ ਹੈ ਉਹਦੀਆਂ ਜ਼ਮੀਨਾਂ ਖੋਹ ਕੇ ਉਸ ਨੂੰ ਘਸਿਆਰਾਂ ਤੇ ਮਜ਼ਦੂਰ ਬਣਾਇਆ ਜਾ ਰਿਹਾ ਹੈ। ਇਹ ਜ਼ਮੀਨਾਂ ਦੇ ਮਾਲਕ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਤੋਂ ਬਣੇ ਸੀਗੇ ਤੇ ਉਹ ਚੱਲੇ ਆ ਰਹੇ ਨੇ। ਔਰ ਦੇਸ਼ ਦੇ ਕਿਸਾਨ ਜਿਹੜੇ ਨੇਗੇ ਉਹ ਸਾਰੇ ਉਹਨਾਂ ਦਾ ਰੁਜ਼ਗਾਰ ਦਾ ਤੇ ਸਾਧਨ ਪੂਰਾ ਕਰ ਰਹੇ ਨੇ, ਦੇਸ਼ ਦਾ ਅੰਨ ਭੰਡਾਰ ਪੂਰਾ ਕਰ ਰਹੇ ਨੇ। ਲੇਕਿਨ ਸਰਕਾਰਾਂ ਦੀਆਂ ਆਪਣੀਆਂ ਨੀਤੀਆਂ ਨੇਗੀਆਂ। ਹੁਣ ਇਹ ਇੱਕ ਜਿਹੜੀ ਕੋਲ ਦੇ ਵਿੱਚ ਆ ਚੁੱਕਿਆ। ਜਦੋਂ ਕੋਈ ਸਰਕਾਰ ਕਿਸੇ ਕਿਸਮ ਦੇ ਕੋਈ ਸੁਧਾਰਵਾਦੀ ਮੂਵਮੈਂਟ ਚਲਾਉਂਦੀ ਹੈ ਜਾਂ ਕੋਈ ਕਾਨੂੰਨ ਬਣਾਉਂਦੀ ਹੈ, ਆਮ ਤੌਰ ਤੇ ਕਾਨੂੰਨ ਉਦੋਂ ਬਣਦਾ ਹੈ ਕਿ ਜਿਹੜਾ ਪਬਲਿਕ ਟ੍ਰੈਂਕੁਇਲਿਟੀ ਦੇ ਹੱਕ 'ਚ, ਪਬਲਿਕ ਕਨਵੀਨੀਅੰਸ ਦੇ ਹੱਕ 'ਚ ਤੇ ਪਬਲਿਕ ਵੈਲਫੇਅਰ ਲਈ ਐਂਡ ਐਟ ਦੀ ਡਿਮਾਂਡ ਆਫ ਦੀ ਪਬਲਿਕ, ਤੇ ਜਿਹਦਾ ਜਿਹੜਾ ਇੰਪਲੀਮੈਂਟੇਬਲ ਹੋਵੇ, ਜਿਹੜਾ ਲਾਗੂ ਹੋ ਸਕਦਾ ਹੋਵੇ, ਉਹਦਾ ਜਨ ਸਧਾਰਨ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਸਾਰਿਆਂ ਨੂੰ ਉਸਦਾ ਲਾਭ ਪ੍ਰਾਪਤ ਹੁੰਦਾ ਹੋਵੇ। ਲੇਕਿਨ ਅੱਛਾ, ਫਿਰ ਇਹ ਹੈ ਕਿ ਉਸਦੀ ਮਨਸਾ ਕੀ ਹੈਗੀ ਹੈ। ਸਭ ਤੋਂ ਵੱਡੀ ਗੱਲ ਹੈ ਮਨਸਾ ਦੀ। ਮਨਸਾ ਜਿਹੜੀ ਹੈ ਉਹ ਉਸਦੇ ਐਕਸ਼ਨ ਤੋਂ ਜ਼ਾਹਰ ਹੁੰਦੀ ਹੈ, ਉਹਦੇ ਕੱਲੇ ਬੋਲਾਂ ਸ਼ਬਦਾਂ ਦੇ ਨਾਲ ਜ਼ਾਹਰ ਨਹੀਂ ਹੁੰਦੀ। ਜਿਹੜੀ ਸਾਡੀ BJP ਸਰਕਾਰ ਹੈ ਪਿਛਲੇ 6 ਸਾਲਾਂ ਤੋਂ ਚੱਲੀ ਆ ਰਹੀ ਹੈ, ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਸੀਗਾ ਇੱਕ ਨੋਟਬੰਦੀ ਕਾਨੂੰਨ ਲਾਗੂ ਕੀਤਾ, ਫਿਰ GST ਕਾਨੂੰਨ ਲਾਗੂ ਕੀਤਾ, ਫਿਰ ਇਹਨਾਂ ਨੇ ਜਿਹੜਾ ਸੀਗਾ ਆਪਣਾ ਇੱਕ ਸ਼ਹਿਰੀਅਤ ਦਾ ਕਾਨੂੰਨ ਲਾਗੂ ਕੀਤਾ। ਇਹ ਜਿਹੜੇ 3 ਕਾਨੂੰਨ ਲਾਗੂ ਕੀਤੇ, ਇਹ 3 ਕਾਨੂੰਨਾਂ ਤੇ ਹੀ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮਚ ਗਈ। ਜਦੋਂ ਨੋਟਬੰਦੀ ਦੇ ਵਿੱਚ ਹੋਇਆ, ਲੋਕਾਂ ਨੂੰ ਲਾਈਨਾਂ ਵਿੱਚ ਖੜਨਾ ਪਿਆ, ਲੋਕ ਸੁਈਸਾਈਡ ਕਰ ਗਏ, ਲੋਕਾਂ ਨੂੰ ਹਾਰਟ ਅਟੈਕ ਹੋ ਗਏ, ਉੱਥੇ ਲੋਕ ਲਾਈਨਾਂ 'ਚ ਲੱਗੇ, ਕੁੱਟੇ ਗਏ। ਇੰਨੀ ਦੁਰਦਸ਼ਾ ਜਿਹੜੀ ਹੋਈ ਕਿ ਅਸੀਂ ਦੱਸ ਨਹੀਂ ਸਕਦੇ। ਉਹ ਤੋਂ ਕੋਈ ਵੀ ਵਰਗ ਜਿਹੜਾ ਸੀ ਉਸ ਤੋਂ ਖੁਸ਼ ਨਹੀਂ ਸੀਗਾ। ਤੇ ਸਿਮਿਲਰਲੀ ਜਿਹੜਾ ਸੀਗਾ ਆਪਣਾ GST ਤੋਂ ਵੀ ਜਿਹੜਾ ਸੀਗਾ ਉਹ ਸੂਬਿਆਂ ਦੇ ਅਧਿਕਾਰ ਹੋ ਕੇ ਆਪ ਲੈ ਲਏ, ਤੇ ਸੂਬੇ ਜਿਹੜੇ ਸੀਗੇ ਉਹ ਪਾਪੜ ਬਣਾਤੇ ਕਿ ਉਦੋਂ ਮੰਗ ਤੇ ਬਣਾਤੇ। ਸੋ ਇਹ ਜਿਹੜੇ 3 ਕਾਨੂੰਨ ਜਿਹੜੇ ਬਣਾਏ ਨੇ, ਫਿਰ ਜੇ ਚਾਹੇ ਇੰਡੀਅਨ ਰੇਲਵੇ ਹੈਗੀ ਹੈ, ਚਾਹੇ ਪੈਟਰੋਲੀਅਮ ਹੈਗੀ, ਚਾਹੇ ਸੰਚਾਰ ਵਿਭਾਗ ਹੈ, ਤੇ ਚਾਹੇ ਉਹ ਕਮਿਊਨੀਕੇਸ਼ਨ ਡਿਪਾਰਟਮੈਂਟ ਹੈ, ਰੇਲਵੇ ਹੈ, ਤੇ ਏਅਰਪੋਰਟਾਂ ਨੇ, 에ਅਰਲਾਈਨਸ ਨੇ, ਉਹ ਸਾਰਾ ਕੁਝ ਹੀ ਜਿਹੜਾ ਸੀਗਾ ਉਹਨੂੰ ਪ੍ਰਾਈਵੇਟਾਈਜੇਸ਼ਨ ਕਰਨ ਦੇ ਰਾਹ ਚੱਲ ਕੇ
ਇਸ ਤੋਂ ਇਹ ਹੈ ਕਿ ਸਰਕਾਰ ਜਿਹੜੀ ਹੈ ਉਹ ਸਮਾਜਵਾਦੀ ਪੱਖ ਤੋਂ ਜਾ ਕੇ ਉਹ ਪੂੰਜੀਵਾਦੀ ਵੱਲ ਪਾਸੇ ਨੂੰ ਵੱਧ ਰਹੀ ਹੈ। ਤੇ ਜਿਹੜੇ ਪੂੰਜੀਵਾਦੀ ਲੋਕ ਨੇ ਉਹਨਾਂ ਦਾ ਪਾਰਲੀਮੈਂਟ ਦੇ ਵਿੱਚ ਉਹ ਕਿਸਮ ਦਾ ਉਹਨਾਂ ਨੇ ਆਪਣਾ ਗਲਬਾ ਬਣਾ ਲਿਆ ਕਿ ਜਿਹੋ ਜਿਹੇ ਕਾਨੂੰਨ ਉਹਨਾਂ ਨੇ ਪਾਸ ਕਰਨ ਨੂੰ ਆਪਣੇ ਕਾਨੂੰਨ ਪਾਸ ਕਰ ਲੈਂਦੇ ਨੇ। ਇਹ ਜਿਹੜੇ 3 ਕਾਨੂੰਨ ਬਣੇ ਨੇਗੇ, ਇੱਕ ਮਾਰਕੀਟਿੰਗ ਦੇ ਨਾਲ, ਖੇਤੀ ਦੇ ਨਾਲ, ਇੱਕ ਉਸ ਦੀਆਂ ਜਿਹੜੀ ਆਨਲਾਈਨ ਜਿਹੜੀ ਟ੍ਰੇਡ ਬਿਜ਼ਨਸ ਕਮਰਸ ਨੂੰ, ਤੀਜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ। ਇਹ ਕਹਿਣ ਨੂੰ ਤਾਂ ਤਿੰਨੇ ਕਾਨੂੰਨ ਜਿਹੜੇ ਨੇ ਇਹ ਭਾਰਤ ਸਰਕਾਰ ਇਹ ਕਹਿੰਦੀ ਹੈ ਕਿ ਕਿਸਾਨ ਪੱਖੀ ਨੇ, ਲੇਕਿਨ ਕਿਸਾਨ ਪੱਖੀ ਇਹਦੇ ਤੇ ਟਾਈਟਲ ਕਿਸਾਨ ਪੱਖੀ ਹੈ, ਜਿਹੜਾ ਅੰਦਰੋਂ ਜੋ ਇਹਦੇ ਵਿੱਚ ਸਾਰਾ ਕੁਝ ਹੈਗਾ ਉਹ ਬੜੇ ਪੂੰਜੀਵਾਦੀਆਂ ਤੇ ਵੱਡੇ ਵੱਡੇ ਵਪਾਰੀਆਂ ਨੂੰ ਲਾਭ ਦੇਣ ਵਾਸਤੇ ਹੈਗਾ। ਜਦੋਂ ਵੀ ਕੋਈ ਕਾਨੂੰਨ ਬਣਦਾ ਹੈ ਉਹਦੇ ਜਿਹਨੂੰ ਅਸੀਂ ਕਹਿੰਦੇ ਟੀਥ ਦੰਦ ਹੁੰਦੇ ਨੇ ਕਿ ਜੇ ਉਹ ਕਾਨੂੰਨ ਦੀ ਕੋਈ ਪਾਲਣਾ ਨਾ ਕਰੇ ਤਾਂ ਉਸ ਨੂੰ ਸਜ਼ਾ ਕੀ ਦਿੱਤੀ ਜਾ ਸਕਦੀ ਹੈ। ਜਿਹੜਾ 7 ਐਸੈਂਸ਼ੀਅਲ ਕਮੋਡਿਟੀਜ਼ ਐਕਟ ਸੀਗਾ, ਜ਼ਰੂਰੀ ਵਸਤਾਂ ਐਕਟ ਸੀਗਾ, ਉਹਦੇ ਵਿੱਚ ਜੇ ਕੋਈ ਉਹਦਾ ਭਾਅ ਠੀਕ ਨਹੀਂ ਲਾਉਂਦਾ, ਉਹਦਾ ਰਜਿਸਟਰ ਮੇਨਟੇਨ ਨਹੀਂ ਕਰਦਾ, ਉਹਦਾ ਰਿਕਾਰਡ ਮੇਨਟੇਨ ਨਹੀਂ ਕਰਦਾ, ਉਹ ਕਾਨੂੰਨ ਦੀ ਉਲੰਘਣਾ ਕਰਕੇ ਉਹਦਾ ਜ਼ਖੀਰੇਬਾਜ਼ੀ ਕਰਦਾ ਤੇ ਉਹ ਉਸਦੀ ਜਿਹੜੀ ਇਜਾਰੇਦਾਰੀ ਕਰਦਾ ਤਾਂ ਉਸ ਨੂੰ 7 ਸਾਲ ਤੱਕ ਦੀ ਕੈਦ ਸੀ ਔਰ ਉਸ ਦੀ ਜ਼ਮਾਨਤ ਨਹੀਂ ਸੀ ਹੁੰਦੀ। ਹੈਰਾਨਗੀ ਦੀ ਗੱਲ ਹੈ ਕਿ 7 ਸਾਲ ਦੀ ਕੈਦ ਦੇ ਬਾਵਜੂਦ ਵੀ ਲੋਕ ਜ਼ਖੀਰੇਬਾਜ਼ੀ ਤੇ ਜਿਹੜੀ ਹੋਲਡਿੰਗ ਤੇ ਹੋਰ ਕਰਨੋਂ ਨਹੀਂ ਹਟਦੇ ਸੀਗੇ, ਡਾਟੇਸ਼ਨ ਕਰਨ ਨਹੀਂ ਹਟਦੇ ਸੀਗੇ। ਹੁਣ ਉਹ ਕਰਤਾ ਕਿ ਸਿਰਫ 5 ਲੱਖ ਰੁਪਏ ਤੱਕ ਉਸ ਨੂੰ ਜੁਰਮਾਨਾ ਹੋ ਸਕਦਾ। ਅੱਗੇ ਅੰਗਰੇਜ਼ ਦਾ ਇਹ ਅਸੂਲ ਹੁੰਦਾ ਸੀਗਾ ਕਿ ਜੇ ਉਹਨੂੰ ਲਾ ਐਂਡ ਆਰਡਰ ਮੇਨਟੇਨ ਕਰਨ ਵਾਸਤੇ, ਅਮਨ ਸ਼ਾਂਤੀ ਰੱਖਣ ਵਾਸਤੇ, ਕਿ ਜਦੋਂ ਜੁਰਮਾਨਾ ਕਰਨਾ ਹੈ ਉਹ ਜੁਰਮਾਨਾ ਜੱਟ ਨੂੰ ਜੁਰਮਾਨਾ ਕਰਦਾ ਸੀਗਾ ਤੇ ਮਹਾਜਨ ਨੂੰ ਉਹ ਕਰਦਾ ਸੀਗਾ, ਵਪਾਰੀ ਨੂੰ ਕਰਦਾ ਲਾਉਂਦਾ ਸੀ, ਉਹ ਆਪਣਾ ਉਹਨੂੰ ਕੈਦ ਕਰਦਾ ਸੀ ਕਿ ਜੇ ਜੱਟ ਨੂੰ ਜੁਰਮਾਨਾ ਕਰਤਾ ਉਹਦੀ ਜ਼ਮੀਨ ਵਿਕ ਜੂਗੀ, ਇਸ ਕਰਕੇ ਜੁਰਮਾਨਾ ਨਹੀਂ ਭਰ ਸਕਦਾ, ਉਹ ਕਾਨੂੰਨ ਦੀ ਪਾਲਣਾ ਕਰੇਗਾ। ਤੇ ਜੇ ਦੁਕਾਨਦਾਰ ਦੀ ਜਿਹੜੀ ਹੈ ਉਸ ਨੂੰ ਕੈਦ ਹੋ ਗਈ, ਉਹਦੀ ਦੁਕਾਨ ਬੰਦ ਹੋ ਗਈ, ਉਹ ਉਲੰਘਣਾ ਨਹੀਂ ਕਰੇਗਾ। ਲੇਕਿਨ ਇਸ ਦੇ ਬਾਵਜੂਦ ਵੀ ਇਹ ਸਾਰਾ ਕੁਝ ਜਿਹੜਾ ਹੈ ਇਹ ਹੋ ਰਿਹਾ ਹੈਗਾ। ਤੇ ਇਹ ਜਿਹੜੇ ਕਾਨੂੰਨ ਨੇਗੇ, ਇਹ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਨੇ, ਇਹ ਪੂੰਜੀਵਾਦੀਆਂ ਦੇ ਹੱਕ ਚ ਕਾਨੂੰਨ ਬਣਾਏ ਗਏ ਨੇ। ਤੇ ਜਿਹੜਾ ਦੇਸ਼ ਦਾ ਕਿਸਾਨ ਹੈ, ਦੇਸ਼ ਦਾ ਸਾਰਾ ਆੜ੍ਹਤੀਆ ਹੋਰ ਸਾਰੇ ਨੇ ਕਿ ਕਹਿਣ ਨੂੰ ਉਹ ਇਹ ਕਹਿੰਦੇ ਨੇ ਕਿ ਅਸੀਂ ਇਸ ਕਾਨੂੰਨ ਦੇ ਰਾਹੀਂ ਵਿਚੋਲੇ ਜਿਹੜੇ ਨੇ ਉਹ ਖਤਮ ਕਰ ਦਿਆਂਗੇ। ਲੇਕਿਨ ਜਦੋਂ ਜਿਹੜੀਆਂ ਕੰਪਨੀਆਂ ਨੇ ਜ਼ਮੀਨਾਂ ਠੇਕੇ ਤੇ ਲੈਣੀਆਂ ਨੇ, ਉਹਨਾਂ ਦੇ ਨਾਲ ਕਰਨਾ, ਉਹਦੇ ਵਿੱਚ ਵੀ ਐਗਰੀਗੇਟਰ ਦੀ ਤੇ ਨਾਲ ਹੀ ਉਹਦੇ ਚ ਸਪਾਂਸਰਰ ਦੀ ਪ੍ਰੋਵੀਜ਼ਨ ਰੱਖੀ ਹੈ। ਉਹ ਸਾਰੇ ਜਿਹੜੇ ਨੇ ਉਹ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਰਕੇ ਉਹ ਇੱਕ ਇੱਕ ਕਰਕੇ ਲੈ ਜਾਣਗੇ ਤੇ ਉਹ ਮੁਨਾਫਾਖੋਰੀ ਦਾ ਜਿਹੜਾ ਉਦੇਸ਼ ਹੈਗਾ। ਤੇ ਕੋਈ ਹੋਰ ਇਸ ਦਾ ਵੱਡਾ ਜਿਹੜਾ ਸੀਗਾ ਉਹ ਨਹੀਂਗਾ ਕਿ ਸਰਕਾਰ ਜਿਹੜੀ ਹੈ ਉਹ ਭਰੋਸੇਯੋਗਤਾ, ਜਿਹੜੀ ਸਰਕਾਰ ਨੂੰ ਕਰਨਾ ਕੀ ਚਾਹੀਦਾ ਸੀ, ਅੱਛੀ ਸਿੱਖਿਆ, ਅੱਛੀ ਸਿਹਤ, ਕਾਨੂੰਨ ਦਾ ਰਾਜ, ਨਿਰਪੱਖਤਾ ਤੇ ਰੁਜ਼ਗਾਰ ਦੇ ਮੌਕੇ ਦੇਣੇ। ਲੇਕਿਨ ਕਰ ਕੀ ਰਹੀ ਹੈ ਕਿ ਲੋਕਾਂ ਨੂੰ ਫਿਰਕੂ ਪਤਾ ਖੇਡ ਕੇ, ਕਿਤੇ ਮੰਦਿਰ ਦੀ ਗੱਲ ਕਰਕੇ, ਕਿਤੇ ਰਾਮ ਦੀ ਗੱਲ ਕਰਕੇ, ਕਿਤੇ ਬਾਬਰੀ ਮਸਜਿਦ ਦੀ ਗੱਲ ਕਰਕੇ ਤੇ ਉਹਨਾਂ ਤੋਂ ਵੋਟਾਂ ਲੈ ਕੇ, ਇਹ ਸਰਕਾਰਾਂ ਦਾ ਕੰਮ ਨਹੀਂ ਹੁੰਦਾ। ਜਿਹੜਾ ਭਾਰਤ ਦੇਸ਼ ਹੈ ਇਹ ਵਿਭਿੰਨਤਾ ਵਾਲਾ ਦੇਸ਼ ਹੈ। ਕਿਤੇ ਗੋਰਖੇ ਨੇ, ਕਿਤੇ ਬੋਡੋ ਨੇ, ਕਿਤੇ ਤੇਲੰਗਾਨਾ ਵਾਲੇ ਦੇਸ਼ ਨੇ, ਮੁਸਲਮਾਨ ਨੇ, ਈਸਾਈ ਨੇ, ਸਿੱਖ ਨੇ, ਡਿਫਰੈਂਟ ਕਿਸਮ ਦੇ। ਇਹ ਇੱਕ ਬਹੁਤ ਸੰਘੀ ਜਿਹੜਾ ਹੈਗਾ ਮੁਲਕ ਹੈਗਾ। ਇੱਥੇ ਬੋਲੀਆਂ ਵੱਖਰੀਆਂ ਨੇ, ਪਹਿਰਾਵੇ ਵੱਖਰੇ ਨੇ, ਉਹਨਾਂ ਦੇ ਰਿਵਾਜ ਕਲਚਰ ਵੱਖਰੇ ਨੇ। ਇਹ ਸਾਰਿਆਂ ਦੀ ਇੱਕ ਯੂਨੀਅਨ ਦੇ ਬਣ ਕੇ ਹੈਗਾ। ਲੇਕਿਨ ਇੱਕ ਬੋਲੀ, ਇੱਕ ਦੇਸ਼, ਇੱਕ ਭਾਸ਼ਾ, ਇੱਕ ਵਪਾਰ, ਇੱਕ ਸੰਵਿਧਾਨ, ਉਹ ਸਾਰਾ ਠੀਕ ਹੈ। ਇੱਕ ਕਾਨੂੰਨ ਤੇ ਮੁਸਲਮਾਨਾਂ ਦਾ ਜਿਹੜਾ ਕਾਨੂੰਨ ਹੈ, ਉਹਨਾਂ ਦੇ ਕਾਨੂੰਨ ਚੱਲ ਰਿਹਾ, ਹਿੰਦੂ ਕਾਨੂੰਨ ਵੱਖਰਾ, ਸਿੱਖ ਕਾਨੂੰਨ ਵੱਖਰਾ, ਜਿਹੜੇ ਪਰਸਨਲ ਕਾਨੂੰਨ ਨੇ, ਜਿਹੜੇ ਉਹਨਾਂ ਦੇ ਵਿਆਹ ਸ਼ਾਦੀਆਂ ਤੇ ਉਹਨਾਂ ਦੇ ਜਿਹੜੇ ਸੋਸ਼ਲ ਮਸਲਿਆਂ ਨੂੰ ਹੱਲ ਕਰਨ ਵਾਸਤੇ ਕਰਨੇ ਹੋਏ। ਤੇ ਮੇਰਾ ਖਿਆਲ ਹੈ, ਮੈਨੂੰ ਲੱਗਦਾ ਕਿ ਮੈਂ ਟਾਈਮ ਥੋੜਾ ਜਿਹਾ ਜ਼ਿਆਦਾ ਲੈ ਗਿਆ। ਸੋ ਅਸੀਂ ਅੱਜ ਦੇ ਇਸ ਜਿਹੜਾ ਸਾਡਾ ਸੈਮੀਨਾਰ ਹੈਗਾ, ਇਸ ਸੈਮੀਨਾਰ ਦੇ ਵਿੱਚ ਅਸੀਂ ਇਹ ਕੰਕਲੂਡ ਕਰਨਾ, ਇਸ ਗੱਲ ਤੇ ਉਹ ਦੇਣਾ ਚਾਹੁੰਦੇ ਹਾਂ ਸਟੈਸ ਕਿ ਉਸ ਜਿਹੜੇ ਜੋ ਐਜੀਟੇਸ਼ਨ ਚੱਲ ਰਹੀ ਹੈ ਉਸ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਨੂੰ ਅਸੀਂ ਗਾਈਡ ਕਰ ਸਕੀਏ ਕਿ ਉਹਨਾਂ ਦੇ ਮੁੱਦੇ ਕੀ ਨੇਗੇ, ਕਿਵੇਂ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਸਾਡੇ ਕੋਲੇ ਖੇਤੀ ਦੇ ਮਾਹਰ ਨੇ, ਵਕੀਲ ਨੇ, IAS ਅਫਸਰ ਰਿਟਾਇਰਡ ਨੇ, IPS ਅਫਸਰ ਰਿਟਾਇਰਡ ਨੇ, ਹਰੇਕ ਖੇਤਰ ਦੇ ਜਿਹੜੇ ਨੇਗੇ ਪਬਲਿਕ ਰਿਲੇਸ਼ਨ ਦੇ ਨੇਗੇ। ਤਾਂ ਉਸ ਕਰਕੇ ਅਸੀਂ ਜਿਹੜੇ ਨੇ ਐਸੇ ਸੁਝਾਅ ਐਸਾ ਇੱਕ ਕਥਾਰਸਿਤ ਕਰਕੇ ਗੱਲ ਕਰਨੀ ਹੈ ਤਾਂ ਜੋ ਇਹਨੂੰ ਕਿਸੇ ਪਾਸੇ ਵੜ ਬੰਨੇ ਲਗਾਈ ਜਾ ਸਕੇ। ਤੇ ਇਹ ਜਿਹੜੇ ਇਹਦੇ ਕਾਨੂੰਨ ਦੇ ਵਿੱਚ ਕੀ ਸੋਧ ਕੀਤੀ ਜਾ ਸਕਦੀ ਹੈ, ਕੀ ਸੋਧ ਕੀਤੀ ਜਾਣੀ ਚਾਹੀਦੀ ਹੈ, ਜਿਹੜੀ ਲੋਕ ਪੱਖੀ ਹੋਵੇ, ਜਿਹਨੂੰ ਸਰਕਾਰ ਵੀ ਪ੍ਰਵਾਨ ਕਰ ਜੇ।
ਮੈਂ ਹੁਣ ਆਪਣੀ ਗੱਲ ਸਮਾਪਤ ਕਰਨ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਆਪਣੇ ਸਰਦਾਰ ਪਰਮਿੰਦਰ ਸਿੰਘ ਐਡਵੋਕੇਟ ਨੇ, ਜਿਹੜੇ ਮਨੁੱਖੀ ਅਧਿਕਾਰਾਂ ਬਾਰੇ, ਜਿਹੜੇ ਆਰਟੀ ਐਕਟਿਵਿਸਟ ਨੇ ਤੇ ਸਮਾਜ ਸੇਵੀ ਨੇ, ਬਹੁਤ ਅੱਛੇ ਇਨਸਾਨ ਨੇ, ਉਹ ਆਪਣੇ ਵਿਚਾਰ ਰੱਖਣ। ਧੰਨਵਾਦ। ਧੰਨਵਾਦ ਸਿੱਧੂ ਸਾਹਿਬ। ਸਾਰੇ ਡਿਸਟਿੰਗੁਇਸ਼ਡ ਡਿਗਨਿਟਰੀਜ਼ ਨੂੰ ਜਿਹੜਾ ਹੈਗਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਜੇ ਕੁਆਂਟੀਟੀ ਦੇਖੀਏ ਤੇ ਕੁਆਲਿਟੀ ਦੇਖੀ ਤੇ ਗਰੁੱਪ ਜਿਹੜਾ ਹੈਗਾ, ਮੇਰੇ ਖਿਆਲ ਹੈ ਮੈਂ ਇੰਡੀਆ ਦੇ ਵਿੱਚ ਕਾਫੀ ਸਾਰੇ ਜ਼ੂਮ ਇੰਟਰੈਕਸ਼ਨ ਜਾਂ ਵੈਬੀਨਾਰਸ ਦੇ ਉੱਤੇ ਪਾਰਟ ਲਿਆ, ਬਟ ਕੁਆਲਿਟੀ ਵਾਈਜ਼ ਜਿਹੜਾ ਹੈਗਾ ਬਹੁਤ ਹੀ ਵਧੀਆ ਇੱਕ ਗਰੁੱਪ ਹੈ। ਇੰਨੇ IAS ਰਿਟਾਇਰ ਜਾਂ ਆਪਣੀ ਆਪਣੀ ਫੀਲਡ ਦੇ ਮਾਹਰ ਵਿਅਕਤੀ ਜਿਨ੍ਹਾਂ ਨੇ ਅਚੀਵਮੈਂਟ ਕੀਤੀ ਹੈ, ਉਹਨਾਂ ਦੇ ਸਾਹਮਣੇ ਬੋਲਣਾ ਆਪਣੇ ਆਪ ਦੇ ਵਿੱਚ ਚੈਲੰਜ ਹੈ। ਸੋ ਤੁਹਾਡਾ ਸਾਰਿਆਂ ਤੋਂ ਮੈਂ ਛੋਟੀ ਉਮਰ ਦਾ ਹੋਵਾਂਗਾ, ਜੇ ਮੇਰੇ ਤੋਂ ਗਲਤੀ ਹੋ ਗਈ ਤਾਂ ਮੈਂ ਪਹਿਲਾਂ ਹੀ ਮਾਫੀ ਮੰਗ ਲਾਂ ਜੇ ਮੈਂ ਕੁਝ ਗਲਤ ਕਵਾਂ। ਸਿੱਧੂ ਸਾਹਿਬ, ਜਿੱਦਾਂ ਤੁਸੀਂ ਗੈਟ ਦਾ ਨਾਮ ਲਿਆ ਕਿ ਇੱਕ ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫਸ। ਹੈਲੋ ਐਡਵੋਕੇਟ ਸਾਹਿਬ, ਤੁਹਾਡੀ ਵੀਡੀਓ ਨਹੀਂ ਆ ਰਹੀ। ਸਰ ਮੈਂ ਨਾ ਐਕਚੁਅਲੀ ਜੇ ਮੈਂ ਵੀਡੀਓ ਔਨ ਕਰਾਂਗਾ ਨੈਟ ਦਾ ਇਸ਼ੂ ਕਰਕੇ ਆਵਾਜ਼ ਜਿਹੜੀ ਹੈਗੀ ਆ ਉਹ ਡਿਸਟਰਬ ਹੋਏਗੀ। ਠੀਕ ਹੈ ਸਰ, ਠੀਕ ਹੈ। ਮੈਂ ਤੁਹਾਨੂੰ ਵੀ ਰਿਕੁਐਸਟ ਕਰਾਂਗਾ ਜੇ ਕਿਸੇ ਨੂੰ ਆਵਾਜ਼ ਸੁਣਨ ਦੇ ਵਿੱਚ ਜਾਂ ਬੋਲਣ 'ਚ ਪ੍ਰੋਬਲਮ ਆਏ ਤੇ ਉਹ ਨੈਟ ਦਾ ਇਸ਼ੂ ਕਰਕੇ ਉਹ ਡਾਊਨ ਕਰ ਲਏ। ਨਹੀਂ ਜਿੱਦਾਂ ਸਿੱਧੂ ਸਾਹਿਬ ਤੁਸੀਂ ਗੈਟ ਦਾ ਨਾਮ ਲਿਆ, ਜਨਰਲ ਐਗਰੀਮੈਂਟ ਔਨ, ਹਾਂਜੀ ਬੇਸ ਵਿੱਚ ਜਿਹੜਾ ਜਨਰਲ ਐਗਰੀਮੈਂਟ ਟ੍ਰੇਡ ਔਨ ਟੈਰਿਫਸ ਹੈ, ਇਹ ਪਹਿਲੀ ਵਾਰੀ 1947 ਦੇ ਵਿੱਚ ਹੋਇਆ ਸੀ। ਉਸ ਤੋਂ ਬਾਅਦ ਸਮੇਂ-ਸਮੇਂ ਤੇ ਹੁੰਦਾ ਹੈ। ਜਿਹੜਾ ਇਹਦਾ ਬੇਸਿਕਲੀ 1994 ਦੇ ਵਿੱਚ ਜਿਹੜਾ ਗੈਟ ਹੋਇਆ, ਇਹ ਜੋ ਅਸੀਂ ਕਾਨੂੰਨ ਦੇਖਦੇ ਪਏ ਆ ਉਹਦੀ ਆਊਟਕਮ ਹੈ। ਔਰ ਵਰਡ ਟੂ ਵਰਡ ਜੇ ਇਹਦੀ ਐਡਜੂਡੀਕੇਸ਼ਨ ਦੇਖਦੇ ਆ ਜਾਂ ਬਾਕੀ ਜਿਹੜੇ ਪ੍ਰੋਵੀਜ਼ਨ ਦੇਖਦੇ ਆ ਤੇ ਉਹਨਾਂ ਦਾ ਹੀ ਹਿੱਸਾ ਹੈ। 1 ਜਨਵਰੀ 1995 ਦੇ ਵਿੱਚ ਜਿਹੜਾ ਗੈਟ ਹੈ, ਜਿਹਨੂੰ ਅਸੀਂ ਐਗਰੀਮੈਂਟ ਔਨ ਐਗਰੀਕਲਚਰ, ਜਿਹਦੇ ਵਿੱਚ ਸਾਰੀ ਸਪਲਾਈ ਚੇਨ ਨੂੰ ਡੀਰੈਗੂਲੇਟ ਕਰਨਾ, ਜਿਹਦੇ ਕਰਕੇ ਇਹ ਜਿਹੜਾ ਐਕਟ ਆਇਆ ਐਸੈਂਸ਼ੀਅਲ ਕਮੋਡਿਟੀਜ਼ ਦਾ ਅਮੈਂਡਮੈਂਟ ਹੋਈ ਹੈ, ਤੇ ਉਹਦੇ ਕਰਕੇ ਹੋਈ ਹੈ। ਸੈਕੰਡ ਪਾਰਟ ਜਿਹੜਾ ਆਨਲਾਈਨ ਜਿਹੜੀ ਟ੍ਰੇਡਿੰਗ ਹੈਗੀ ਹੈ, ਜਿਹਨੂੰ ਮੈਂ ਗੇਮ ਚੇਂਜਰ ਕਹਿ ਰਿਹਾ ਜਾਂ ਕੰਟਰੈਕਟ ਫਾਰਮਿੰਗ ਨੂੰ ਗੇਮ ਚੇਂਜਰ ਕਹਿ ਰਿਹਾ, ਉਹ ਚੀਜ਼ ਆਲਰੇਡੀ ਪੰਜਾਬ ਦੇ ਵਿੱਚ 2006 ਦੇ ਵਿੱਚ ਆ ਚੁੱਕੀ ਹੈ। ਉਸ ਵੇਲੇ ਅਕਾਲੀ ਸਰਕਾਰ ਸੀ। 2013 ਦੇ ਵਿੱਚ ਉਹਦੀ ਅਮੈਂਡਮੈਂਟ ਆਉਂਦੀ ਹੈ। 2017 ਦੇ ਵਿੱਚ ਫਿਰ ਦੁਬਾਰਾ ਮਿਲਦਾ ਜੁਲਦਾ ਐਕਟ ਆਉਂਦਾ ਹੈ। ਜਿਹੜੀ ਐਡਜੂਡੀਕੇਸ਼ਨ ਅਸੀਂ ਅੱਜ ਦੇਖਦੇ ਪਏ ਹਾਂ ਕਿ ਜਿਹੜਾ ਕੇਸ ਹੈਗਾ, ਪਹਿਲਾਂ ਉਹ ਕੰਸੀਲੇਸ਼ਨ ਕਮੇਟੀ ਦੇ ਵਿੱਚ ਜਾਏਗਾ, ਉੱਥੇ ਕੰਸੀਲੇਸ਼ਨ ਬੋਰਡ ਯੂਜ਼ ਕੀਤਾ ਗਿਆ ਸੀ। ਅੱਜ ਤੱਕ 2006 ਤੋਂ ਲੈ ਕੇ ਕਿਸੇ ਵੀ ਸਬ ਡਿਵੀਜ਼ਨ ਦੇ ਵਿੱਚ ਕੋਈ ਕੰਸੀਲੇਸ਼ਨ ਬੋਰਡ ਕਨਸਟੀਟਿਊਟ ਨਹੀਂ ਕੀਤਾ ਗਿਆ। ਚਾਹੇ ਕੋਈ ਵੀ, ਤੁਸੀਂ DC ਰਹੇ ਹੋ, ਤੁਹਾਨੂੰ ਵੀ ਪਤਾ ਹੋਊਗਾ, ਜਾਂ ਬਾਕੀ ਨਾਲ ਦੇ ਵੀ ਤੁਹਾਡੇ ਜਿਹੜੇ ਹੈਗੇ ਆ ਤੇ ਸਪੀਕਰਸ ਹੋਰ ਵੀ ਹੋਣਗੇ, ਅੱਜ ਤੱਕ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਕੋਈ ਕੰਸੀਲੇਸ਼ਨ ਬੋਰਡ ਕਨਸਟੀਟਿਊਟ ਨਹੀਂ ਕੀਤਾ ਗਿਆ। ਜੇ ਉਸ ਵੇਲੇ ਕਨਸਟੀਟਿਊਟ ਨਹੀਂ ਕੀਤਾ ਗਿਆ ਤੇ ਹੁਣ ਵੀ ਸ਼ੱਕੀ ਹੈ ਇਹ ਕਰਨਗੇ ਕਨਸਟੀਟਿਊਟ। ਸੈਕੰਡ ਥਿੰਗ, ਜਿਹੜੀ ਇਹਦੀ ਐਡਜੂਡੀਕੇਸ਼ਨ ਹੈਗੀ ਆ, ਉਹ ਬੀਇੰਗ ਆਰਬਿਟਰੇਟਰ ਅਵਾਰਡ ਹੋਏਗੀ, ਜਿਹਦੇ ਵਿੱਚ ਪੀਨਲ ਪ੍ਰੋਵੀਜ਼ਨ ਦਾ ਕੋਈ ਪ੍ਰੋਵੀਜ਼ਨ ਨਾ ਐਕਟ ਦੇ ਵਿੱਚ ਤੇ ਨਾ ਹੀ ਵੈਸੇ ਆਰਬਿਟ੍ਰੇਸ਼ਨ ਦੇ ਅਵਾਰਡ ਦੇ ਵਿੱਚ ਕਦੀ ਵੀ ਰਿਹਾ। ਜਿਹੜਾ 5 ਲੱਖ ਰੁਪਈਆ ਦਾ ਤੁਸੀਂ ਜੁਰਮਾਨੇ ਦਾ ਜ਼ਿਕਰ ਕੀਤਾ ਸੀਗਾ, ਔਰ ਐਕਟ ਦੇ ਵਿੱਚ ਵੀ ਹੈਗਾ ਸੀ, ਜਿਹੜੀ ਇੰਪਲੀਕੇਸ਼ਨ ਦੇ ਪ੍ਰਭਾਵ ਹੈਗੇ ਆ, ਉਹ ਆਪਣੇ ਆਪ ਦੇ ਵਿੱਚ ਸਰਕਾਰ ਦੀ ਨੀਅਤ ਤੇ ਸਵਾਲ ਚੱਕ ਦਿੰਦੇ, ਕਿਉਂਕਿ 5 ਲੱਖ ਰੁਪਈਆ ਜਿਹੜਾ ਜੁਰਮਾਨਾ ਹੈਗਾ, ਉਹ ਬੀਇੰਗ ਆ ਲੈਂਡ ਰੈਵਨਿਊ ਕਲੈਕਟ ਨਹੀਂ ਹੋਣਾ। that is compensatory to the applicant। ਹੁਣ ਜੇ ਅਮਾਉਂਟ ਹੀ ਰਿਕਵਰ ਨਹੀਂ ਹੋ ਪਾਏਗੀ ਤੇ ਉਹ ਜੁਰਮਾਨਾ ਵਸੂਲ ਪਾਉਣਾ ਬਿਨਾਂ ਆਪਣਾ ਲੈਂਡ ਰੈਵਨਿਊ ਪੋਸੀਬਿਲਿਟੀ ਨਹੀਂ ਹੈਗੀ। ਐਡਜੂਡੀਕੇਸ਼ਨ ਬਹੁਤ ਜ਼ਿਆਦਾ ਵੀਕ ਹੈ। ਮੈਂ ਇਹਦੇ ਵਿੱਚ ਕੰਟਰੈਕਟ ਫਾਰਮਿੰਗ ਦੇ ਵਿੱਚ ਕੁਝ ਕੇਸਿਸ ਲੜੇ ਸੀਗੇ, ਉਹਦੇ ਬੇਸਿਸ ਤੇ ਅਸੀਂ ਇਹ ਸਿੱਟਾ ਕੱਢਿਆ ਕਿ ਜਿਹੜੇ ਨਵੇਂ ਐਕਟ ਆਏ ਆ, ਜੋ ਇਹ ਪਲੀਡ ਕਰ ਰਹੇ ਉਹ ਐਕਚੁਅਲ ਦੇ ਵਿੱਚ ਉਹ ਐਕਟ ਨਹੀਂ ਹੈਗੇ। ਇਹਨਾਂ ਨੇ ਬੇਸਿਕਲੀ ਨਵੇਂ ਪਲੇਅਰਸ ਨੂੰ ਇੱਕ ਤਰ੍ਹਾਂ ਨਾਲ ਇਹ ਸੈਕਟਰ ਓਪਨ ਕਰਨਾ ਸੀ। ਸਭ ਤੋਂ ਵਰਸਟ ਅਫੈਕਟਡ ਸਟੇਟ ਜਿਹੜੀਆਂ ਹੈਗੀਆਂ ਨਾਰਥ ਇੰਡੀਆ ਦੀਆਂ ਰਹਿਣਗੀਆਂ, ਕਿਉਂਕਿ ਇੰਡੀਆ ਦੇ ਵਿੱਚ ਲਾਸਟ ਟਾਈਮ ਜਦੋਂ ਅਸੀਂ ਵੈਬੀਨਾਰ ਕੰਡਕਟ ਕਰਵਾਇਆ ਇਹਦੇ ਵਿੱਚ, ਤੇ ਕੇਰਲਾ ਦੇ ਜਿਹੜੇ ਕਿਸਾਨ ਨੇ, ਉਹ ਵੀ ਸ਼ੰਕਾ ਉਹਨਾਂ ਦਾ ਵੀ ਹੈਗਾ ਕਿ ਉਹ ਕਹਿੰਦੇ ਆ ਕਿ ਅਸੀਂ ਤੇ ਵਰਸਟ ਅਫੈਕਟਡ ਹੋ ਚੁੱਕੇ ਹਾਂ। ਸਾਡੇ ਕੋਲ ਤਾਂ ਜਿਹੜੇ ਸਾਡੇ ਗੋਦਾਮ ਵੀ ਜਾ ਚੁੱਕੇ ਆ, ਸਾਡੇ ਜਿਹੜੇ ਐਗਰੀਕਲਚਰ ਫੀਲਡ ਵੀ ਸਾਡੇ ਕੋਲ ਜਾ ਚੁੱਕੀਆਂ, ਔਰ ਤੁਸੀਂ ਹੁਣ ਤੁਹਾਡੀ ਹੈਗੀ, ਕਿਉਂਕਿ ਅਸੀਂ ਜੋ ਲੂਜ਼ ਕਰਨਾ ਅਸੀਂ ਕਰ ਚੁੱਕੇ ਹਾਂ। ਔਰ ਸਾਡੇ ਵਾਸਤੇ ਜਿਹੜਾ ਹੈਗਾ ਕੋਈ ਨਾਰਥ ਦਾ ਕਿਸਾਨ ਨਹੀਂ ਖੜਾ, ਨਾ ਹੀ ਕੋਈ
ਆਰਗੇਨਾਈਜੇਸ਼ਨ ਖੜੀ ਸੀਗੀ। ਹੁਣ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਸੈਂਟਰ ਗੌਰਮੈਂਟ ਨੂੰ ਕਿੱਦਾਂ ਲੈਂਦੀ ਹੈ। ਐਕਟ ਦੇ ਉੱਤੇ ਕੀ ਪ੍ਰੋਵੀਜ਼ਨਸ ਨੇ, ਬਹੁਤ ਗੱਲਾਂ ਹੋ ਚੁੱਕੀਆਂ, ਮੈਂ ਉਹਨਾਂ ਨੂੰ ਦੁਹਰਾਉਣਾ ਨਹੀਂ ਚਾਹੂੰਗਾ। ਲੀਗਲੀ ਕਿਸਾਨ ਦੇ ਜਿਹੜੇ ਹਿੱਤ ਨੇ ਉਹ ਇਹਦੇ ਵਿੱਚ ਸੇਫਗਾਰਡ ਨਹੀਂ ਕੀਤੇ ਗਏ, ਕਿਉਂਕਿ ਜਿਹੜੇ ਪ੍ਰੋਵੀਜ਼ਨਸ ਹੈਗੇ ਆ ਐਗਰੀਮੈਂਟ ਦੇ, ਉਹ ਤੇ ਸਾਡਾ ਕੰਟਰੈਕਟ ਐਕਟ ਜਿਹੜਾ ਹੈਗਾ ਉਹ ਆਲਰੇਡੀ ਕਵਰ ਕਰਦਾ ਸੀ। ਜਿਹੜੀ ਉਹਦੀ ਰਿਕਵਰੀ ਜਾਂ ਬਾਕੀ ਇਸ਼ੂ ਉਹ ਸਪੈਸੀਫਿਕ ਪਰਫਾਰਮੈਂਸ ਐਕਟ ਦੇ ਥੱਲੇ ਵੀ ਆ ਸਕਦੇ ਸੀ। ਇਹਦੇ ਕਰਕੇ ਨਵੇਂ ਐਕਟ ਬਣਾਉਣ ਦੀ ਲੋੜ ਨਹੀਂ ਪੈਣੀ ਸੀ। ਇਹਨਾਂ ਨੇ ਨਾ ਤੇ ਕੋਈ ਪੀਨਲ ਪ੍ਰੋਵੀਜ਼ਨ ਦਿੱਤਾ, ਨਾ ਹੀ ਸਿਵਲ ਕੋਰਟ ਜਿਹੜੀ ਹੈਗੀ ਹੈ ਉਹਨੂੰ ਇੰਪਾਵਰ ਕੀਤਾ ਗਿਆ ਐਕਟ ਦੇ ਵਿੱਚ ਇੰਟਰਫੇਅਰ ਕਰਨ ਵਾਸਤੇ, ਉਹਨੂੰ ਬਾਹਰ ਕਰ ਦਿੱਤਾ ਗਿਆ। ਐਡਮਿਨਿਸਟ੍ਰੇਟਿਵ ਕੋਰਟਸ, ਅਸੀਂ ਇੱਕ ਚੀਜ਼ ਦੇਖਦੇ ਪਏ ਕਿ ਪਿਛਲੇ ਕੁਝ ਸਾਲਾਂ ਤੋਂ ਇੱਕ ਟ੍ਰੈਂਡ ਬਣ ਗਿਆ, ਜਦੋਂ ਵੀ ਕੋਈ ਨਵਾਂ ਸਪੈਸ਼ਲ ਐਕਟ ਆਉਂਦਾ ਉਹਨੂੰ ਐਡਮਿਨਿਸਟ੍ਰੇਟਿਵ ਕੋਰਟਸ ਦੇ ਵਿੱਚ ਪਾਵਰ ਦਿੱਤੀ ਜਾਂਦੀ ਹੈ। ਔਰ ਐਸਡੀਐਮ ਦੀ ਕੋਰਟ, ਚਾਹੇ ਹੁਣ ਇੱਕ ਨਵਾਂ ਐਕਟ ਪੰਜਾਬ ਨੇ ਪਾਸ ਕੀਤਾ ਸੀਗਾ ਪ੍ਰੋਟੈਕਸ਼ਨ ਆਫ ਸੀਨੀਅਰ ਸਿਟੀਜ਼ਨ ਐਕਟ, ਉਹ ਵੀ ਐਸਡੀਐਮ ਦੀ ਕੋਰਟ ਦੇ ਵਿੱਚ ਚਲਾ ਗਿਆ। ਐਸਡੀਐਮ ਦੀ ਕੋਰਟ ਆਪਣਾ ਐਡਮਿਨਿਸਟ੍ਰੇਟਿਵ ਕੰਮ ਕਰਕੇ ਸ਼ਾਮ ਨੂੰ 4 ਵਜੇ ਜਾਂ 3 ਵਜੇ ਘੰਟੇ 1.5 ਘੰਟੇ ਵਿੱਚ ਲੱਗਦੀ ਹੈ, ਔਰ ਉਹ ਕਵਰ ਨਹੀਂ ਕਰ ਪਾਉਂਦੀ। ਮੈਟਰਸ ਇੰਨੇ ਹੁੰਦੇ, ਅੱਜ ਜੇ ਮੈਂ ਆਪਣੀ ਗੱਲ ਕਰਾਂ ਆਪਣੇ ਡਿਸਟ੍ਰਿਕਟ ਦੇ ਵਿੱਚ ਤੇ 200 ਕੇਸ ਲੱਗੇ ਹੁੰਦੇ। ਪਟੀਸ਼ਨ ਦੀ ਐਂਟਰੀ ਜੇ ਡਿਸਪਿਊਟ ਹੋ ਜਾਏ ਤੇ ਉਹਨੂੰ 2-3 ਸਾਲ ਲੱਗ ਜਾਂਦੇ ਐਡਜੂਡੀਕੇਟ ਹੁੰਦੇ ਆ। ਇਹ ਟੈਕਨੀਕਲ ਮੈਟਰ ਜਿਹੜੇ ਹੈਗੇ ਆ, ਇਹ ਐਡਜੂਡੀਕੇਸ਼ਨ ਐਡਮਿਨਿਸਟ੍ਰੇਟਿਵ ਕੋਰਟਸ ਨਹੀਂ ਹੋਣੀ ਚਾਹੀਦੀ ਸੀ, ਇਹਨਾਂ ਨੂੰ ਸਪੈਸ਼ਲ ਟ੍ਰਿਬਿਊਨਲ ਬਣਾਉਣੇ ਚਾਹੀਦੇ ਸੀਗੇ ਇਹਦੇ ਵਾਸਤੇ, ਜੇ ਇਹਨਾਂ ਨੇ ਐਕਟ ਦੇ ਵਿੱਚ ਇਹ ਚੀਜ਼ ਲੈ ਕੇ ਆਣੀ ਸੀ। MSME ਐਕਟ ਜਿਹੜਾ ਆਇਆ ਉਹ ਵੀ ਏਦਾਂ ਹੀ ਮੈਕੈਨਿਜ਼ਮ ਲਿਆਂਦਾ ਗਿਆ ਸੀ ਕਿ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕਾ। ਇਹ ਗੌਰਮੈਂਟ ਜਿਹੜੀ ਹੈਗੀ ਹੈ, ਖਾਸ ਕਰਕੇ ਚਾਹੇ ਉਹ ਸਟੇਟ ਗੌਰਮੈਂਟ ਹੈ ਕਰੰਟਲੀ ਰਨਿੰਗ, ਚਾਹੇ ਉਹ ਸੈਂਟਰਲ ਗੌਰਮੈਂਟ ਹੈ, ਇਹਨਾਂ ਦੀ ਜਿਹੜੀ ਨੀਅਤ ਹੈ ਖਰਾਬ ਹੈ। ਕਿਸਾਨ ਮੋਸਟਲੀ ਇਫੈਕਟ ਹੋਏਗਾ। ਔਰ ਇਹ ਜਿਹੜੇ ਹੈਗੇ ਆ ਐਕਟ, ਤੁਹਾਨੂੰ ਵੀ ਪਤਾ ਹੈ ਕਿ ਇੱਕ ਲੰਬੜਦਾਰੀ ਦਾ ਕਾਨੂੰਨ ਲੈਣ, ਜੇ ਆਪਾਂ ਲੰਬੜਦਾਰੀ ਦਾ ਜਿਹੜਾ ਕੇਸ ਹੈਗਾ ਉਹਦੇ ਵਿੱਚ ਵੀ ਜੇ ਲੰਬੜਦਾਰ ਲਾਉਣਾ ਹੋਏ ਤੇ ਪੋਲੀਟੀਕਲ ਅਪਰੋਚਿਸ ਆ ਜਾਂਦੀਆਂ, ਔਰ ਐਡਮਿਨਿਸਟ੍ਰੇਟਿਵ ਕੋਰਟਸ ਉਹਨਾਂ ਨੂੰ ਪ੍ਰੈਸ਼ਰਸ ਨੂੰ ਹੈਂਡਲ ਨਹੀਂ ਕਰ ਪਾ ਰਹੀਆਂ। ਤੇ ਇਹ ਜਿਹੜੇ ਐਕਟ ਹੈਗੇ ਇਹਨਾਂ ਦੇ ਵਿੱਚ ਕਰੋੜਾਂ ਰੁਪਈਆ ਇਨਵੋਲਵ ਹੋਏਗਾ, ਬਿਗ ਸਟੇਕਸ ਇਨਵੋਲਵ ਹੋਣਗੇ, ਬਹੁਤ ਵੱਡੇ ਪਲੇਅਰ ਹੋਣਗੇ। ਪ੍ਰੈਸ਼ਰ ਜਿਹੜਾ ਹੈਗਾ ਐਡਮਿਨਿਸਟ੍ਰੇਟਿਵ ਕੋਰਟਸ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਸਾਰਿਆਂ ਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਿ ਕਿਸ ਤਰੀਕੇ ਨਾਲ ਰਨ ਕਰਦੀਆਂ। ਲੋਕਾਂ ਦੇ ਸ਼ੰਕੇ ਸਹੀ ਹੈ, ਗੌਰਮੈਂਟਸ ਨੂੰ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਕਾਨੂੰਨਾਂ ਨੂੰ। ਜੇ ਉਹਨਾਂ ਦੀ ਮਜਬੂਰੀ ਹੈਗੀ ਹੈ ਐਜ਼ ਪਰ ਇੰਟਰਨੈਸ਼ਨਲ ਕੋਵੈਨੈਂਟਸ, ਇਹਨਾਂ ਨੂੰ ਲੈ ਕੇ ਆਉਣਾ ਹੀ ਹੈ, ਕਿਉਂਕਿ ਜਿੱਦਾਂ ਪੀਸ ਕਲੌਜ਼ ਹੈਗੀ ਹੈ ਗੈਟ ਦੀ, ਉਹ 2021 ਜਨਵਰੀ ਨੂੰ ਖਤਮ ਹੋ ਜਾਏਗੀ, ਜਿਹਦੇ ਕਰਕੇ ਇਹ ਐਕਟ ਬੇਸਿਕਲੀ ਆਏ ਹੈ। ਔਰ ਗੌਰਮੈਂਟ ਆਪਣੀ ਸਕਿਨ ਸੇਵ ਕਰਨਾ ਚਾਹੁੰਦੀ ਹੈ। ਸੋਲਿਊਸ਼ਨਸ ਦੀ ਜੇ ਗੱਲ ਕਰੀਏ, ਜੋ ਸਾਡਾ ਐਕਸਪੀਰੀਅੰਸ ਕਹਿੰਦਾ ਹੈ, ਇਹਦੇ ਜਿਹੜੇ ਸੋਲਿਊਸ਼ਨਸ ਹੈਗੇ ਆ ਉਹ ਐਕਟ ਅਪੀਲ ਕੀਤੇ ਬਿਨਾਂ ਨਹੀਂ ਹੋ ਪਾਏ, ਕਿਉਂਕਿ ਇਹ ਡਿਫੈਕਟਿਵ ਲੈਜਿਸਲੇਸ਼ਨਸ ਹੈ। ਅਸੀਂ ਕਾਰਪੋਰੇਟਿਜ਼ਮ ਤੋਂ ਇੰਪੀਰੀਅਲ ਕਾਰਪੋਰੇਟਿਜ਼ਮ ਵਾਲੇ ਪਾਸੇ ਮੁੜਦੇ ਪਏ ਹਾਂ। ਜਿਹੜੀ ਚੀਜ਼ ਈਸਟ ਇੰਡੀਆ ਕੰਪਨੀ ਦੇ ਟਾਈਮ ਇੰਡੀਆ ਦੇ ਵਿੱਚ ਆਈ ਸੀ, ਕੰਟਰੈਕਟ ਫਾਰਮਿੰਗ, ਕਿਉਂਕਿ ਇਹ ਵੀ ਇੱਕ ਵਿਡੰਬਨਾ ਕਿ 100 ਸਾਲ ਪਹਿਲਾਂ ਤਕਰੀਬਨ ਚੰਪਾਰਨ ਮੂਵਮੈਂਟ ਹੋਈ ਸੀ, ਜਿਸ 'ਚ ਮਹਾਤਮਾ ਗਾਂਧੀ, ਮੋਹਨਦਾਸ ਕਰਮਚੰਦ ਗਾਂਧੀ ਤੋਂ ਮਹਾਤਮਾ ਗਾਂਧੀ ਜਿਹੜੀ ਉਪਾਧੀ ਉਹਨਾਂ ਨੂੰ ਚੰਪਾਰਨ ਮੂਵਮੈਂਟ ਦਿੱਤੀ ਸੀ, ਉਹ ਵੀ ਕੰਟਰੈਕਟ ਫਾਰਮਿੰਗ ਦੇ ਖਿਲਾਫ ਸੀ। ਅੱਜ ਵੀ ਅਸੀਂ ਉਸੇ ਮੋੜ ਤੇ ਖੜੇ ਹਾਂ 100 ਸਾਲ ਬਾਅਦ। ਔਰ ਮੈਂ ਜਦੋਂ ਅੰਗਰੇਜ਼ਾਂ ਦਾ ਐਕਟ ਪੜ੍ਹਿਆ ਤੇ ਹੈਰਾਨ ਹੋਇਆ ਕਿ ਇਹੀਓ ਕੰਡੀਸ਼ਨ ਉਸ ਐਕਟ ਦੇ ਵਿੱਚ ਵੀ ਸੀਗੀ। ਜਿਹੜਾ ਐਕਟ ਸਾਨੂੰ ਜਾਂ ਜਿਹੜੇ ਕਾਨੂੰਨ ਸਾਨੂੰ 100 ਸਾਲ ਪਹਿਲਾਂ ਮਨਜ਼ੂਰ ਨਹੀਂ ਸੀ, ਉਹ ਅੱਜ 100 ਸਾਲ ਬਾਅਦ ਅਸੀਂ ਫਿਰ ਉਹੀ ਗਲਤੀ ਦੁਹਰਾਉਂਦੇ ਪਏ ਹਾਂ, ਔਰ ਉਹ ਐਕਟ ਕਿਸਾਨਾਂ ਨੂੰ ਦੁਬਾਰਾ ਵੀ ਮਨਜ਼ੂਰ ਨਹੀਂ ਹੋਣਗੇ। ਮੈਂ ਇੰਨੀ ਗੱਲ ਕਹਿੰਦੇ ਹੋਏ ਖਿਮਾ ਦਾ ਜਾਚਕ ਜੇ ਮੇਰੇ ਤੋਂ ਕੋਈ ਗਲਤੀ ਹੋਈ ਜਾਂ ਮੇਰੀ ਗੱਲ ਤੋਂ ਲੱਭੀ ਖਿੱਚੀ ਹੋਏ। ਆਪਣੇ ਤਰਵਿੰਦਰ ਜੀ, ਤੁਸੀਂ ਬਹੁਤ ਅੱਛੇ ਸ਼ਬਦਾਂ ਸੰਖੇਪ ਕੀਤਾ, ਸੰਖੇਪ ਉਸ ਦੇ ਨਾਲ ਬੜਾ ਅੱਛੀ ਗੱਲ ਕੀਤੀ। ਮੈਂ ਹੁਣ ਡਾਕਟਰ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਰੱਖਣ। ਡਾਕਟਰ ਅਮਰਜੀਤ ਸਿੰਘ ਜੀ ਮਾਨ, ਸੰਗਰੂਰ ਤੋਂ ਜੀ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਸਾਰੇ ਆਫੀਸਰ ਸਾਹਿਬਾਨ ਨੂੰ ਜੋ ਰਿਟਾਇਰਡ ਨੇ। ਵੱਡਾ ਇੱਕ ਹੁਲਾਰਾ ਦਿੱਤਾ ਹੈ ਕਿਸਾਨ ਮਜ਼ਦੂਰ ਮੂਵਮੈਂਟ ਨੂੰ। ਤੁਸੀਂ ਸਾਰਿਆਂ ਨੇ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਖਬਰ ਲਵਾਈ ਜਦੋਂ, ਤੇ ਉਹਦਾ ਬਹੁਤ ਅਸਰ ਹੋਇਆ। ਤੇ ਇਹ ਵੀ ਅੱਜ ਆਪਾਂ ਜੋ ਪ੍ਰੈਸ਼ਰ ਗਰੁੱਪ ਬਣਾ ਹੀ ਰੱਖਾਂਗੇ ਤਾਂ ਅਸੀਂ
ਸਾਰੇ ਹੀ ਬਹੁਤ ਰਿੜਕਲੇ ਇਸ ਗੱਲ ਨੂੰ ਤਾਂ ਕਿ ਕਾਨੂੰਨ ਹੈ ਜਿਹੜੇ ਉਹ ਕਿੰਨੇ ਮਾਰੂ ਨੇ ਕਿਸਾਨੀ ਲਈ। ਕਿਤੇ ਕਿਸੇ ਨੇ ਸਾਡੀ ਕਿਸਾਨ ਦੀ ਅਪੀਲ ਨਹੀਂ ਸੁਣਨੀ। ਜੇ ਆਪਾਂ ਗਿਣ ਲੱਗੋ SDM ਤੋਂ ਲੈ ਕੇ ਸੈਂਟਰ ਤਾਈਂ ਜਾਂਦੇ ਆ 240 ਦਿਨ ਲੱਗ ਜਾਣਗੇ ਤੇ ਕਿਸਾਨਾਂ ਨੂੰ ਤਾਂ ਉਹਨਾਂ ਨੇ SDM ਜਾਂ DC ਲੈਵਲ ਤੇ ਹੀ ਰਗੜ ਦੇਣਾ ਹੁੰਦਾ। ਸਾਡੇ ਕੋਲੇ ਧੂਰੀ ਸ਼ੂਗਰ ਮਿਲ ਹੈ, ਸਾਰੇ ਆਫੀਸਰ ਸਾਹਿਬਾਨ ਜਾਣਦੇ ਆ, ਕਦੇ ਉਹ ਡਿਪਟੀ ਕਮਿਸ਼ਨਰ ਦੇ ਆਰਡਰ ਦੀ ਵੀ ਪਰਵਾਹ ਨਹੀਂ ਕਰਦੇ ਹੁੰਦੇ। ਤਾਂ ਸਾਨੂੰ ਇੱਕ ਤਾਂ ਸੈਂਟਰ ਤੇ ਪ੍ਰੈਸ਼ਰ ਬਣਾਉਣਾ, ਸਟੇਟ ਗਵਰਨਮੈਂਟ ਤੇ ਪ੍ਰੈਸ਼ਰ ਬਣਾਉਣਾ ਤੇ ਉਹਨੂੰ ਨਾਲ ਲੈ ਕੇ ਚੱਲਣਾ ਕਿ ਉਹ ਸਾਡੇ ਨਾਲ ਖੜੇ। ਇਹ ਸਾਰੇ ਕੰਮ ਦੇ ਵਿੱਚ ਉਹਨਾਂ ਦੀ ਅੱਜ ਇੱਕ ਲੋੜ ਵੀ ਹੈ ਕਿ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਤੇ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਭਾਵੇਂ ਉਹ ਰਾਸ਼ਟਰਪਤੀ ਨਾ ਸਾਈਨ ਕਰਨ, ਉਹ ਜਲਦੀ ਹੀ ਵਿਧਾਨ ਸਭਾ 'ਚ ਰੱਦ ਕਰਾਏ ਜਾਣ। ਉਹ ਨਾਲ ਖੜਨ ਇਸ ਦੇ ਵਿੱਚ ਕਿ ਕਿਸੇ ਕਿਸਾਨਾਂ, ਮਜ਼ਦੂਰਾਂ ਤੇ ਕਦੇ ਅਧਿਆਪਕ ਜਥੇਬੰਦੀਆਂ ਵੀ ਨਾਲ ਲੱਗੀਆਂ, ਹੋਰ ਵੀ ਕਿਤੇ ਵੀ ਉਹ ਸਾਡੇ ਤੇ ਇਹ ਤੇ ਤਸੱਦਦ ਨਾ ਕਰ ਸਕਣ। ਸੈਂਟਰ ਗਵਰਨਮੈਂਟ ਤੇ ਪ੍ਰੈਸ਼ਰ ਲਗਾਤਾਰ ਜਾਰੀ ਰੱਖਿਆ ਜਾਵੇ। ਤੇ ਮੈਂ ਜਿਹੜੀ ਗੱਲ ਸੋਲੂਸ਼ਨ ਦੀ ਕਰਨਾ ਚਾਹੁੰਦਾ ਸਰ, ਉਹ ਇਹ ਹੈ ਕਿ ਸਾਨੂੰ ਇਹਦੇ ਨਾਲ ਇੱਕ ਮੂਵਮੈਂਟ ਬਿਲਡ, ਕੋਆਪਰੇਟਿਵ ਦੀ ਬਿਲਡ ਅਪ ਕਰਨੀ ਚਾਹੀਦੀ ਹੈ ਕਿ ਜਿਵੇਂ ਅੱਗੇ ਜਦੋਂ ਅਸੀਂ ਸਾਰੇ 65-70 ਸਾਲ ਵਾਲੇ ਆ, ਛੋਟੇ ਹੁੰਦੇ ਸੀ, ਪਿੰਡਾਂ 'ਚ ਸਾਰਾ ਕੁਝ ਪੈਦਾ ਹੁੰਦਾ ਸੀ, ਕੁਝ ਵੀ ਸ਼ਹਿਰ ਦੇ ਵਿੱਚੋਂ 1-2 ਆਈਟਮਾਂ ਨੂੰ ਛੱਡ ਕੇ ਲੈ ਕੇ ਨਹੀਂ ਆਉਣਾ ਪੈਂਦਾ ਸੀ। ਅੱਜ ਸਾਰੇ ਸ਼ਹਿਰ ਤੇ ਡਿਪੈਂਡ ਕਰ ਗਿਆ ਪਿੰਡ। ਸਾਨੂੰ ਪਿੰਡਾਂ ਦੇ ਵਿੱਚ ਸਾਰਾ ਕੁਝ ਹੀ ਦੁਬਾਰਾ ਪ੍ਰੋਡਿਊਸ ਕਰਾਉਣਾ ਚਾਹੀਦਾ। ਪਿੰਡ ਪੱਧਰ ਤੇ ਕੋਈ ਕਮੇਟੀਆਂ ਬਣਾਈਆਂ ਜਾਣ। ਅੱਜ ਸਾਰੀਆਂ 31 ਕਿਸਾਨ ਯੂਨੀਅਨਾਂ, ਅਧਿਆਪਕ ਯੂਨੀਅਨਾਂ, ਮੁਲਾਜ਼ਮ ਯੂਨੀਅਨਾਂ ਨਾਲ ਨੇ। ਹਰ ਪਿੰਡ ਦੇ ਵਿੱਚ ਇੱਕ ਮੂਵਮੈਂਟ ਬਣੇ, ਉੱਥੇ ਇੱਕ ਸਾਂਝਾ ਥਾਂ ਹੋਵੇ ਜਿੱਥੇ ਜੋ ਪ੍ਰੋਡਿਊਸ ਕੀਤਾ ਉਹ ਰੱਖਿਆ ਜਾ ਸਕੇ। ਜਦੋਂ ਲੋੜ ਪਵੇ ਉਦੋਂ ਸਾਂਝੇ ਤੌਰ ਤੇ ਵੇਚਿਆ ਜਾਵੇ। ਉਹ ਸਾਰਿਆਂ ਦਾ ਇੱਕੋ ਜਿਹਾ ਉਹਦੇ 'ਚ ਹਿੱਸਾ ਹੋਏਗਾ। ਇਹ ਨਹੀਂ ਕਿ ਇੱਕ ਜਦੋਂ ਬੀਜਣ ਲਾ ਕੇ ਗੰਨਾ ਹੈ ਤਾਂ ਗੰਨਾ ਬੀਜੀ ਜਾਣਾ, ਆਲੂ ਹੈ ਆਲੂ ਬੀਜਣ ਲਾ ਕੇ, ਟਮਾਟਰ ਹੈ ਟਮਾਟਰ ਬੀਜਣ ਲਾ ਕੇ। ਅੱਜ ਕੱਲ ਤਾਂ ਇੱਕ ਵਧੀਆ ਢੰਗ ਨਾਲ WhatsApp ਤੇ ਵੀ ਕੰਟਰੋਲ ਹੋ ਸਕਦਾ ਕਿ ਕਿਹੜੀ ਫਸਲ ਕਿੰਨੀ ਬੀਜਣੀ ਹੈ। ਉਦੋਂ ਬਾਅਦ ਗੁਰਦੁਆਰਾ ਸਾਹਿਬ ਲਈ ਅਸੀਂ ਬਾਸ਼ ਪਾਉਂਦੇ ਆ। ਇੱਕ ਟਾਈਮ ਦਾ ਖਰਚਾ, ਭਾਵੇਂ ਅਸੀਂ ਕੋਲਡ ਸਟੋਰ ਪਿੰਡ 'ਚ ਬਣਾਉਣਾ, ਕੋਈ ਹੋਰ ਬਿਲਡਿੰਗ ਬਣਾਉਣੀ ਹੈ, ਉਹ ਬਾਸ਼ ਇਕੱਠੀ ਕੀਤੀ ਜਾਵੇ। ਕੋਈ ਵੀ ਉਹਦਾ ਹੋਰ ਢੰਗ ਸੁਝਾਅ ਦਿੱਤੇ ਜਾ ਸਕਦੇ ਨੇ ਕਿ ਕਿਸ ਢੰਗ ਨਾਲ ਪਿੰਡ ਦੇ ਵਿੱਚ ਪਿੰਡ ਦੇ ਪ੍ਰੋਡਿਊਸ ਨੂੰ ਜਿੰਨਾ ਚਿਰ ਚੰਗਾ ਰੇਟ ਨਹੀਂ ਮਿਲਦਾ ਕਿਸਾਨ ਨੂੰ ਸਾਂਭ ਕੇ ਰੱਖਿਆ ਜਾਵੇ। ਜਿਵੇਂ ਹੁਣ ਸਰ ਨਰਮੇ ਦੀ ਉਦਾਹਰਨ ਲੈ ਲਓ, ਪ੍ਰੈਜ਼ੈਂਟ ਲਈ ਬਹੁਤ ਘੱਟ ਰੇਟ ਤੇ ਖਰੀਦਾ ਜਾ ਰਿਹਾ ਤਾਂ ਕਿਸਾਨ ਆਪਦਾ ਉਸ ਬਿਲਡਿੰਗ ਦੇ ਵਿੱਚ ਆਪਦਾ ਨਰਮਾ ਰੱਖ ਲੈਣ, ਜਦੋਂ ਉਹਨਾਂ ਨੂੰ ਜੈਨੂਅਨ ਰੇਟ ਮਿਲੇ ਉਦੋਂ ਉਹ ਵੇਚ ਸਕਣ। ਤਾਂ ਇੱਕ ਤਾਂ ਇਹ ਸਾਨੂੰ ਬਹੁਤ ਕੋਆਪਰੇਟਿਵ ਮੂਵਮੈਂਟ ਹੁਣ ਬਿਲਡ ਹੋ ਸਕਦੀ ਹੈ। ਇਸ ਤੋਂ ਪਹਿਲਾਂ ਭਰਾ ਵੀ ਭਰਾ ਦਾ ਦੁਸ਼ਮਣ ਬਣਿਆ ਹੋਇਆ ਸੀ। ਸੰਘਰਸ਼ਾਂ ਦੇ ਵਿੱਚ ਹੀ ਚੰਗੀਆਂ ਗੱਲਾਂ ਨਿਕਲਦੀਆਂ ਨੇ। ਤਾਂ ਸਾਨੂੰ ਤੁਸੀਂ ਸਾਰੇ ਆਫੀਸਰ ਸਾਹਿਬਾਨ ਰਲ ਕੇ ਆਪਾਂ ਸਭ ਇੱਕ ਇਸ ਨੂੰ ਬਿਲਡ ਅਪ ਕਰਨ 'ਚ, ਉਹਨਾਂ ਨੂੰ ਇੱਕ ਆਈਡੀਆ ਦੇਣ 'ਚ, ਇੱਕ ਉਹਨਾਂ ਨੂੰ ਸੇਧ ਦੇਣ ਦੇ ਵਿੱਚ ਬਹੁਤ ਮਦਦਗਾਰ ਹੋ ਸਕਦੇ ਹਾਂ। ਦੂਜੀ ਜਿਹੜੀ ਗੱਲ ਮੈਂ ਹਮੇਸ਼ਾ ਲਿਖਦਾ ਹੁੰਦਾ ਕਿ ਅੱਜ ਅਸੀਂ ਕਹਿ ਰਹੇ ਹਾਂ ਕਿ ਸਰਕਾਰ, ਚਲੋ MP 13 ਨੇ, ਕੇਂਦਰ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜੀ ਸਰਕਾਰ ਪੰਜਾਬ ਦੀ, ਅੱਜ ਅਸੀਂ ਉਹਨਾਂ ਨੂੰ ਕਹਿੰਦੇ ਆ, ਉਹਨਾਂ ਨੂੰ ਰਿਕੁਐਸਟ ਕਰਦੇ ਆ ਜਾਂ ਉਹਨਾਂ ਨੂੰ ਪ੍ਰੈਸ਼ਰ ਪਾਉਂਦੇ ਆ। ਮੈਨੂੰ ਨਹੀਂ ਸਮਝ ਲੱਗਦੀ ਕਿ ਕਿਉਂ ਨਹੀਂ ਅਸੀਂ ਆਪ ਪਾਵਰ ਗ੍ਰੈਸਪ ਕਰਨ ਵੱਲ ਵਧਦੇ। ਜਿਹੜੀਆਂ 31 ਕਿਸਾਨ ਯੂਨੀਅਨਾਂ ਨੇ ਬੜੇ ਵਧੀਆ ਢੰਗ ਨਾਲ, ਇਮਾਨਦਾਰੀ ਨਾਲ ਆਪਦੇ ਤੋਂ ਇੱਕ MLA ਦੇਣ। ਜੇ 2 ਖੜਦੇ ਨੇ, ਆਪਦੀ ਇੰਟਰਨਲ ਵੋਟਿੰਗ ਹੈ, ਵੋਟਰ ਕਾਰਡ ਉਹਨਾਂ ਕੋਲੇ ਬਣੇ ਹੋਏ ਨੇ। ਪਿੰਡਾਂ 'ਚ ਸਾਹ ਚੁਕਾ ਲਓ, ਸ਼ਹਿਰੀ MLA ਖੜੇ ਨੂੰ ਪਾਉਣੀਆਂ ਨੇ, ਉਹ ਬਹੁਤ ਘੱਟ ਪੈਸੇ ਨਾਲ ਆਰਾਮ ਨਾਲ ਜਿੱਤ ਸਕਦੇ ਨੇ। ਜਿਵੇਂ ਆਪਣੇ ਸਾਹਮਣੇ ਹੈ, ਆਮ ਆਦਮੀ ਪਾਰਟੀ ਦੇ 4 MP ਜਿੱਤੇ, 4 ਨੂੰ 2.5 ਲੱਖ ਵੋਟਾਂ ਪਈਆਂ ਬਿਨਾਂ ਖਰਚ ਕੀਤਿਆਂ। ਤਾਂ ਇਸ ਪਾਸੇ ਵੀ ਸਾਨੂੰ ਗਾਈਡ ਵੀ ਕਰਨਾ ਚਾਹੀਦਾ, ਸਾਨੂੰ ਉਹਨਾਂ ਨੂੰ ਉਠਾਉਣਾ ਵੀ ਚਾਹੀਦਾ ਕਿ ਪਾਵਰ ਗ੍ਰੈਸਪ ਕਰਨ ਲਈ ਉੱਠੋ, ਹਰੇਕ ਨੂੰ ਮੌਕਾ ਦਿਓ। ਈਵਨ ਅਧਿਆਪਕ ਯੂਨੀਅਨ ਨਾਲ ਮੇਰੀ ਗੱਲ ਚੱਲਦੀ, ਉਹ ਕਹਿੰਦੇ ਆਈਡੀਆ ਠੀਕ ਹੈ ਸਰ, ਅਧਿਆਪਕ ਯੂਨੀਅਨ ਵੀ ਆਪਦੇ ਤੋਂ ਇੱਕ MLA ਖੜਾ ਕਰਨ, ਮੁਲਾਜ਼ਮ ਯੂਨੀਅਨ ਵੀ ਕਰ ਲੈਣ, ਆਪਣੇ ਚੋਂ ਸੋਸ਼ਲ ਐਕਟਿਵਿਸਟ ਨੇ ਜਿਹੜੇ ਉਹ ਵੀ ਕੁਝ ਹੋ ਜਾਣ ਚੁਣ ਕੇ, ਆਪਾਂ ਕਿ ਆਹ ਬੰਦੇ ਹੋ ਸਕਦੇ ਨੇ। ਉਸ ਪਾਸੇ ਵੀ ਸਾਨੂੰ ਇੱਕ ਐਟ ਪ੍ਰੈਜ਼ੈਂਟ ਕੋਈ ਤੇਜ਼ੀ ਧਿਰ ਨਹੀਂ ਹੈ ਪੰਜਾਬ 'ਚ। ਅੱਜ ਅਸੀਂ ਉਹਨਾਂ ਨੂੰ ਬੋਲਣ ਨਹੀਂ ਦੇ ਰਹੇ ਸਾਡੇ ਧਰਨਿਆਂ ਦੇ ਵਿੱਚ, ਵਧੀਆ ਗੱਲ ਹੈ, ਪਰ 2022 'ਚ ਜਾ ਕੇ ਵੋਟਾਂ ਫੇਰ ਉਹਨਾਂ ਨੂੰ ਪਾਵਾਂਗੇ। ਉਹਨਾਂ ਨੂੰ ਇਦੋਂ ਵਧੀਆ ਹੋਰ ਕੀ ਚਾਹੀਦਾ, ਨਾ ਬੋਲਣ ਦਿਓ। ਜੇ ਅਸੀਂ ਅੱਜ ਕੋਈ ਤੀਜੀ ਧਿਰ ਨਹੀਂ ਆਉਂਦੀ, ਬਹੁਤ ਘੱਟ ਲੋਕ ਨੇ ਜਿਹੜੇ ਨੋਟਾ ਦਬਾਉਣਗੇ, ਜਿਹੜੇ ਵੋਟਾਂ ਪਾਉਣ ਨਹੀਂ ਜਾਣਗੇ। ਨਹੀਂ ਤਾਂ ਉਹ ਕੋਈ ਕਾਂਗਰਸ ਨੂੰ, ਕੋਈ BJP ਅਕਾਲੀ ਨੂੰ
ਜਾਂ ਅਕਾਲੀ ਦਲ ਡੈਮੋਕ੍ਰੈਟਿਕ ਬੀਜੇਪੀ ਨੂੰ ਜਾਂ ਕੋਈ ਆਮ ਆਦਮੀ ਪਾਰਟੀ ਨੂੰ, ਉਹਨਾਂ ਨੂੰ ਹੀ ਵੋਟਾਂ ਪਾਉਣੀਆਂ ਪੈਣਗੀਆਂ। ਤਾਂ ਮੈਂ ਦੋ ਗੱਲਾਂ ਕਹਿਣਾ ਕਿ ਇੱਕ ਪਿੰਡਾਂ ਦੇ ਵਿੱਚ ਕੋਆਪਰੇਟਿਵ ਮੂਵਮੈਂਟ ਸ਼ੁਰੂ ਕੀਤੀ ਜਾਵੇ, ਨਾਲ ਇਹ ਸੰਘਰਸ਼ ਚੱਲਣੇ ਚਾਹੀਦੇ ਆ, ਸਾਨੂੰ ਪੂਰੀ ਮਦਦ ਕਰਨੀ ਚਾਹੀਦੀ ਹੈ। ਜਿਵੇਂ ਡਾਕਟਰ ਮਨਮੋਹਨ ਸਿੰਘ ਸਰ ਨੇ ਪਹਿਲਾਂ ਤੁਸੀਂ ਸਾਰੇ ਆਫੀਸਰ ਬਣੋ, ਇੱਕ ਗਰੁੱਪ ਬਣੋ, ਵੱਡੀ ਖਬਰ ਦਿੱਤੀ, ਪ੍ਰੈਸ਼ਰ ਬਣਿਆ, ਫਿਰ ਸਾਰੇ ਸਿੱਖਿਆ ਸ਼ਾਸਤਰੀਆਂ ਵੱਲੋਂ ਦਿੱਤੀ, ਫਿਰ ਸਾਰੇ ਡਾਕਟਰਾਂ ਵੱਲੋਂ। ਇਹ ਲਗਾਤਾਰ ਪ੍ਰੈਸ਼ਰ ਸਾਡਾ ਜੋ ਅਸੀਂ ਸਿਆਣਪਣਾ ਬਿਲਡ ਅਪ ਕਰਦੇ ਹਾਂ ਉਹ ਵੀ ਚੱਲਣਾ ਚਾਹੀਦਾ ਹੈ। ਅੱਜ ਤੁਸੀਂ ਦੋ ਮੁੱਦੇ ਬਹੁਤ ਹੀ ਬਾਖੂਬੀ ਔਰ ਬੜੇ ਸੰਖੇਪ ਸਮੇਂ ਦੇ ਵਿੱਚ ਉਠਾਏ ਤੇ ਬਹੁਤ ਰੈਲੇਵੈਂਟ ਨੇ। ਮੈਂ ਹੁਣ ਮੇਰੇ ਸਤਿਕਾਰਯੋਗ ਸੱਜਣ ਮਿੱਤਰ ਦੋਸਤ ਬੇਲੀ ਜਮਾਤੀ ਸਰਦਾਰ ਅਮਰਜੀਤ ਸਿੰਘ ਬੜੈਚ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਡਮੁੱਲੇ ਵਿਚਾਰ ਪੇਸ਼ ਕਰਨ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਜੀ ਹਾਂ ਜੀ। ਤੁਸੀਂ ਪਹਿਲਾਂ ਤੇ ਐਡਵੋਕੇਟ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਜਿਹੜੀ ਆ ਉਹ ਦਿੱਤੀ ਹੈ, ਤੇ ਹੁਣ ਮਾਨ ਸਾਹਿਬ ਨੇ ਵੀ ਬਹੁਤ ਵਧੀਆ ਗੱਲ ਕੀਤੀ, ਅੱਛੀ ਸੁਝਾਅ ਜਿਹੜੇ ਆ ਉਹ ਦਿੱਤੇ ਆ। ਸਭ ਤੋਂ ਪਹਿਲਾਂ ਤੇ ਮੇਰਾ ਸਾਰੇ ਸਤਿਕਾਰ ਜਿਹੜੇ ਆਫੀਸਰ ਸਾਹਿਬਾਨ ਨੇ, ਇਹਨਾਂ ਦੇ ਨਾਲ ਬੜਾ ਮੌਕਾ ਕੰਮ ਕਰਨ ਦਾ ਮਿਲਿਆ ਸਾਨੂੰ। ਬੇਨਤੀ ਇਹ ਹੈ ਮੇਰੀ ਇੱਥੇ ਕਿ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਔਰ ਉਹਨਾਂ ਦੇ ਨਾਲ ਖੜੇ ਹੋਣ ਦੀ ਜਿਹੜੀ ਆ ਸ਼ਾਦੀ ਭਰੀ ਹੈ। ਇੱਥੇ ਮੈਂ ਇੱਕ ਗੱਲ ਆਪਣੀ ਜਿਹੜੀ ਬੜੀ ਮਨ ਦੇ ਵਿੱਚ ਆ ਉਹ ਕਹਿਣੀ ਚਾਹੁੰਦਾ, ਉਹ ਇਹ ਹੈ ਕਿ ਜਿਹੜੇ ਤੁਸੀਂ ਸੈਮੀਨਾਰ ਕਰਾਇਆ, ਕਿਉਂਕਿ ਗਰੁੱਪ ਇਕੱਠਾ ਹੋਏਗਾ ਤਾਂ ਇਹ ਲੋਕ ਅੱਗੇ ਚੱਲਣਗੇ, ਤੇ ਸਾਨੂੰ ਹੁਣ ਇਸ ਤੋਂ ਬਾਅਦ ਜਿਹੜੇ ਉਹ ਸੈਮੀਨਾਰ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਜਦੋਂ ਕਿਸਾਨ ਸੱਥਾਂ ਚੋਂ ਨਿਕਲ ਕੇ ਸੜਕ ਤੇ ਪਹੁੰਚ ਗਿਆ ਤੇ ਇਸ ਵਕਤ ਸਾਨੂੰ ਇਕੱਲੇ ਸੈਮੀਨਾਰ ਜਿਹੜੇ ਕਰਕੇ ਅਸੀਂ ਪ੍ਰੈਸ਼ਰ ਗਰੁੱਪ ਕਿਸੇ ਢੰਗ ਨਾਲ ਨਹੀਂ ਬਣਾ ਸਕਦੇ। ਅੱਜ ਦਾ ਪਲੇਟਫਾਰਮ ਇਸ ਕਰਕੇ ਵੈਲਕਮ ਹੈ ਇਸ ਦਾ ਕਿ ਅਸੀਂ ਕੁਝ ਲੋਕ ਇਕੱਠੇ ਹੋ ਕੇ ਅੱਗੇ ਤੁਰਨ ਦੀ ਗੱਲ ਕਰਾਂਗੇ, ਕਿਉਂਕਿ ਜਦੋਂ ਤੁਸੀਂ ਲੋਕ ਜਿਨ੍ਹਾਂ ਨੇ ਡਿਸਟ੍ਰਿਕਟ ਲੈਵਲ ਦੇ ਉੱਤੇ, ਸਟੇਟ ਲੈਵਲ ਤੇ ਵੱਡੀਆਂ ਵੱਡੀਆਂ ਪੋਸਟਾਂ ਤੇ ਕੰਮ ਕੀਤਾ ਹੋਇਆ ਹੈ, ਤੁਹਾਡੇ ਇੱਕ ਚਿਹਰੇ ਨੇ ਲੋਕਾਂ ਦੇ ਵਿੱਚ, ਸਰ ਮਨਜੀਤ ਸਿੰਘ ਨੇ, ਜੀਕੇ ਸਿੰਘ ਜੀ ਨੇ, ਸਰ ਕਰਨਵੀਰ ਸਿੰਘ ਜੀ ਨੇ, ਕਰਮਜੀਤ ਜੀ ਸਰਾਂ ਸਾਹਿਬ ਨੇ, ਇਹਨਾਂ ਨੂੰ ਮੈਂ ਮਿਲਿਆ ਵੀ ਸੀ, ਔਰ ਇਸੇ ਤਰ੍ਹਾਂ ਬਾਕੀ ਪ੍ਰਿਥੀ ਚੰਦ ਜੀ ਨੇ। ਸਾਰੇ ਤੁਸੀਂ ਇੱਕ ਉਹ ਚਿਹਰੇ ਹੋ ਜਿਨ੍ਹਾਂ ਨੂੰ ਲੋਕ ਪਹਿਚਾਣਦੇ ਨੇ, ਔਰ ਤੁਹਾਨੂੰ ਉਹਨਾਂ ਨੇ ਉਸ ਸੀਟ ਦੇ ਉੱਤੇ ਵੇਖਿਆ ਹੈ ਜਿੱਥੋਂ ਹੁਕਮ ਚੱਲਦੇ ਰਹੇ ਆ। ਤੋ ਇਸ ਵਕਤ ਤੁਹਾਡਾ ਉਹਨਾਂ ਦੇ ਨਾਲ ਜਾ ਕੇ ਖਲੋਣਾ ਉਹਨਾਂ ਲਈ ਬਹੁਤ ਵੱਡਾ ਹੌਸਲਾ ਬਣੇਗਾ ਕਿ ਉਹ ਅਫਸਰਸ਼ਾਹੀ ਹੈ ਜਿਹੜੀ ਸਾਡੇ ਦੁੱਖ ਨੂੰ ਸਮਝਦੀ ਹੈ, ਕਿਉਂਕਿ ਇਸ ਵਕਤ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਢੰਗ ਨਾਲ ਆਪਣੇ ਝੰਡੇ ਤੇ ਉੱਚੇ ਕਰਨਾ ਚਾਹੁੰਦੀਆਂ ਹੀ ਆ, ਪਰ ਕੁਝ ਏਜੰਸੀਆਂ ਇਸ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਜਿਹੜੀਆਂ ਉਹ ਐਕਟਿਵ ਹੋ ਚੁੱਕੀਆਂ ਹੋਈਆਂ ਨੇ। ਉਹਨਾਂ ਦੇ ਵੱਖ-ਵੱਖ ਗਰੁੱਪ ਬਣ ਗਏ ਹੋਏ ਆ। ਮੈਨੂੰ ਅੱਜ ਇੱਕ ਬੜੀ ਹੈਰਾਨੀ ਹੋਈ, ਮੈਂ ਅੱਜ ਵੀਡੀਓ ਆਪਣੇ ਹੀ ਗਰੁੱਪ ਦੇ ਵਿੱਚ ਸਾਡੇ ਸਾਬਕਾ ਸਤਿਕਾਰਯੋਗ ਮੰਤਰੀ ਸੁਰਜੀਤ ਜਾਨੀ ਜੀ ਦੀ ਸੁਣ ਰਿਹਾ ਸੀ। ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਜੀ ਉਹਨੂੰ, ਕਿਸਾਨ ਨੂੰ ਤੇ ਜਿਹੜਾ ਐਗਰੀਮੈਂਟ ਵਾਲੀ ਪਾਰਟੀ ਹੋਏਗੀ ਉਹਨਾਂ ਨੂੰ ਅਦਾਲਤ ਵਿੱਚ ਜਾਣ ਦਾ ਕੋਈ ਹੱਕ ਨਹੀਂ ਹੈਗਾ। ਮੈਂ ਸਾਰਾ ਕਾਨੂੰਨ ਤੁਸੀਂ ਸਾਰਿਆਂ ਨੇ ਤੇ ਪੜ੍ਹ ਹੀ ਲਿਆ, ਪੜ੍ਹਿਆ ਹੋਏਗਾ, ਮੈਂ ਅੱਖਰ ਬਾ ਅੱਖਰ ਪੜ੍ਹਿਆ ਸਾਰੇ ਤਿੰਨੋਂ ਕਾਨੂੰਨ, ਤੀਜਾ ਤੇ ਹੈ ਹੀ ਛੋਟਾ ਜਿਹਾ, ਉਹਦੇ 'ਚ ਬਿਲਕੁਲ ਕਲੀਅਰ ਕੀਤਾ ਹੋਇਆ। ਔਰ ਜਾਨੀ ਸਾਹਿਬ ਇਹ ਕਹਿੰਦੇ ਨੇ ਕਿ ਐਗਰੀਵਡ ਪਾਰਟੀ ਨੂੰ ਹਾਈ ਕੋਰਟ 'ਚ ਜਾਣ ਤੋਂ ਕੌਣ ਰੋਕਦਾ ਹੈ। ਦੇਖੋ, ਇੱਕ ਮੰਤਰੀ ਦਾ ਇਹ ਬਿਆਨ ਆਉਣਾ ਆਪਣੇ ਆਪ ਦੇ ਵਿੱਚ ਬੜੀ ਅਜੀਬ ਗੱਲ ਹੈ ਕਿ ਕਿਸ ਢੰਗ ਨਾਲ ਤੁਹਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਉਹ ਬੜੇ ਸਾਰੇ ਲੋਕਾਂ ਨੇ ਸੁਣ ਲਿਆ ਹੋਣਾ। ਔਰ ਸਾਡੇ 95% ਕਿਸਾਨ ਜਿਹੜੇ ਸੱਥਾਂ ਚੋਂ ਨਿਕਲ ਕੇ ਸੜਕ ਤੇ ਬੈਠੇ ਆ ਕੇ, ਉਹਨਾਂ ਕੋਲੇ ਨਾ ਤਾਂ ਇਸ ਕਿਸਮ ਦੀ ਪਹੁੰਚ ਹੈ ਕਿ ਉਹ ਅੱਖਰ ਬਾ ਅੱਖਰ ਪੜ੍ਹਨ। ਆ ਪੰਜਾਬੀ ਟ੍ਰਾਂਸਲੇਸ਼ਨ ਤਾਂ ਹੁਣ ਆਈ ਹੈ ਉਹਦੀ ਕੁਝ ਦਿਨ ਪਹਿਲਾਂ, ਤੇ ਉਹ ਤਾਂ ਲੀਡਰਾਂ ਦੇ ਸਮਝਾਏ ਜਾਂ ਬਹਿਕਾਏ ਉਹਨਾਂ ਦੇ ਨਾਲ ਤੁਰ ਪੈਂਦੇ ਆ। ਕਿਸਾਨ ਜਿਹੜੇ ਬੈਠੇ ਆ ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਅਗੇਂਸਟ ਹੈ ਜੀ, ਇਸ ਕਰਕੇ ਉਹ ਆਪਣੇ ਸਾਰਾ ਕੁਝ ਛੱਡ ਛਡਾ ਕੇ ਉੱਥੇ ਆ ਕੇ ਬਹਿ ਗਿਆ। ਸੋ ਇਸ ਵਕਤ ਲੋੜ ਇਹ ਹੈ ਕਿ ਆਪਾਂ ਇਸ ਸੈਮੀਨਾਰ ਤੋਂ ਬਾਅਦ ਤੁਹਾਡੇ ਚਿਹਰੇ ਆ ਜਿਹੜੇ ਸਾਡੇ ਸਤਿਕਾਰ ਸਾਹਿਬਾਨ ਆਫੀਸਰਸ ਨੇ, ਕਿ ਆਪਾਂ ਇਕੱਠਾਂ ਦੇ ਵਿੱਚ ਜਿਹੜਾ ਉਹ ਜਾਈਏ, ਜਾਂ ਤਾਂ ਇਕੱਠੇ ਹੋ ਕੇ ਜਾਓ
ਨਹੀਂ ਤੇ ਜੇ ਤੁਹਾਡੀ ਪਹੁੰਚ ਇਕੱਠਿਆਂ ਦੀ ਨਹੀਂ ਤਾਂ ਆਪਣੇ ਆਪਣੇ ਇਲਾਕੇ ਦੇ ਵਿੱਚ ਚਾਹੇ ਜਿਹੜਾ ਵੀ ਕਿਸਾਨ ਗਰੁੱਪ ਕਿੱਥੇ ਬੈਠਾ ਹੈ ਉਹਨੂੰ ਤੁਸੀਂ ਜਾ ਕੇ ਸੰਬੋਧਨ ਕਰੋ, ਉੱਥੇ ਆਪਣਾ ਗਰੁੱਪ 10 ਬੰਦਿਆਂ ਦਾ ਲੈ ਕੇ ਜਾਓ ਤਾਂ ਉਹਨਾਂ ਦਾ ਬਹੁਤ ਵੱਡਾ ਹੌਸਲਾ ਹੋਏਗਾ। ਕਿਉਂਕਿ ਇਸ ਟਾਈਮ ਗਰੁੱਪ ਦਾ ਜਿਹੜਾ ਸਾਡੇ ਪੂਰੇ ਨਾਰਥਰਨ ਇੰਡੀਆ ਦਾ ਜਿਹੜਾ ਪ੍ਰੈਸ਼ਰ ਹੈ ਗਵਰਨਮੈਂਟ ਦੇ ਉੱਤੇ ਉਹ ਬਹੁਤ ਹੈ, ਪਰ ਲੱਗਦਾ ਇਹ ਹੈ ਕਿ ਸਰਕਾਰ ਹਾਲੇ ਸੁਣਨ ਵਾਲੀ ਨਹੀਂ ਲੱਗਦੀ। ਕਿਉਂਕਿ ਅੱਜ 10 ਤਰੀਕ ਹੋ ਗਈ ਹੈ 11, ਸਰਕਾਰ ਵੱਲੋਂ ਇੱਕ ਵੀ ਇਸ ਕਿਸਮ ਦਾ ਹੁੰਗਾਰਾ ਨਹੀਂ ਆਇਆ ਕਿ ਉਹ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹੈ। ਦੂਸਰੀ ਗੱਲ ਅੱਜ ਆਇਆ ਕਿ ਉਹਨਾਂ ਨੇ ਵੱਖ-ਵੱਖ ਮੰਤਰੀਆਂ ਨੂੰ ਜਿਹੜਾ ਉਹ ਉਹਨਾਂ ਦੇ ਗਰੁੱਪ ਬਣਾ ਕੇ ਕਿਸਾਨਾਂ ਨੂੰ ਸਮਝਾਉਣ ਵਾਸਤੇ ਭੇਜਿਆ। ਇਹਦਾ ਮਤਲਬ ਇਹ ਹੈ ਸਰਕਾਰ ਕਿਸੇ ਪਾਸੇ ਹੋਰ ਢੰਗ ਨਾਲ ਚੱਲਦੀ ਪਈ ਹੈ ਤੇ ਸਾਡਾ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਉਹ ਕੁਝ ਹੋਰ ਮੰਗ ਰਿਹਾ ਹੈ। ਸੋ ਉਹ ਕਿਸੇ ਤਾਣੀ ਚ ਉਲਝਾਉਣਾ ਚਾਹੁੰਦੇ ਆ। ਤੁਹਾਡੀ ਸਾਰਿਆਂ ਦੇ ਸਹਿਯੋਗ ਦੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਮੰਚ ਤੇ ਵੀ ਅੱਗੇ ਕਿਸਾਨਾਂ ਦੇ ਨਾਲ ਖੜੋਗੇ ਤੇ ਤੁਹਾਡੇ ਖੜਨ ਦੇ ਨਾਲ ਸੱਚਮੁੱਚ ਮੇਰਾ ਇਹ ਦਾਅਵਾ ਹੈ ਕਿ ਉਹਨਾਂ ਲੋਕਾਂ ਦਾ ਹੌਸਲਾ ਬਹੁਤ ਵਧੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ। ਥੈਂਕ ਯੂ ਅਮਰਜੀਤ ਸਿੰਘ ਜੀ, ਬਹੁਤ ਬੁਲਬੁਲੇ ਤੇ ਬਹੁਤ ਸੰਖੇਪ ਸ਼ਬਦਾਂ ਦੇ ਨਾਲ ਗਾਗਰ ਦੇ ਵਿੱਚ ਸਾਗਰ ਬੰਦ ਕੀਤਾ। ਮੈਂ ਹੁਣ ਸਾਡੇ ਬਹੁਤ ਹੀ ਅੱਛੇ ਉੱਘੇ ਵਿਦਵਾਨ ਮੇਰੇ ਸਾਥੀ ਸਰਦਾਰ ਜੀਕੇ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਮੁਖਾਰਬਿੰਦ ਦੇ ਵਿੱਚੋਂ ਸਾਨੂੰ ਕੁਝ ਸ਼ਬਦ ਦੇ ਨਾਲ ਸੰਬੋਧਨ ਕਰਨ ਤੇ ਸਾਨੂੰ ਰੋਸ਼ਨ ਕਰਨ। ਥੈਂਕ ਯੂ ਜੀ। ਆਵਾਜ਼ ਆ ਰਹੀ ਹੈ ਜੀ ਮੇਰੀ? ਹਾਂਜੀ ਹਾਂਜੀ, ਪੂਰੀ ਖੜਕਦੀ ਹੈ ਜੀ। ਅੱਜ ਦੇ ਇਸ ਸੰਜੀਦਗੀ ਭਰੇ ਮਾਹੌਲ ਵਿੱਚ ਜਦੋਂ ਸਾਡਾ ਅੰਨਦਾਤਾ ਕਿਸਾਨ ਸੜਕਾਂ ਤੇ ਉਤਰਿਆ, ਸਾਰੇ ਪੰਜਾਬ 'ਚ ਨਹੀਂ, ਹਰਿਆਣੇ 'ਚ ਵੀ, ਪੁਰਾਣੇ ਪੰਜਾਬ 'ਚ, ਉੱਤਰੀ ਭਾਰਤ ਦੇ ਵਿੱਚ ਸਾਰੇ ਕਿਸਾਨ ਤਰਾ ਕਰਦੇ ਨੇ। ਇਸ ਸੰਜੀਦਗੀ ਭਰੇ ਮਾਹੌਲ 'ਚ ਸਰਦਾਰ ਹਰਕੇਸ਼ ਸਿੰਘ ਸਿੱਧੂ ਹੋਰਾਂ ਹਿੰਮਤ ਨਾਲ ਸਾਬਕਾ ਅਧਿਕਾਰੀਆਂ ਨੂੰ, ਵਿਦਵਾਨਾਂ ਨੂੰ, ਵਾਈਸ ਚਾਂਸਲਰ ਸਾਹਿਬ ਬੈਠੇ ਨੇ ਜੀ, ਸਾਬਕਾ ਸਕੱਤਰ ਬੈਠੇ ਨੇ ਸਾਡੇ ਮਨਮੋਹਨ ਸਿੰਘ ਜੀ, ਇਹਨਾਂ ਨੂੰ ਇਕੱਠੇ ਕੀਤਾ। ਇਹ ਉਪਰਾਲਾ ਸ਼ਲਾਘਾਯੋਗ ਹੈ। ਭਵਿੱਖ ਵਿੱਚ ਵੀ ਜੇ ਵਿਚਾਰ ਵਟਾਂਦਰਾ ਨਹੀਂ ਹੋਏਗਾ, ਕੋਈ ਡਾਇਲੋਗ ਨਹੀਂ ਹੋਏਗਾ, ਕੀ ਪਤਾ ਚੱਲਦਾ। ਤਾਂ ਜਦੋਂ ਅਸੀਂ ਸਮਾਜ ਦੀ ਆਵਾਜ਼ ਬਣਦੇ ਹਾਂ, ਦੁੱਖ ਤਕਲੀਫਾਂ ਵਾਲਿਆਂ ਦੀ ਆਵਾਜ਼ ਬਣਦੇ ਹਾਂ। ਨੌਕਰੀ ਦੇ ਦੌਰਾਨ ਵੀ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ ਕਿ ਅਸੀਂ ਮਜ਼ਦੂਰਾਂ ਤੇ ਕਿਸਾਨਾਂ ਦੀ ਆਵਾਜ਼ ਬਣੀਏ। ਕਾਨੂੰਨ ਜਿਹੜੇ ਤਿੰਨੇ ਪਾਸ ਹੋਏ ਨੇ, ਅਮੈਂਡਮੈਂਟ ਹੋਈ ਆ, ਕਾਨੂੰਨ ਦੀ ਪਰਿਭਾਸ਼ਾ, ਕਾਨੂੰਨ ਦਾ ਸਿਰਲੇਖ ਇਉਂ ਦਿੱਤਾ ਜਿਵੇਂ ਇਹ ਕਿਸਾਨਾਂ ਦੇ ਫਾਇਦੇ ਲਈ, ਕਿਸਾਨਾਂ ਦੇ ਭਲੇ ਲਈ ਹੋਵੇ। ਜਿਹੜੀ ਚੀਜ਼ ਕਿਸਾਨ ਮੰਗਦਾ ਹੀ ਨਹੀਂ ਹੈ, ਜੇ ਅਸੀਂ ਡਾਕਟਰ ਕਹਿੰਦਾ ਮਰੀਜ਼ ਤੋਂ ਬਿਨਾਂ ਪੁੱਛੇ ਉਹਨੂੰ ਦਵਾਈ ਦੇ ਜਾਂਦੇ, ਉਹ ਕਹਿੰਦਾ ਮੈਂ ਦਵਾਈ ਨਹੀਂ ਲੈਣੀ ਹੈ। ਜੇ ਉਹਨੂੰ ਦਵਾਈ ਦੇਣੀ ਹੈ ਉਹਦੀ ਸਲਾਹ ਨਾ ਦਿਓ। ਕਿਸਾਨਾਂ ਦੇ ਕਿਸੇ ਜਥੇਬੰਦੀਆਂ ਦੇ ਨਾਲ, ਕਿਸਾਨਾਂ ਨਾਲ, ਯੂਨੀਵਰਸਿਟੀਆਂ ਨਾਲ, ਰਾਜਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨਾਲ ਕੋਈ ਸਲਾਹ ਮਸ਼ਵਰਾ ਕਰੇ ਤੋਂ ਬਿਨਾਂ ਅਸੀਂ ਇੱਕ ਆਰਡੀਨੈਂਸ, ਉਹ ਵੀ ਮਹਾਮਾਰੀ ਦੇ ਦੌਰਾਨ ਲਿਆ ਕੇ ਆਰਡੀਨੈਂਸ ਲਾ ਦਿੱਤੇ ਤੇ ਉਹ ਕਾਨੂੰਨ ਬਣ ਗਏ। ਹੁਣ ਇਹ ਕਾਨੂੰਨ ਬਣ ਗਏ, ਇਹ ਨੋਟੀਫਾਈ ਵੀ ਹੋ ਜਾਏਗਾ ਕਿਉਂਕਿ ਪੂਰੀ ਪ੍ਰਕਿਰਿਆ ਪੂਰੀ ਹੋ ਗਈ। ਤਾਂ ਇਹ ਬੜੀ ਮੁਸ਼ਕਿਲ ਦੀ ਘੜੀ ਆ ਗਈ ਆ ਸਾਰਿਆਂ ਲਈ। ਤਾਂ ਮੈਂ ਸੋਚਦਾ 2008 ਦੇ ਵਿੱਚ ਮੈਂ ਇੱਕ ਲੇਖ ਲਿਖਿਆ ਸੀ ਪੰਜਾਬ ਨਿਗਾਰ ਦੀਆਂ ਬਰੂਹਾਂ ਤੇ। ਮੈਂ ਉਸ ਵਕਤ ਡਿਪਟੀ ਕਮਿਸ਼ਨਰ ਨਹੀਂ ਸੀ, ਮੈਂ ਸਪੈਸ਼ਲ ਸੈਕਟਰੀ ਸੀ। ਮੈਨੂੰ ਇਹ ਲੱਗਿਆ ਕਿ ਮੈਂ ਖਾਸਾ ਹੀ ਲਿਖਤਾ ਪੰਜਾਬ ਦੇ ਹਾਲਾਤ ਦੇ ਬਾਰੇ। ਤੇ ਬਾਅਦ ਚ ਮੈਂ ਰਿਅਲਾਈਜ਼ ਕੀਤਾ 2-3 ਸਾਲ ਬਾਅਦ ਕਿ ਸਹੀ ਲਿਖਿਆ ਸੀ, ਕਿਉਂਕਿ ਇਹਦੇ ਵਿੱਚੋਂ ਇੱਕ ਸ਼ਬਦ ਉਸ ਵਕਤ ਦੇ ਵਿੱਤ ਮੰਤਰੀ ਨੇ ਚੁੱਕ ਕੇ ਆਪਦੇ ਭਾਸ਼ਣ ਚ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਵਰਤਿਆ, ਨਿਗਾਰ। ਇਹ ਨਿਗਾਰ ਬੜੇ ਸਾਲਾਂ ਤੋਂ ਆ ਰਿਹਾ। ਜੇ ਕਾਨੂੰਨ ਨਾ ਵੀ ਹੁਣ ਅਮੈਂਡ ਹੁੰਦੇ ਤਾਂ ਵੀ ਖੇਤੀਬਾੜੀ ਦਾ ਧੰਦਾ ਪੰਜਾਬ ਦੇ ਲਈ, ਕਿਸਾਨਾਂ ਦੇ ਲਈ ਕੋਈ ਜਿਉਣ ਜੋਗਾ ਨਹੀਂ ਹੈਗਾ। ਇਹਨਾਂ ਕਾਨੂੰਨਾਂ ਨੇ ਕਿਸਾਨ ਦੀ ਹਾਲਤ ਤਰਸਯੋਗ ਕਰ ਦਿੱਤੀ। ਮੈਂ ਕਹਿਣਾ ਕਿ ਇੱਕ ਹੁੰਦੀ ਹੈ ਟੌਰ, ਇੱਕ ਹੁੰਦਾ ਜਿਉਣਾ। ਪੰਜਾਬ ਦੀ ਟੌਰ ਤਾਂ ਖਤਮ ਹੋ ਗਈ ਸੀ ਜਦ ਇਹਨੂੰ ਪੋਲੀਓ ਹੋ ਗਿਆ, 47 ਚ ਵੰਡਿਆ ਗਿਆ। ਆਹ ਬਾਰਡਰ ਬਣ ਗਿਆ, ਬਾਰਡਰ ਵੀ ਉਸ ਦੇਸ਼ ਨਾਲ ਬਣ ਗਏ ਜਿਹਦੇ ਨਾਲ ਲੜਾਈਆਂ ਨੇ।
ਨਹੀਂ ਸਾਡੀ ਸਬਜ਼ੀ, ਸਾਡਾ ਅਨਾਜ ਉਜ਼ਬੇਕਿਸਤਾਨ ਜਾਵੇ, ਬਾਈ ਰੋਡ ਜਾਂਦਾ, ਈਰਾਨ ਜਾਂਦਾ, ਇਰਾਕ ਜਾਂਦਾ। ਸਾਡਾ ਬਾਰਡਰ ਇੱਕ ਐਨਮੀ ਬਾਰਡਰ ਬਣ ਗਿਆ। ਸਾਨੂੰ ਕਿਸੇ ਪਾਸੇ ਜੇ ਜਾਣਾ ਪਹਿਲਾਂ ਕਾਂਡਲੇ ਜਾਣਾ ਪਊ। ਹੁਣ ਕਾਂਡਲੇ ਵਾਲੇ ਜਿਹੜੇ ਬੰਦਰਗਾਹਾਂ ਦੇ ਮਾਲਕ ਨੇ, ਉਹਨਾਂ ਦੇ ਹਿੱਤ 'ਚ ਹੋ ਗਿਆ ਕਿ ਬਾਰਡਰ ਕਦੀ ਵੀ ਸ਼ਾਂਤੀ ਵਾਲਾ ਨਾ ਬਣੇ। ਚਲੋ ਕਿਸਾਨ ਜਿਉਣ ਜੋਗਾ ਤਾਂ ਸੀਗਾ ਆਜ਼ਾਦੀ ਤੋਂ ਬਾਅਦ, ਫਿਰ ਸਾਨੂੰ ਕੀ ਲੋੜ ਸੀ ਚੌਲ, ਨਾ ਅਸੀਂ ਚੌਲ ਖਾਈਏ, ਨਾ ਸਾਡੇ ਪਸ਼ੂ ਚੌਲ ਖਾਣ। ਕਿਹਨੇ ਕਿਹਾ ਸੀ ਇੱਥੇ ਚੌਲ ਬੀਜਣ ਨੂੰ? ਸਾਡਾ ਪਾਣੀ ਵੀ ਖਰਾਬ ਕਰਤਾ, ਸਾਡਾ ਵਾਤਾਵਰਨ ਵੀ ਖਰਾਬ ਕਰਤਾ, ਕੀੜੇ ਮਕੌੜੇ, ਜੰਗਲੀ ਜੀਵ, ਹੋਰ ਸਾਰਾ ਕੁਝ ਖਰਾਬ ਕਰਤਾ। ਜਦੋਂ ਅਸੀਂ ਹੁਣ ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਜੀ ਇਹ ਤਾਂ ਜ਼ਰੂਰਤ ਨਹੀਂ ਸੀ ਹਰੀ ਕ੍ਰਾਂਤੀ ਦੀ, ਜਿਉਂਦਾ ਸੀ ਕਿਸਾਨ, ਅਸੀਂ ਤਾਂ ਜਿਉਂ ਰਹੇ ਸੀ ਉਦੋਂ ਵੀ। ਅੱਜ ਕੱਲ ਦੇ ਮੌਸਮ ਸਾਡੀ ਮੂੰਗਫਲੀ ਵੀ ਸੀ, ਮੱਕੀ ਵੀ ਸੀ, ਦਾਲਾਂ ਵੀ ਸੀ। ਆਹ ਜੱਟਾਂ ਦੇ ਘਰ ਭਰੇ ਪਏ ਹੁੰਦੇ ਕਪਾਹ ਦੇ ਨਾਲ, ਮੂੰਗਫਲੀ ਨਾਲ, ਆਪਦੀ ਮਰਜ਼ੀ ਨਾਲ ਵੇਚਦੇ ਸੀ। ਇਹ ਐਸੀ ਫਸਲ ਸਾਨੂੰ ਹਰੀ ਕ੍ਰਾਂਤੀ 'ਚ ਲਿਆ ਕੇ ਸਾਡਾ ਸਾਰਾ ਕੁਝ ਸਤਿਆਨਾਸ਼ ਕਰ ਦਿੱਤਾ। ਤੇ ਹਾਲਾਤ ਇਹ ਬਣ ਗਏ, ਜੇ ਕਾਨੂੰਨ ਕਹਿੰਦਾ, ਕਾਨੂੰਨ ਦੀ ਬੈਕਗਰਾਉਂਡ ਕੀ ਕਹੇ ਜੀ? ਕਿਸਾਨੀ ਚੋਂ ਕੱਢੋ, ਖੇਤ ਚੋਂ ਕੱਢੋ। ਲੋਕਾਂ ਨੂੰ ਖੇਤ ਚੋਂ ਕੱਢ ਕੇ ਲਿਜਾਣੇ ਕਿੱਥੇ ਨੇ? ਕੋਈ ਸੈਕਟਰ ਹੈ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੋਵੇ? ਕੀ ਅਸੀਂ ਸਕਿੱਲ ਦਿੱਤਾ ਬੱਚਿਆਂ ਨੂੰ? ਮੈਂ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਵੀ ਰਿਹਾ। ਐਵੇਂ ਗੱਲਾਂ ਜਿਹੜੀਆਂ ਹੈਗੀਆਂ, ਕੇਂਦਰ ਸਰਕਾਰ ਨੇ ਜੀ ਸਕਿੱਲ, ਕਿੱਥੇ ਸਕਿੱਲ ਹੈਗਾ? ਸਾਡੇ ਬੱਚਿਆਂ 'ਚ ਕੋਈ ਸਕਿੱਲ ਨਹੀਂ ਹੈਗਾ। ਖੇਤੀ ਨਾਲ ਜੁੜੇ ਬੱਚਿਆਂ 'ਚ, ਖੇਤੀ ਦੇ ਪਰਿਵਾਰਾਂ 'ਚੋਂ ਆਉਣ ਵਾਲੇ ਬੱਚਿਆਂ 'ਚ ਕੋਈ ਹੁਨਰ ਨਹੀਂ ਹੈ, ਕੋਈ ਉਹ ਕੰਮ ਕਰਨ ਦੇ ਸਮਰੱਥ ਨਹੀਂ, ਨਾ ਹੀ ਕੋਈ ਕੰਮ ਹੈ, ਨਾ ਹੀ ਕੋਈ ਨੌਕਰੀ ਹੈ। ਹੁਣ ਜਿਹੜੇ BA BTech ਪੜ੍ਹੇ ਲੋਕ 84 ਲੱਗ ਰਹੇ ਨੇ, ਉਹ ਵੀ ਕੰਟਰੈਕਟ ਦੇ ਉੱਤੇ, ਉਹ ਕਿੱਧਰ ਜਾਣਗੇ? ਇਹਨਾਂ ਨੂੰ ਕੱਢ ਕੇ ਲੈ ਜਾਓਗੇ ਕਿੱਥੇ? ਪਿਛਲੇ 30 ਸਾਲਾਂ ਤੋਂ ਧੜਾਧੜ ਮਾਈਗ੍ਰੇਸ਼ਨ ਹੋ ਰਹੀ ਹੈ। ਕਿਸੇ ਰਾਜਨੀਤਿਕ ਪਾਰਟੀ ਨੇ ਪ੍ਰਵਾਸ ਦੇ ਸੰਬੰਧੀ ਕੋਈ ਗੱਲ ਨਹੀਂ ਕਦੀ ਕੀਤੀ, ਕੋਈ ਮੈਨੀਫੈਸਟੋ 'ਚ ਗੱਲ ਨਹੀਂ ਕੀਤੀ। ਕਿਉਂ ਮੁੰਡੇ ਬਾਹਰ ਜਾ ਰਹੇ ਨੇ? ਕਿਉਂ ਜ਼ਮੀਨਾਂ ਵੇਚ ਕੇ ਜਾ ਰਹੇ ਨੇ? ਉਹ ਜਿਉਣ ਲਈ ਜਾ ਰਹੇ ਨੇ। ਉਹਨਾਂ ਨੂੰ ਇਉਂ ਲੱਗਦਾ ਕਿ ਆ ਜਿਹੜਾ ਪੰਜਾਬ ਹੈਗਾ, ਇਹ ਸਾਡੇ ਸੁਪਨੇ ਸਾਕਾਰ ਨਹੀਂ ਕਰ ਸਕਦਾ। ਇਹ ਪੰਜਾਬ ਦੇ ਵਿੱਚ ਖੇਤੀਬਾੜੀ ਦੀ ਇਹ ਹਾਲਤ ਹੋ ਗਈ। ਤੋ ਸਾਡੀ ਜਿਹੜੀ ਸਮੱਸਿਆ ਹੈਗੀ, ਖੇਤੀ 'ਚੋਂ ਜੇ ਬਾਹਰ ਕੱਢਣੇ ਹੈਗੇ ਨੇ, ਜੇ ਖੇਤੀ 'ਚੋਂ ਕਿਸਾਨ ਨੂੰ ਤੋੜ ਹੀ ਦਿੱਤਾ, ਇਹ ਖੇਤੀ ਜਿਹੜੀ ਹੈਗੀ ਹੈ ਸਾਡੇ ਪੰਜਾਬ ਲਈ, ਇਹ ਕੋਈ ਇਕੱਲਾ ਪੇਸ਼ਾ ਨਹੀਂ ਹੈ, ਇਹ ਇਕੱਲਾ ਕੰਮ ਨਹੀਂ ਹੈ, ਇਹ ਜ਼ਿੰਦਗੀ ਹੈ। ਖੇਤੀ ਨਾਲ ਅਸੀਂ ਜੁੜੇ ਹਾਂ, ਕੁਦਰਤ ਨਾਲ ਜੁੜੇ ਹਾਂ। ਗੁਰੂ ਨਾਨਕ ਨੇ ਵੀ ਤਾਂ ਖੇਤੀ ਕੀਤੀ ਸੀ, ਵਪਾਰ ਨਹੀਂ ਸੀ ਕਰ ਸਕਦੇ ਗੁਰੂ ਨਾਨਕ। ਖੱਤਰੀਆਂ ਦਾ ਮੁੰਡਾ ਸੀ ਤੇ ਵਪਾਰ ਵੀ ਕਰ ਸਕਦੇ ਸੀ। ਉਹਨਾਂ ਨੇ ਆਪਣੇ ਅਨੁਯਾਈਆਂ ਨੂੰ ਕੁਦਰਤ ਦੇ ਨਾਲ ਜੋੜਨ ਵਾਸਤੇ ਕਰਤਾਰਪੁਰ ਸਾਹਿਬ ਖੇਤੀ ਕੀਤੀ। ਅਸੀਂ ਵੀ ਖੇਤੀ ਕਰਦੇ ਹਾਂ। ਆਈਡੀਆ ਹੈ ਕਿ ਖੇਤੀ ਨੂੰ ਲਾਹੇਵੰਦ ਬਣਾਇਆ ਜਾਵੇ। ਕਾਰਪੋਰੇਟਾਂ ਨੂੰ ਦੇ ਕੇ ਜ਼ਮੀਨਾਂ, ਕੰਟਰੈਕਟ ਤੇ ਦੇ ਕੇ ਜ਼ਮੀਨਾਂ, ਜ਼ਬਰਦਸਤੀ ਅਸੀਂ ਉੱਥੇ ਮਜ਼ਦੂਰ ਬਣੀਏ, ਇਹ ਬਿਲਕੁਲ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਹੈ। ਤੋ ਕਾਨੂੰਨ ਦੀ ਜਿਹੜੀ ਕਾਨੂੰਨ ਅਮੈਂਡ ਕੀਤੇ ਨੇ, ਕਾਨੂੰਨਾਂ ਦੀ ਜਿਹੜੀ ਅਮੈਂਡਮੈਂਟ, ਉਹਦੇ ਬਾਰੇ ਪਰਮਿੰਦਰ ਸਿੰਘ ਹੋਰਾਂ ਵਕੀਲ ਹੋਰਾਂ ਨੇ ਬਹੁਤ ਵਧੀਆ ਦੱਸਿਆ। ਅਮਰਜੀਤ ਮਾਨ ਸਾਹਿਬ ਨੇ ਕੋਆਪਰੇਟਿਵ ਦੀ ਵੀ ਗੱਲ ਕੀਤੀ ਹੈ। ਡਾਕਟਰ ਸਾਹਿਬ ਦੀ ਗੱਲਾਂ ਬਹੁਤ ਸੋਹਣੀਆਂ ਨੇ। ਇਹ ਕੋਆਪਰੇਟਿਵ ਜੇ ਠੀਕ ਰਹਿੰਦੀ, ਪਿੰਡਾਂ ਦੇ ਵਿੱਚ ਕੋਆਪਰੇਟਿਵ ਕਲਚਰ ਰਹਿੰਦਾ, ਫਿਰ ਸਾਡੀ ਖੇਤੀ ਦੀ ਇਹ ਹਾਲਤ ਨਹੀਂ ਸੀ ਹੋਣੀ। ਅਸੀਂ ਫੇਲ ਕਰਤਾ ਕੋਆਪਰੇਟਿਵ। ਉਹ ਸਰਕਾਰੀ ਬਣ ਗਿਆ, ਕੋਆਪਰੇਟਿਵ ਮਹਿਕਮਾ ਸਰਕਾਰੀ ਬਣ ਗਿਆ। ਕਿਸੇ ਕਿਸਾਨ ਨੂੰ ਨਹੀਂ ਪਤਾ ਕਿ ਮੈਂ ਕਿੱਥੇ ਸ਼ੇਅਰ ਹੋਲਡਰ ਹਾਂ, ਕਿਹੜੀ ਸੁਸਾਇਟੀ 'ਚ, ਕਿਹੜੇ ਸ਼ੂਗਰ ਮਿਲ 'ਚ, ਕਿਹੜੀ ਕੋਆਪਰੇਟਿਵ ਮਿਲ 'ਚ ਮੈਂ ਸ਼ੇਅਰ ਹੋਲਡਰ ਹਾਂ, ਕੋਈ ਨਹੀਂ ਦੱਸਦਾ ਉਹਨੂੰ। ਸਾਰਾ ਇਹ ਸਰਕਾਰੀ ਮਹਿਕਮਾ ਬਣ ਗਿਆ, ਇਹ ਫੇਲ ਹੋ ਗਿਆ ਕੋਆਪਰੇਟਿਵ। ਹੁਣ ਅਸੀਂ ਦੁਬਾਰਾ ਇਸ ਨੂੰ ਜਿਹੜਾ ਹੈਗਾ ਆਪਣਾ, ਇਸ ਕਿਸਮ ਦਾ ਕਲਚਰ ਦੁਬਾਰਾ ਪੈਦਾ ਕਰਨਾ, ਉਹ ਸਾਡੀ ਜ਼ਿੰਮੇਵਾਰੀ ਹੈ। ਮੈਂ ਕਹਿੰਦਾ ਹਰ ਪਿੰਡ ਪੱਧਰ ਦੇ ਉੱਤੇ ਦੇਖੋ, ਗੁਰਦੁਆਰਾ ਸਾਹਿਬ ਨੇ, ਸਾਡੇ ਕੋਲ ਐਡਰੈਸ ਸਿਸਟਮ ਹੈ। 12,000 ਪਿੰਡਾਂ 'ਚ 18,000 ਗੁਰਦੁਆਰਾ ਸਾਹਿਬ ਨੇ। ਇਹੋ ਜਿਹਾ ਪਬਲਿਕ ਐਡਰੈਸ ਸਿਸਟਮ ਕਿਤੇ ਨਹੀਂ। ਮਹੀਨੇ ਬਾਅਦ ਲੋਕ ਇਕੱਠੇ ਹੁੰਦੇ ਨੇ, ਅੱਗੋਂ ਪਿੱਛੋਂ ਵੀ ਲਾਊਡ ਸਪੀਕਰ ਨਾਲ ਇਕੱਠੇ ਹੋ ਜਾਂਦੇ ਨੇ। ਉੱਥੋਂ ਇਹ ਜਿਹੜੀ ਹੈਗੀ ਆ ਜਾਗਰੂਕਤਾ ਉੱਥੇ ਪੈਦਾ ਹੋਣੀ। ਉੱਥੇ ਮਾਈਕ ਦੇ ਉੱਤੇ ਕਹੇ ਸ਼ਬਦ DC ਦੇ ਕਹੇ ਸ਼ਬਦਾਂ ਨਾਲੋਂ, ਮੰਤਰੀ ਦੇ ਕਹੇ ਸ਼ਬਦਾਂ ਨਾਲੋਂ ਲੱਖ ਅਸਰ ਕਰਨਗੇ। ਇਨ ਦੀ ਲਾਈਟ ਆਫ ਗੁਰਬਾਣੀ, ਗੁਰੂ ਨਾਨਕ ਸਾਹਿਬ ਨੇ ਕੀ ਕਿਹਾ, ਗੁਰੂ ਸਾਹਿਬਾਨ ਨੇ ਕੀ ਕਿਹਾ ਜ਼ਿੰਦਗੀ ਬਾਰੇ,
ਖੇਤੀ ਬਾਰੇ ਦੇਖੋ ਸਾਡੀ ਅਧੋਗਤੀ ਹੋ ਗਈ ਸਮਾਜਿਕ ਤੌਰ ਤੇ ਵੀ। ਇਹ ਨਿਗਾਰ ਇਕੱਲੀ ਖੇਤੀ 'ਚ ਨਹੀਂ ਹੈ, ਇਹ ਨਿਗਾਰ ਸਮਾਜਿਕ ਅਵਸਥਾ 'ਚ ਵੀ ਹੈ। ਕੋਈ ਗੁਰੂ ਨਾਨਕ ਵਰਗਾ ਚਿਹਰਾ ਨਹੀਂ ਮਿਲਦਾ ਪਿੰਡਾਂ 'ਚ। ਅੱਗੇ ਬਜ਼ੁਰਗ ਹੁੰਦੇ, ਚਿੱਟੀ ਦਾੜੀ, ਚਿੱਟਾ ਕੁੜਤਾ ਪਜਾਮਾ ਤੇ ਪਰਨਾ ਰੱਖਿਆ। ਸਾਡੇ ਬੱਚੇ ਅਗਵਾਈ ਲੈਂਦੇ ਸੀ, ਸਾਡੀਆਂ ਕੁੜੀਆਂ ਸਿਰ ਢੱਕ ਲੈਂਦੀਆਂ ਸੀ, ਦੂਰ ਦੀ ਲੰਘਦੀ ਸੀ ਬਾਬਾ ਜੀ ਆਉਂਦੇ ਨੇ। ਆ ਰਾਜਨੀਤਿਕ ਪਾਰਟੀਆਂ ਨੇ ਐਸੇ ਗਰੁੱਪ ਬਣਾ ਦਿੱਤੇ, ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਮਾਨ ਸਾਹਿਬ, ਡਾਕਟਰ ਸਾਹਿਬ, ਇਸ ਕੋਆਪਰੇਟਿਵ ਕਲਚਰ ਦੇ ਵਿੱਚ ਜਿਹੜੇ ਗਰੁੱਪ ਨੇ, ਚਿੱਟੇ, ਨੀਲੇ, ਲਾਲ, ਪੀਲੇ, ਕੇਸਰੀ, ਪਤਾ ਨਹੀਂ ਕਿੰਨੇ ਹੀ ਨੇ, ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਇਹ ਸਾਰਾ ਜਿਹੜਾ ਕਿਉਂਕਿ ਸੂਟ ਕਰਦਾ ਹੈਗਾ, ਰਾਜਨੀਤਿਕ ਪਾਰਟੀਆਂ ਨੂੰ ਸੂਟ ਕਰਦਾ। ਫਿਰ ਮਾਨ ਸਾਹਿਬ ਨੇ ਕਿਹਾ ਜੀ ਆਪਾਂ ਉਹ ਇਲੈਕਸ਼ਨ ਲੜ ਲਓ, ਇਹਨੂੰ ਇਲੈਕਟੋਰਲ ਪੋਲਿਟਿਕਸ ਵਾਲੇ ਪਾਸੇ ਨਾ ਲੈ ਕੇ ਜਾਓ, ਇਹ ਪ੍ਰੈਸ਼ਰ ਗਰੁੱਪ ਹੈ। ਯੂਨੀਅਨ ਹੈਗੀਆਂ ਸਾਡੀਆਂ, ਸਾਡੇ ਉਹ ਹੈਗੇ ਨੇ ਕਮਿਟਡ ਆਦਮੀ ਨੇ ਜਿਹੜੇ ਕਿਸਾਨਾਂ ਦੇ। ਜੇ ਇਲੈਕਟੋਰਲ ਪੋਲਿਟਿਕਸ ਵਾਲੇ ਪਾਸੇ ਲੈ ਕੇ ਜਾਓਗੇ, ਇਹਨਾਂ ਦਾ ਹੱਲ ਵੀ ਉਹੀ ਹੋਊਗਾ ਜਿਹੜੇ ਉੱਥੇ ਬੈਠੇ ਨੇ। ਪੰਜਾਬ ਸਰਕਾਰ ਵੀ ਕਿਸਾਨਾਂ ਦੀ ਇਹਨਾਂ ਕਾਨੂੰਨਾਂ ਦੇ ਵਿਰੁੱਧ ਆਵਾਜ਼ ਕੀਤੀ ਹੈ। ਕਿਸੇ ਨਾ ਕਿਸੇ ਨੂੰ ਅਗਵਾਈ ਦੇਣ ਲਈ ਅੱਗੇ ਲਿਆਉਣਾ ਪਊਗਾ। ਚਾਹੀਦਾ ਇਹ ਹੈ ਹੁਣ ਕਿੰਨੇ ਦਿਨ ਰੇਲਾਂ ਰੋਕਾਂਗੇ, ਕਿੰਨੇ ਦਿਨ ਸੜਕਾਂ ਰੋਕਾਂਗੇ, ਕਿੰਨੇ ਦਿਨ ਐਂਬੂਲੈਂਸਾਂ ਨੂੰ ਵੀ ਰੋਕਾਂਗੇ ਲੰਘਣ ਤੋਂ। ਸਾਨੂੰ ਕਿਸੇ ਨਾ ਕਿਸੇ ਨੂੰ, ਸਾਰੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ, ਇਹਨਾਂ ਕਿਸੇ ਇੱਕ, ਚਾਹੇ ਉਹ ਪੰਜਾਬ ਸਰਕਾਰ ਹੋਵੇ ਜਿਹੜੀ ਖੁਦ ਭਾਰਤ ਸਰਕਾਰ ਦੇ ਕਾਨੂੰਨਾਂ ਦੇ ਵਿਰੁੱਧ ਲੜ ਰਹੀ ਹੈ, ਅੱਗੇ ਲਿਆਉਣਾ ਪਏਗਾ ਇਹਨੂੰ ਕਿਸੇ ਨਾ ਕਿਸੇ ਡਾਇਲੋਗ ਦੇ ਰੂਪ ਦੇ ਵਿੱਚ। ਤੋਂ ਇਹ ਜਿਹੜੇ ਕਾਨੂੰਨ ਹੈਗੇ ਨੇ, ਇਹ ਅਦਰਵਾਈਜ਼ ਇਹ ਸਾਡੀ ਖੇਤੀ ਨੂੰ ਖਾ ਜਾਣਗੇ। ਕਾਰਪੋਰੇਟਸ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹੀਦਾ ਸਾਡੇ ਸਤਿਕਾਰਯੋਗ ਹਰਕੇਸ਼ ਸਿੰਘ ਸਿੱਧੂ ਉਹਨਾਂ ਦਾ, ਜਿਨ੍ਹਾਂ ਨੇ ਇੱਕ ਪਹਿਲ ਕਦਮੀ ਕਰਦੇ ਹੋਇਆ ਇੱਕ ਬੜਾ ਨੇਕ ਕੰਮ ਕੀਤਾ ਤੇ ਸਾਨੂੰ ਸਾਰਿਆਂ ਨੂੰ, ਅਸੀਂ ਘਰੋਂ ਘਰੀ ਆਪਣੇ ਆਪਣੇ ਕੰਮਾਂ 'ਚ ਰਿਟਾਇਰੀ ਲਾਈਫ 'ਚ ਬੈਠੇ ਹਾਂ, ਆਪਣੇ ਕੰਮਾਂ ਕਾਰਾਂ 'ਚ ਬੈਠੇ ਹਾਂ। ਕਰੋਨਾ ਦਾ ਫੇਸ ਕਰੀ ਜਾ ਰਹੇ ਹਾਂ, ਪਰ ਕਰੋਨਾ ਨੂੰ ਫੇਸ ਕਰਦੇ ਕਰਦੇ ਦੇਖੋ ਕੀ ਭਾਣੇ ਵਰਤੇ। ਚਲੋ ਧੰਨਵਾਦ ਕੀਤਾ ਹੈ ਇਹਨਾਂ ਦਾ ਸ਼੍ਰੀਮਾਨ ਹਰਕੇਸ਼ ਸਿੰਘ ਸਿੱਧੂ ਉਹਨਾਂ ਦਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਪਲੇਟਫਾਰਮ ਦਿੱਤਾ ਹੈ। ਇਸ ਪਲੇਟਫਾਰਮ ਰਾਹੀਂ ਅਸੀਂ ਆਪਣੀ ਘੱਟੋ ਘੱਟ ਆਪਸ ਵਿੱਚ ਆਪਣੇ ਵਿਚਾਰ ਸ਼ੇਅਰ ਕਰਕੇ ਕਿਸੇ ਨਾ ਕਿਸੇ ਗਰੁੱਪ ਰਾਹੀਂ, ਜਿਵੇਂ ਪਹਿਲਾਂ ਸਾਨੂੰ ਸਾਡੇ ਸੀਨੀਅਰ ਦੱਸ ਰਹੇ ਸੀ ਵੀ ਇਸੇ ਤਰ੍ਹਾਂ ਦਾ ਇੱਕ ਪ੍ਰੈਸ਼ਰ ਗਰੁੱਪ ਬਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿੰਨੇ ਵੀ ਅਸੀਂ ਸਾਰੇ ਵੱਖ-ਵੱਖ ਪੋਸਟਾਂ 'ਤੇ ਰਹੇ, ਵੱਖ-ਵੱਖ ਤਜਰਬੇ ਹੈ, ਆਪਣੇ ਤਜਰਬਿਆਂ ਨੂੰ ਸ਼ੇਅਰ ਕਰਦੇ ਹੋਏ ਜਿਹੜਾ ਸਾਡਾ ਕਿਸਾਨ ਸੰਘਰਸ਼ ਇਸ ਵੇਲੇ ਚੱਲ ਰਿਹਾ ਹੈ, ਉਹਨੂੰ ਸੈਬੋਟੇਜ ਕਰਨ ਦੀਆਂ ਬੜੀਆਂ ਵੱਡੀਆਂ ਗਵਰਨਮੈਂਟ ਵੱਲੋਂ ਚਾਲਾਂ ਚੱਲੀਆਂ ਕੀਤੀਆਂ ਜਾ ਰਹੀਆਂ। ਜਿਵੇਂ ਆਪਣੇ ਵੜਾਈ ਸਾਹਿਬ ਨੇ ਵੀ ਕਿਹਾ, ਤਾਂ ਉਹ ਇਹ ਕਿਸਾਨ ਜਥੇਬੰਦੀਆਂ ਦਾ ਸੰਘਰਸ਼, ਵੈਸੇ ਤਾਂ ਮੇਰਾ ਤਜਰਬਾ ਤਾਂ ਇਹ ਕਹਿੰਦਾ ਜਿੰਨਾ ਲੰਬਾ ਸੰਘਰਸ਼ ਹੋਵੇ ਉਹ ਸੈਬੋਟੇਜ ਕਰਨ ਨੂੰ ਬਹੁਤਾ ਟਾਈਮ ਨਹੀਂ ਲੱਗਦਾ, ਕਿਉਂਕਿ ਉਹਦੇ ਬੰਦੇ ਆਪਸ ਹੀ ਟੁੱਟਦੇ ਰਹਿੰਦੇ ਆ। ਤੋਂ ਇਹ ਕਿਸਾਨ ਇੱਕ ਜਜ਼ਬੇ ਨਾਲ ਲੱਗੇ ਹੈ ਤੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ, ਕਿਉਂਕਿ ਜੇ ਕਿਸਾਨ ਖੁਸ਼ ਹੈ, ਕਿਸਾਨ ਖੁਸ਼ਹਾਲ ਹੈ, ਤਾਂ ਸਾਡਾ ਕਾਰੋਬਾਰ ਖੁਸ਼ਹਾਲ ਉਸੇ 'ਤੇ ਡਿਪੈਂਡ ਕਰਦਾ ਹੈ। ਸਾਰਾ ਅਸੀਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ ਕਿ ਸਾਡਾ 80% ਆਬਾਦੀ ਪਿੰਡਾਂ 'ਚ ਹੈ, ਤੇ ਪਿੰਡਾਂ ਦਾ ਜਿਹੜਾ ਸਾਡਾ ਕਾਰੋਬਾਰ ਹੈ ਉਹ ਖੇਤੀਬਾੜੀ ਹੈ। ਪੰਜਾਬ ਸਾਡਾ ਖੇਤੀ ਪ੍ਰਧਾਨ ਸੂਬਾ ਹੈ ਤੇ ਪੰਜਾਬ ਹੀ ਅੰਨ ਭੰਡਾਰ ਰਿਹਾ ਸਾਰੀ ਆਪਣੇ ਹਿੰਦੁਸਤਾਨ ਦਾ। ਤੇ ਇਹਨੂੰ ਕਿਉਂ ਇਸ ਤਰ੍ਹਾਂ ਦੇ ਕਾਨੂੰਨ ਬਣਾ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੇ ਕੋਲ ਪਿੱਛੇ WhatsApp ਆਈ ਸੀ 2-3 ਦਿਨ ਪਹਿਲਾਂ ਹੀ, ਮੈਂ ਗਰੁੱਪ 'ਚ ਭੇਜਣ ਦੀ ਕੋਸ਼ਿਸ਼ ਕਰਾਂਗਾ। ਉਹਦੇ ਵਿੱਚ ਬੜਾ ਕਲੀਅਰ ਕੱਟ ਲਿਖਿਆ, ਉਹਨੇ ਬੋਲਿਆ, ਉਹ ਬੰਦਾ ਦੱਸ ਰਿਹਾ ਕਿ ਮੈਂ ਚੰਦਰ ਸ਼ੇਖਰ ਜੀ ਨੂੰ ਪੁੱਛਿਆ, ਉਸ ਟਾਈਮ ਦੇ ਪ੍ਰਧਾਨ ਮੰਤਰੀ ਜੀ ਨੂੰ, ਕਿ ਪ੍ਰਧਾਨ ਮੰਤਰੀ ਸਾਹਿਬ ਮੈਨੂੰ ਇਹ ਦੱਸੋ ਕਿ ਸਰਕਾਰ ਹੈ, ਸਰਕਾਰ ਇਹਨਾਂ ਕਿਸਾਨਾਂ ਦੇ ਹੱਕ ਵਿੱਚ ਕਿਉਂ ਨਹੀਂ ਐਸਾ ਕਾਨੂੰਨ ਆਉਂਦੀ ਤਾਂ ਜੋ ਕਿਸਾਨ ਵੀ ਖੁਸ਼ਹਾਲ ਹੋ ਸਕੇ। ਉਹ ਚੰਦਰ ਸ਼ੇਖਰ ਦਾ ਉਹਨੇ ਜੋ ਦੱਸਿਆ, ਚੰਦਰ ਸ਼ੇਖਰ ਨੇ ਜਵਾਬ ਦਿੱਤਾ ਵੀ ਇਹ ਪੋਸੀਬਲ ਹੀ ਨਹੀਂ ਹੋਣਾ, ਕਿਉਂਕਿ ਕੋਈ ਵੀ ਪਾਰਟੀ ਨਹੀਂ ਚਾਹੁੰਦੀ, ਮੈਂ ਵੀ ਜਾਂ ਮੇਰੇ ਤੋਂ ਪਹਿਲਾਂ ਵੀ ਜਿੰਨੇ ਪ੍ਰਧਾਨ ਮੰਤਰੀ, ਮੇਰੇ ਤੋਂ ਅਗਲੇ ਜਿੰਨੇ ਆਉਣਗੇ, ਖਾਸ ਕਰਕੇ ਪੋਲੀਟੀਕਲ ਪਾਰਟੀ ਨਹੀਂ ਚਾਹੁੰਦੀਆਂ ਕਿ ਕਿਸਾਨ ਖੁਸ਼ਹਾਲ। ਕਿਸਾਨ ਹੁਣ ਆਪਣੇ ਮਗਰ ਲਾ ਕੇ ਤੁਰਨਾ ਚਾਹੁੰਦੇ ਆ, ਉਹ ਉਹਨਾਂ ਦਾ ਵੋਟ ਬੈਂਕ ਹੈ। ਕਿਸਾਨਾਂ ਨੂੰ ਉਹ ਆਪਣੇ ਲਾਲਚ ਨਾਲ ਵੋਟਾਂ ਖਰੀਦ ਕੇ ਕਰਦੇ ਨੇ। ਜੇਕਰ ਕਿਸਾਨ ਖੁਸ਼ਹਾਲ ਹੋ ਗਿਆ, ਉਹ ਤਾਂ ਉਹਨਾਂ ਦੇ ਬਰਾਬਰ ਆ ਕੇ ਬੈਠ ਜਾਏਗਾ। ਕਿਸਾਨ ਕੋਲ ਪੈਸੇ ਆ ਗਏ, ਕਿਸਾਨ ਨੇ ਕਿਸੇ ਦੀ ਗੱਲ ਨਹੀਂ ਸੁਣਨੀ। ਸੋ ਇਹ ਚੰਦਰ ਸ਼ੇਖਰ ਦੀ ਵਰਡਿੰਗ ਹੈ ਕਿ ਉਸ ਬੰਦੇ ਨਹੀਂ ਜੋ ਮੈਨੂੰ ਸੁਣਨ ਨੂੰ ਮਿਲੀ ਕਿ ਚੰਦਰ ਸ਼ੇਖਰ ਕਹਿੰਦਾ ਵੀ ਇਹ ਬਾਕੀ ਪ੍ਰਧਾਨ ਮੰਤਰੀ ਨਹੀਂ ਬੋਲੇ, ਪਤਾ ਸਭ ਨੂੰ ਹੈ, ਪਰ ਮੈਂ ਆਪ ਜ਼ਿਮੀਦਾਰ ਹਾਂ, ਪਰ ਮੈਂ ਬੋਲ ਰਿਹਾ, ਤੁਹਾਨੂੰ ਬੋਲ ਕੇ ਦੱਸ ਰਿਹਾ ਵੀ ਇਹ ਹੋਣਾ ਨਹੀਂ ਹੈ।
ਕਿਸਾਨ ਨੂੰ ਖੁਸ਼ਹਾਲ ਨਹੀਂ ਰੱਖਣਾ ਚਾਹੁੰਦੀ ਹੈ ਕੋਈ ਪੋਲੀਟੀਕਲ ਪਾਰਟੀਆਂ, ਆਪਣੇ ਮਗਰ ਲਾ ਕੇ ਰੱਖਣਾ ਚਾਹੁੰਦੀਆਂ। ਤਾਂ ਉਸੇ ਦੀ ਲੜੀ ਵਿੱਚ ਹੈ ਕਿ ਜਿਹੜੇ ਸਾਰੇ ਉੱਪਰ ਸਾਰੇ ਸੀਨੀਅਰ ਡਿਸਕਸ ਕਰ ਰਹੇ ਹੈ ਕਿ ਜ਼ਿਮੀਂਦਾਰਾਂ ਨੂੰ ਇਹੋ ਜਿਹੇ ਕਾਨੂੰਨ ਬਣਾ ਕੇ ਉਹਨਾਂ ਨੂੰ ਖੁਸ਼ਹਾਲੀ ਵਧਣ ਤੋਂ ਰੋਕਣਾ, ਸੈਲਫ ਡਿਪੈਂਡੈਂਟ ਬਣਨ ਤੋਂ ਰੋਕਣਾ ਇੱਕ ਬੜੀ ਵੱਡੀ ਕੋਝੀ ਚਾਲ ਹੈ ਸਾਡੇ ਪੋਲੀਟੀਕਲ ਲੀਡਰਾਂ ਦੀ। ਇਹਦੇ 'ਚ ਕਿਉਂਕਿ ਪੋਲੀਟੀਕਲ ਲੀਡਰਾਂ ਦੀ ਸਰਕਾਰ ਹੈ, ਸਰਕਾਰ ਜੋ ਮਰਜ਼ੀ ਕਾਨੂੰਨ ਪਾਸ ਕਰੇ। ਜਿਵੇਂ ਪਰਮਿੰਦਰ ਵਿੱਚ ਉਹਨਾਂ ਨੇ ਬੜਾ ਅੱਛੇ ਲਫ਼ਜ਼ਾਂ ਦੇ ਵਿੱਚ ਸਾਨੂੰ ਕਾਨੂੰਨ ਬਾਰੇ ਸਮਝਾਇਆ ਹੈ। SDM ਦੀ ਐਡਜੂਡੀਕੇਸ਼ਨ ਦਿੱਤੀ ਗਈ ਹੈ, SDM ਨੂੰ ਕਿੰਨੀ ਪਾਵਰ ਯੂਜ਼ ਕਰਨ ਦੇਣਗੇ ਪੋਲੀਟੀਕਲ ਲੀਡਰ ਸਾਡੇ? ਅਸੀਂ ਆਪ SDM ਰਹੇ ਹਾਂ, ਵੱਖ-ਵੱਖ ਪੋਸਟਾਂ 'ਤੇ ਰਹੇ ਹਾਂ, ਹੁਣ ਵੀ SDM ਨੇ। ਉਹ ਲਗਵਾਉਂਦੀ SDM ਨੂੰ ਆਪਣੇ ਪੋਲੀਟੀਕਲ ਲੀਡਰ ਨੇ, ਮੇਰੇ ਏਰੀਏ ਤੈਨੂੰ ਮੈਂ SDM ਲੱਗਿਆ ਲਵਾਉਣ, ਸਾਡਾ ਧਿਆਨ ਰੱਖੀ, ਸਾਡੇ ਵਰਕਰਾਂ ਦਾ ਧਿਆਨ ਰੱਖੀ। ਸੋ ਕਿਵੇਂ ਉਹ ਕੰਮ ਕਰਨ ਦੇਣਗੇ? ਇਹ ਕਿਸੇ ਤਰ੍ਹਾਂ ਤਰੀਕੇ ਨਾਲ ਵੀ ਇਹ ਕਾਨੂੰਨ ਲੋਕਾਂ ਦੇ ਕਾਨੂੰਨ ਦੇ ਜਿਹੜੇ ਸਾਡੇ ਜ਼ਿਮੀਂਦਾਰ ਵੀਰ ਹੈ ਉਹਨਾਂ ਦੇ ਹੱਕ ਵਿੱਚ ਨਹੀਂ ਮੰਨਿਆ ਜਾ ਸਕਦਾ। ਇਸ ਲਈ ਉਹ ਸੜਕਾਂ 'ਤੇ ਨੇ। ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ, ਬਹੁਤ ਜ਼ਰੂਰੀ ਹੈ। ਮੇਰੇ ਕੋਲ ਪਿੱਛੇ ਜਿਹੇ ਇੱਕ WhatsApp ਆਇਆ ਸੀ ਜਿਹੜਾ ਮੈਂ ਭੇਜਿਆ ਸੀ, ਜਿਵੇਂ ਅਮਰਜੀਤ ਮਾਨ ਉਹਨਾਂ ਨੇ ਕਿਹਾ ਕਿ ਕੋਆਪਰੇਟਿਵ ਮੂਵਮੈਂਟ ਬਣਾਉਣੀ ਬੜੀ ਵੱਡੀ ਲੋੜ ਹੈ। ਸੋ ਉਹਦੇ ਵਿੱਚ ਵੀ ਇਹੀ ਸੁਝਾਅ ਦਿੱਤਾ ਗਿਆ ਸੀ ਕਿ ਜੇਕਰ ਜ਼ਿਮੀਂਦਾਰ 5-10 ਪਿੰਡਾਂ ਦੇ ਇਕੱਠੇ ਹੋ ਕੇ ਕੋਆਪਰੇਟਿਵ ਸੋਸਾਇਟੀ ਬਣਾ ਲੈਣ, ਆਪਣੇ ਸਟੋਰ ਬਣਾ ਕੇ ਆਪਣਾ ਸਮਾਨ ਉਸ ਸਟੋਰ ਦੇ ਵਿੱਚ, ਉਸ ਗੋਦਾਮ ਦੇ ਵਿੱਚ ਜੇ ਜਮ੍ਹਾਂ ਕਰਕੇ ਆਪਣੀ ਮਰਜ਼ੀ ਨਾਲ ਵੇਚਣ ਤਾਂ ਜਿਹੜਾ ਮੂੰਹ ਮੰਗਿਆ ਦਾਮ ਹੈ ਉਹਨਾਂ ਨੂੰ ਮਿਲ ਸਕਦਾ ਹੈ। ਤੇ ਅੱਜ ਦੀ ਡੇਟ ਦੇ ਵਿੱਚ ਜਿਵੇਂ ਹੁਣ ਸਾਡੇ ਸ਼੍ਰੀਮਾਨ GK ਸਿੰਘ ਜੀ ਦੱਸ ਰਹੇ ਸੀ ਕਿ ਅਸੀਂ ਚਾਵਲ ਬੀਜ ਕੇ ਪਾਣੀ ਨੂੰ ਕਿੱਥੇ ਥੱਲੇ ਡੂੰਘਾ ਲੈ ਗਏ ਹਾਂ, ਸਾਡਾ ਵਾਤਾਵਰਨ ਖਰਾਬ ਹੋ ਰਿਹਾ। ਪਾਣੀ ਤੋਂ ਜੀਰੀ ਦੀ ਫਿਰ ਜਿਹੜੀ ਸਾਡੀ ਪਰਾਲੀ ਹੈ ਉਹ ਸਾਨੂੰ ਅੱਗ ਲਾਉਂਦੇ ਸਾਡੇ ਜ਼ਿਮੀਂਦਾਰ ਵੀ, ਉਹਦੇ ਵੀ ਸਾਡੇ ਵਾਤਾਵਰਨ ਸਾਰਾ ਖਰਾਬ ਹੁੰਦਾ ਹੈ। ਮੈਂ ਤਾਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਹਾਂ ਕਿ ਜੇਕਰ ਜ਼ਿਮੀਂਦਾਰ ਵੀਰ ਹਾਲ ਦੀ ਘੜੀ ਚਾਵਲ ਬੀਜਣੇ ਬੰਦ ਕਰ ਦੇਣ, ਕਣਕ ਲਾਉਣ, ਕਣਕ ਦੇ ਨਾਲ ਉਹ ਆਪਣੀਆਂ ਦਾਲਾਂ ਲਾਉਣ, ਸਬਜ਼ੀਆਂ ਲਾਉਣ, ਤਿਲ ਲਾਉਣ, ਅਰਹਰ ਹੈ, ਮੱਕੀ ਹੈ, ਮੂੰਗਫਲੀ ਵਗੈਰਾ ਲਗਾਉਣ ਅਤੇ ਆਪਣੇ ਮੂੰਹ ਮੰਗੇ ਰੇਟ ਮੰਗਣ, ਸਾਨੂੰ ਚਾਵਲਾਂ ਦੀ ਲੋੜ ਵੀ ਨਹੀਂ ਹੈ। ਕਿਉਂਕਿ ਮੈਂ ਜੋ ਬਤੌਰ SDM ਪਟਿਆਲਾ ਸੀ, ਮੈਨੂੰ ਯਾਦ ਹੈ 2000 ਦੇ ਵਿੱਚ ਬੜਾ ਡਾਈਵਰਸੀਫਿਕੇਸ਼ਨ ਦਾ ਅਸੀਂ ਭਾਸ਼ਣ ਦਿੰਦੇ ਹੁੰਦੇ ਸੀ ਥਾਂ ਥਾਂ 'ਤੇ ਜਾ ਕੇ, ਕਿਉਂਕਿ ਗੌਰਮੈਂਟ ਵੀ ਚਾਹੁੰਦੀ ਸੀ ਵੀ ਜ਼ਿਮੀਂਦਾਰ ਇਸ ਡਾਈਵਰਸੀਫਿਕੇਸ਼ਨ ਦੇ ਅਧੀਨ ਆ ਕੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਲਾਉਣ, ਚਾਰੇ ਲਾਉਣ, ਤਾਂ ਜੋ ਸਾਡਾ ਪਾਣੀ ਵੀ ਬਚਾਅ ਹੋ ਸਕੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਸਬਜ਼ੀਆਂ ਆਉਣਗੀਆਂ, ਦਾਲਾਂ ਆਉਣਗੀਆਂ, ਉਹਨਾਂ ਦੀ ਮਾਰਕੀਟਿੰਗ ਪ੍ਰੋਪਰ ਹੋ ਸਕੇ। ਪਰ ਨਹੀਂ ਹੋ ਸਕਿਆ ਕਿਉਂਕਿ ਸਾਡੀ ਪ੍ਰੋਪਰ ਗਵਰਨਮੈਂਟ ਨੇ ਮਾਰਕੀਟਿੰਗ ਨਹੀਂ ਦਿੱਤੀ। ਨਾ ਮਾਰਕੀਟਿੰਗ ਦੇਣ ਕਰਕੇ ਨਾ ਉਹਦੇ ਰੇਟ ਫਿਕਸ ਹੋ ਸਕੇ। ਮੈਂ ਤਾਂ ਹੈਰਾਨ ਹਾਂ, ਜਦੋਂ ਆਲੂ ਦਾ ਮੌਸਮ ਆਉਂਦਾ ਹੈ, ਜ਼ਿਮੀਂਦਾਰ ਸਾਰਾ ਸਾਲ ਮਿਹਨਤ ਕਰਦਾ ਹੈ, ਆਲੂ ਬੀਜਦਾ ਹੈ, ਆਲੂ ਨੂੰ ਅਲਟੀਮੇਟਲੀ ਉਹਨੂੰ ਸੜਕਾਂ 'ਤੇ ਸੁੱਟਣਾ ਪੈਂਦਾ ਕਿਉਂਕਿ ਰੇਟ ਨਹੀਂ ਮਿਲਦਾ, 2 ਰੁਪਏ 4 ਰੁਪਏ ਕਿੱਲੋ। ਉਹੀ ਪੂਰਬੀਏ ਚੱਕ ਕੇ ਸਾਡੇ ਸਕੂਲ ਗਲੀਆਂ ਜਾ ਕੇ 10 ਰੁਪਏ ਕਿੱਲੋ ਵੇਚ ਦਿੰਦੇ ਨੇ। ਜਿਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਕਿ ਆਲੂ ਲੱਗਣਾ ਕਿਵੇਂ ਹੈ, ਉਹ ਆਲੂ ਵੇਚ ਕੇ ਕਮਾਈ ਕਰ ਦਿੰਦੇ। ਕਿਉਂ ਨਾ ਜ਼ਿਮੀਂਦਾਰ ਆਪਣੇ ਤੌਰ 'ਤੇ ਆਪ ਵੇਚਣ, ਉਹਨਾਂ ਦੇ ਆਪਣੇ ਸਟੋਰ ਹੋਣੇ ਚਾਹੀਦੇ ਆ। ਮੇਰੀ ਰਾਏ ਦੇ ਮੁਤਾਬਕ ਤਾਂ ਕੋਆਪਰੇਟਿਵ ਸੁਸਾਇਟੀ ਦਾ ਜਿਹੜਾ ਇੱਕ ਸਾਨੂੰ ਦਿਖ ਰਿਹਾ ਹੈ ਕਿ ਇਹਦੇ ਵਿੱਚ ਕੋਆਪਰੇਟਿਵ ਸੁਸਾਇਟੀ ਵਾਲੇ ਜੇਕਰ ਸੇਲ ਪਰਚੇਜ਼ ਕਰਨਗੇ ਉਹਦੇ 'ਚ ਜ਼ਿਮੀਂਦਾਰ ਨੂੰ ਬੜਾ ਵੱਡਾ ਫਾਇਦਾ ਹੋਏਗਾ। ਇਹ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਹੈ ਇਹਨੂੰ ਸੈਬੋਟੇਜ ਨਾ ਹੋਣ ਦਿੱਤਾ ਜਾਵੇ। ਸਾਰਿਆਂ ਨੇ ਰਲ ਕੇ ਜ਼ੋਰ ਲਾਉਣਾ ਹੈ। ਆਪਾਂ ਵੀ ਆਪਣੇ ਪ੍ਰੈਸ਼ਰ ਦੇ ਉੱਪਰ ਵੱਖ-ਵੱਖ ਜਥੇਬੰਦੀਆਂ ਨਾਲ ਜ਼ਰੂਰ ਸੰਪਰਕ ਰੱਖ ਕੇ ਉਹਨਾਂ ਨਾਲ ਇਹ ਰੱਖੀਏ, ਕਿਉਂਕਿ ਜਦੋਂ ਅਸੀਂ ਅਖਬਾਰ 'ਚ ਖਬਰ ਲਗਾਈ ਸੀ ਕਿ 14 ਗਰੁੱਪਾਂ ਦੇ ਸਾਡੇ IS ਦੇ 14 ਮੈਂਬਰੀ ਗਰੁੱਪ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਸਪੋਰਟ ਦਿੱਤੀ ਹੈ, ਤਾਂ ਉਹਦੇ ਵਿੱਚ ਉਹਨਾਂ ਨੇ ਬੜਾ ਧੰਨਵਾਦ ਕੀਤਾ ਸੀ ਕਿ ਸਾਡੇ ਨੂੰ ਥੋੜ੍ਹੇ ਸੀਨੀਅਰ ਅਤੇ ਤਜਰਬੇਕਾਰ ਅਫਸਰ ਸਾਡੇ ਨਾਲ ਰਲੇ ਹੈ। ਸੋ ਆਪਾਂ ਵੀ ਰਲ ਕੇ ਉਹਨਾਂ ਨਾਲ ਇਸ ਤਰ੍ਹਾਂ ਦੀ ਅਗਵਾਈ ਦਈਏ ਅਤੇ ਉਹਨਾਂ ਨੂੰ ਸਲਾਹ ਦਈਏ ਕਿ ਉਹ ਕਿਸ ਤਰ੍ਹਾਂ ਲੀਗਲੀ ਅਤੇ ਕਿਸ ਤਰ੍ਹਾਂ ਆਪਣੇ ਇਕੱਠੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਆਪਣੇ ਮਿਸ਼ਨ 'ਚ ਕਾਮਯਾਬ ਹੋ ਸਕਦੇ ਹਾਂ। ਜਿੱਥੋਂ ਤੱਕ ਸਰਕਾਰ ਵਾਰ-ਵਾਰ ਕਹਿ ਰਹੀ ਹੈ ਕਿ ਤੁਸੀਂ ਰੇਲ ਗੱਡੀਆਂ ਦਾ ਰਸਤਾ ਖੋਲ੍ਹ ਦਿਓ, ਸਾਡੀ ਬਿਜਲੀ ਦਾ ਘਾਟ ਪੈ ਰਹੀ ਹੈ, ਕੋਲੇ ਦੀ ਘਾਟ ਹੈ ਅਤੇ ਬਿਜਲੀ ਪੰਜਾਬ 'ਚ ਹਨੇਰਾ ਪੈ ਜਾਏਗਾ। ਅੱਜ ਦੀ ਅਖਬਾਰ ਖਬਰ ਲੱਗੀ ਹੈ ਕਿ ਜਿਵੇਂ ਪੰਜਾਬ ਸਰਕਾਰ ਨੇ ਤਾਂ ਅਡਾਨੀ ਅਤੇ ਅੰਬਾਨੀ ਨਾਲ ਬੜੇ ਵੱਡੀ ਲੈਵਲ ਦੇ ਸਮਝੌਤੇ ਕੀਤੇ ਹਨ, ਜਿਨ੍ਹਾਂ ਰਾਹੀਂ ਸਾਨੂੰ ਬਿਜਲੀ ਪ੍ਰਾਪਤ ਹੋ ਰਹੀ ਹੈ। ਇਹ 2038 ਤੱਕ ਆਈ ਜਾਣੀ ਹੈ। 550 ਮੈਗਾਵਾਟ ਬਿਜਲੀ ਅੰਬਾਨੀ ਗਰੁੱਪ ਤੋਂ, ਰਿਲਾਇੰਸ ਤੋਂ ਆ ਰਹੀ ਹੈ, 2038 ਤੱਕ ਆਉਣੀ ਹੈ। ਅਡਾਨੀ ਗਰੁੱਪ ਤੋਂ 50 ਮੈਗਾਵਾਟ ਬਿਜਲੀ ਆ ਰਹੀ ਹੈ, 2034 ਤੱਕ ਆਉਣੀ ਹੈ। ਟਾਟਾ ਗਰੁੱਪ ਤੋਂ 475 ਮੈਗਾਵਾਟ ਬਿਜਲੀ ਰੋਜ਼ ਆ ਰਹੀ ਹੈ, ਜਿਹੜੀ ਕਿ 2038 ਤੱਕ ਜਾਣੀ ਹੈ। ਸੋ ਇਹ ਗਵਰਨਮੈਂਟ ਇਸ ਸੰਘਰਸ਼ ਨੂੰ ਜੇਕਰ ਸੈਬੋਟੇਜ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਨੂੰ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਆਪਾਂ ਰਲ ਕੇ ਉਹਨਾਂ ਦੀ ਮਦਦ ਕਰੀਏ ਅਤੇ ਬਿਲਕੁਲ ਸਹੀ ਦਿਸ਼ਾ ਦੇ ਕੇ, ਯੋਗ ਅਗਵਾਈ ਦੇ ਕੇ, ਲੀਗਲੀ ਵੀ, ਐਡਮਿਨਿਸਟ੍ਰੇਟਿਵਲੀ ਵੀ, ਅਤੇ ਜਿਹੜੇ ਸੰਘਰਸ਼ ਦੇ ਰਸਤੇ 'ਤੇ ਉਹ ਚੱਲ ਰਹੇ ਹੈ ਅਤੇ ਉਹਦੇ ਵਿੱਚ ਹੋਰ ਕੀ ਪਲੱਸ ਮਾਈਨਸ ਆਪਾਂ ਕਰ ਸਕਦੇ ਹਾਂ,
ਇੱਕ ਆਪਾਂ ਵੀ ਆਪਣੇ ਸਾਰੇ ਆਫਿਸਰ ਰਲ ਕੇ ਪ੍ਰੈਸ਼ਰ ਗਰੁੱਪ ਦੇ ਥੱਲੇ ਇੱਕ ਗਰੁੱਪ ਬਣਾ ਕੇ ਕਿਸਾਨ ਸੰਘਰਸ਼ ਕਮੇਟੀਆਂ ਨਾਲ ਵੱਖ-ਵੱਖ ਉਹਨਾਂ ਨਾਲ ਅਸੀਂ ਤਾਲਮੇਲ ਰੱਖੀਏ ਤੇ ਉਹਨਾਂ ਦੇ ਅਗਲੇ ਸੰਘਰਸ਼ ਰੂਪ ਦੀ ਜੋ ਉਹਦੀ ਰੂਪਰੇਖਾ ਹੈ ਉਹਦੇ ਬਾਰੇ ਵੀ ਜਾਣਕਾਰੀ ਹਾਸਲ ਕਰੀਏ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰੀਏ ਤਾਂ ਜੋ ਉਹ ਆਪਣੇ ਸੰਘਰਸ਼ ਵਿੱਚ ਵੀ ਕਾਮਯਾਬ ਹੋਣ। ਕਿਉਂਕਿ ਕਾਨੂੰਨ ਤਾਂ ਬਣ ਚੁੱਕਾ ਹੈ, ਕਾਨੂੰਨ ਦਾ ਤਾਂ ਕਾਨੂੰਨ ਰਾਹੀਂ ਹੀ ਵਾਪਸ ਜੇਕਰ ਕਾਨੂੰਨ ਵਾਪਸ ਲਿਆ ਜਾ ਸਕਦਾ, ਕਾਨੂੰਨ ਰਾਹੀਂ ਨਵੇਂ ਕਾਨੂੰਨ ਰਾਹੀਂ ਉਹਨੂੰ ਹੋਰ ਰੂਪ ਕੀਤਾ ਜਾ ਸਕਦਾ ਹੈ ਜੇਕਰ ਸਰਕਾਰ ਚਾਹੇ ਤਾਂ। ਪਰ ਅੱਜ ਦੇ ਹਾਲਾਤ ਵਿੱਚ ਕੋਈ ਵੀ ਟਸਟੋਮਸ ਸਰਕਾਰ ਨਹੀਂ ਹੋਈ ਅੱਜ ਤੱਕ। ਉਲਟਾ ਇਹਨਾਂ ਤੇ ਪ੍ਰੈਸ਼ਰ ਜ਼ਰੂਰ ਪਈ ਜਾ ਰਹੇ ਹੈ। ਪੋਲੀਟੀਕਲ ਲੀਡਰ ਸਾਡੇ ਕੋਈ ਨਹੀਂ ਚਾਹੁੰਦੇ ਕਿ ਇਹ ਖਤਮ ਹੋਵੇ, ਉਹ ਕਹਿੰਦੇ ਚੱਲੀ ਜਾਣ ਨੂੰ, ਪਰ ਉਹਨਾਂ ਦੀ ਸਪੋਰਟ ਜੋ ਬਣਦੀ ਹੈ ਕੀਤੀ ਜਾਣੀ ਚਾਹੀਦੀ, ਜੋ ਨਹੀਂ ਕੀਤੀ ਜਾ ਰਹੀ। ਤੋ ਅਸੀਂ ਸਾਰੇ ਰਲ ਕੇ, ਚਾਹੇ ਆਪਾਂ IAS ਗਰੁੱਪ ਨੇ ਇੱਕ ਡਾਕਟਰ ਗਰੁੱਪ ਵੀ ਬਣਾਇਆ, ਡਾਕਟਰ ਗਰੁੱਪ ਦਾ ਅਖਬਾਰ 'ਚ ਬਿਆਨ ਆਇਆ ਸੀ, ਬਾਕੀ ਸਾਰੀਆਂ ਜਥੇਬੰਦੀਆਂ ਰਲ ਕੇ ਪਹਿਲਾ ਸੰਘਰਸ਼ ਇਹਨਾਂ ਦਾ ਸੰਘਰਸ਼ ਕਾਮਯਾਬ ਕਰੀਏ। ਬਾਕੀ ਗੱਲਾਂ ਆਪਾਂ ਫਿਰ ਕਰਾਂਗੇ ਕਿ ਅਸੀਂ ਸੰਘਰਸ਼ ਕਰਕੇ ਆਪਾਂ ਇਲੈਕਸ਼ਨ 'ਚ ਜਾਣਾ ਕਿ ਨਹੀਂ ਜਾਣਾ, ਉਹ ਬਾਅਦ ਦੀਆਂ ਗੱਲਾਂ। ਪਰ ਆਪਾਂ ਅੱਜ ਦੇ ਮਾਹੌਲ ਦੇ ਵਿੱਚ ਇਹਨਾਂ ਦੀ ਮਦਦ ਕਰਕੇ ਆਪਾਂ ਇਹਨਾਂ ਨੂੰ ਕਾਮਯਾਬ ਕਰੀਏ। ਮੈਂ ਇਹਨਾਂ ਲਫ਼ਜ਼ਾਂ ਨਾਲ ਤੁਹਾਡਾ ਹਰਗੇਸ਼ ਸਿੰਘ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਆਸ ਰੱਖਦਾ ਹਾਂ ਇਹ ਹਫ਼ਤਾਵਾਰੀ ਅਸੀਂ ਘੱਟੋ-ਘੱਟ ਰਿਵਿਊ ਕਰਦੇ ਰਹੀਏ ਤਾਂ ਜੋ 2-4-10 ਵਾਰੀ ਆਪਾਂ ਜ਼ਰੂਰ ਕਰੀਏ। ਬੇਸ਼ੱਕ ਸਾਨੂੰ ਇਹ ਟਾਈਮ ਸਪੈਸ਼ਲ ਕੱਢਣਾ ਪਵੇ, ਉਹਨਾਂ ਨਾਲ ਪਹੁੰਚ ਵੀ ਕਰਨੀ ਪਏ, ਉਹ ਵੱਖਰੇ ਤੌਰ 'ਤੇ ਕੀਤੀ ਜਾਵੇ। ਆਪਸ ਵਿੱਚ ਪਹੁੰਚ ਜਿਹੜੀ ਸਾਡੀ ਆਪਸੀ ਹੋਵੇ ਉਹ ਇਸ ਜ਼ਰੀਏ ਸੈਮੀਨਾਰ ਰਾਹੀਂ ਅਸੀਂ ਜ਼ਰੂਰ ਕਰਦੇ ਰਹੀਏ ਤਾਂ ਜੋ ਵੀ ਕਿਸੇ ਦਾ ਵਿਚਾਰ ਨਵਾਂ ਆਉਂਦਾ ਹੈ ਉਹ ਆਪਸ ਆਪਾਂ ਡਿਸਕਸ ਕਰ ਸਕੀਏ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਕਰਮਜੀਤ ਸਰਾਂ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤਾਂ ਨੂੰ ਆਪਣੇ ਵਿਚਾਰਾਂ ਦੇ ਨਾਲ ਸਾਨੂੰ ਕੁਝ ਰੋਸ਼ਨ ਕਰਨ। ਥੈਂਕ ਯੂ ਡਾਕਟਰ ਕਰਮਜੀਤ ਸਰਾਂ ਜੀ। ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ। ਬਾਈ ਜੀ ਇੱਕ ਵਾਰੀ ਦੱਸ ਦਿਓ ਮੇਰੀ ਆਵਾਜ਼ ਆ ਰਹੀ ਹੈ ਜਾਂ ਹੱਥ ਖੜਾ ਕਰਕੇ ਦੱਸ ਦਿਓ ਜਾਂ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਹਿੰਮਤ ਕਰਕੇ ਇਹ ਗਰੁੱਪ ਕ੍ਰੀਏਟ ਕੀਤਾ। ਸ਼ੁਰੂ 'ਚ ਤਾਂ ਜਦੋਂ ਗੱਲ ਹੋਈ ਸੀ ਲੱਗਦਾ ਸੀ ਥੋੜ੍ਹਾ ਮੁਸ਼ਕਲ ਹੀ ਰਹੇਗਾ, ਪਰ ਫਿਰ ਬਾਈ ਜੀ ਹਰਕੇਸ਼ ਸਿੰਘ ਹੋਰਾਂ ਵਰਗੇ ਸੱਜਣ ਮੇਰਾ ਖਿਆਲ ਨਾਲ ਜੁੜੇ ਤੇ ਜਿਹੜੇ ਹਮੇਸ਼ਾ ਤੋਂ ਹੀ ਜੁਝਾਰੂ ਰਹੇ ਹੈ, ਸੋ ਬਹੁਤ ਛੇਤੀ ਤੇ ਬੜਾ ਵਧੀਆ ਵੈਲ ਕੋਹਰੈਂਟ ਗਰੁੱਪ ਕ੍ਰੀਏਟ ਕਰ ਲਿਆ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ, ਬਾਈ ਜੀ ਹਰਕੇਸ਼ ਸਿੰਘ ਸਿੱਧੂ ਹੋਰਾਂ ਨੇ। ਤਾਂ ਮੈਂ ਧੰਨਵਾਦੀ ਹਾਂ ਕਿ ਮੈਨੂੰ ਵੀ ਇਹਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ। ਜਿੱਥੋਂ ਤੱਕ ਤਾਂ ਗਰੁੱਪ ਦਾ ਐਜ਼ ਸੱਚ ਇਹਦੇ ਕਾਰ ਵਿਹਾਰ ਜਾਂ ਕੀ ਕਰ ਪਾਵਾਂਗੇ ਉਹਦੇ 'ਚ ਮੈਨੂੰ ਇਸ ਲੈਵਲ 'ਤੇ ਕੁਝ ਕਹਿਣ ਦੀ ਬਹੁਤੀ ਜ਼ਰੂਰਤ ਨਹੀਂ, ਕਿਉਂਕਿ ਜਿੰਨਾ ਤਜਰਬਾ ਜਿਹੜੇ ਸੱਜਣ ਜਿਹੜੇ ਮੇਰੇ ਤੋਂ ਪਹਿਲਾਂ ਬੋਲ ਵੀ ਗਏ ਜਾਂ ਜਿਨ੍ਹਾਂ ਦੇ ਨਾਂ ਗਰੁੱਪ ਦੇ ਵਿੱਚ ਹੈਗੇ ਜਾਂ WhatsApp 'ਤੇ ਆਉਂਦਾ ਰਹਿੰਦਾ ਕਿ ਜੋ ਤਜਰਬਾ ਉਹਨਾਂ ਕੋਲ ਹੈ ਔਰ ਜੋ ਉਹਨਾਂ ਦੇ ਗਿਆਨ ਦਾ ਖੇਤਰ ਹੈ, ਇਹ 'ਚ ਕੋਈ ਸ਼ੰਕਾ ਨਹੀਂ ਕਿ ਜਿਹੜੀ ਵੀ ਗੱਲ ਉੱਭਰ ਕੇ ਕਿਸੇ ਵੀ ਵਿਸ਼ੇ 'ਤੇ ਆਏਗੀ ਉਹ ਬਹੁਤ ਗੰਭੀਰ ਹੋਏਗੀ, ਸਾਰਥਕ ਹੋਏਗੀ। ਦੂਸਰੀ ਗੱਲ, ਥੋੜ੍ਹਾ ਮੇਰੀ ਕਮੀ ਵੀ ਹੈ ਕਿ ਮੈਂ ਪਹਿਲਾਂ ਕੁਛ ਆਡੀਓ ਦੀ ਸਿਸਟਮ ਦੇ ਵਿੱਚ ਸੀ, ਮੈਂ ਪਹਿਲੇ ਵਿਚਾਰ ਸੁਣ ਨਹੀਂ ਸਕਿਆ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ, ਸਿੱਧੂ ਸਾਹਿਬ ਦੇ ਥੋੜ੍ਹਾ ਲੇਟ ਹੀ ਮੇਰਾ ਸਿਸਟਮ ਆਨ ਹੋਇਆ। ਹੋ ਸਕਦਾ ਮੈਂ ਵਿੱਚੋਂ ਕਿਤੇ ਕੁਛ ਅਨਕਨੈਕਟਡ ਗੱਲ ਵੀ ਕਰ ਜਾਵਾਂ ਤਾਂ ਉਹਦੀ ਮਾਫੀ ਐਡਵਾਂਸ 'ਚ ਹੀ ਚਾਹੂੰਗਾ। ਅੱਜ ਦਾ ਮੇਰਾ ਖਿਆਲ ਹੈ ਮੇਨ ਮੁੱਦਾ ਤਾਂ ਆਪਾਂ ਇਹ ਇਸ 'ਤੇ ਹੀ ਹੈ ਕਿ ਜਿਹੜੇ ਭਾਰਤ ਸਰਕਾਰ ਨੇ ਕਾਨੂੰਨ 3 ਪਾਸ ਕੀਤੇ ਹੈ ਤੇ ਕਿਸਾਨਾਂ ਦੀ ਜੋ ਮੂਵਮੈਂਟ ਉਹਨਾਂ ਦੇ ਖਿਲਾਫ ਚੱਲ ਰਹੀ ਹੈ ਤੇ ਜਿਹਦੇ ਵਾਸਤੇ ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣ ਕੇ ਕਿਸਾਨਾਂ ਦੇ ਸਾਥ ਵਿੱਚ ਖੜਾ ਹੋਣਾ ਚਾਹੁੰਦੇ ਹਾਂ। ਇਸ ਮਿਸ਼ਨ ਬਾਰੇ ਕੋਈ ਮੈਨੂੰ ਦੁਬਾਰਾ ਬੋਲਣ ਦੀ ਜ਼ਰੂਰਤ ਨਹੀਂ। ਚਾਹੀਦਾ ਸਾਡਾ ਸਾਥ ਚਾਹੀਦਾ, ਜਿਸ ਮਿੱਟੀ 'ਚੋਂ ਜਿਸ ਧਰਤੀ ਤੋਂ ਅਸੀਂ ਆਏ ਹਾਂ, ਬਹੁਤੇ ਸਾਡੇ 'ਚੋਂ ਤਕਰੀਬਨ ਕਿਸਾਨੀ ਦੇ ਪਰਿਵਾਰਾਂ ਨਾਲ ਜੁੜੇ ਹੋਏ ਆ। ਸੋ ਸਾਡਾ ਇੱਕ ਮੋਰਲ ਵੀ। ਸਰਦਾਰ ਅਰਵਿੰਦਰ ਸਿੰਘ ਬੈਂਸ ਜੀ ਆਇਆਂ ਨੂੰ। ਸਰਦਾਰ ਅਰਵਿੰਦਰ ਸਿੰਘ ਬੈਂਸ ਸਾਡੇ IAS ਅਫਸਰ ਰਿਟਾਇਰਡ ਨੇ, ਜਿਹੜੇ ਡਿਵੀਜ਼ਨਲ ਕਮਿਸ਼ਨਰ ਰਹੇ ਨੇ ਔਰ ਇਹ ਟੈਕਨੋਕ੍ਰੇਟ ਨੇ ਔਰ ਬੜੀ ਤਕੜੀ ਸੋਹਣੀ ਖੇਤੀ ਕਰਦੇ ਨੇ, ਕਿਸਾਨ ਨੇ। ਤੇ ਨਾਲ ਹੀ ਇਹਨਾਂ ਨੇ ਪ੍ਰੋਕਿਉਰਮੈਂਟ ਦੇ ਵਿੱਚ ਬਹੁਤ ਲੰਮਾ ਸਮਾਂ ਪ੍ਰੋਕਿਉਰਮੈਂਟ ਸਟੋਰੇਜ ਦੇ ਵਿੱਚ ਕੰਮ ਕੀਤਾ ਹੈ
ਤੇ ਬਹੁਤ ਸਾਡੇ ਬੈਚ ਦੇ ਬੜੇ ਰੋਸ਼ਨ ਦਿਮਾਗ ਇਹ ਅਫਸਰ ਨੇ, ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਆਪਣੇ ਤਜਰਬਿਆਂ ਦੇ ਵਿੱਚੋਂ, ਆਪਣੇ ਅਹਿਸਾਸ ਦੇ ਵਿੱਚੋਂ ਜੋ ਅੱਜ ਕੱਲ ਇਹ ਹਾਲਾਤ ਹੋ ਰਹੇ ਨੇ, ਇਹਦੇ ਬਾਰੇ ਆਪਣੇ ਵਿਚਾਰ ਪੇਸ਼ ਕਰਨ। ਥੈਂਕ ਯੂ ਵੈਰੀ ਮਚ ਬੈਂਸ ਸਾਹਿਬ, ਵੈਲਕਮ। अच्छा, एक तो माफी चाहूंगा कि मैं टाइम सिर ज्वाइन नहीं कर पाया, कुछ घरेलू कारण करके। तो मैं तकरीबन 15-20 मिनट पहला ही मीटिंग ज्वाइन की है। तो अपने ਜਿਹੜੇ ਮੇਰੇ ਵਿਚਾਰ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ। ਹੋ ਸਕਦਾ ਮੇਰੇ ਜੇ ਵਿਚਾਰ ਹੈ ਜਿਹੜੀ ਆਮ ਵਿਚਾਰਾਂ ਨਾਲ ਉਹ ਵੱਖ ਹੋਣ, ਐਂਡ ਹੋ ਸਕਦਾ ਕੋਈ ਮੈਂ ਜਿਹੜੇ ਮੇਰੇ ਵਿਚਾਰ ਨੇ ਉਹ ਜਿਹੜੀ ਮੌਜੂਦਾ ਸਾਂਝੇ ਵਿਚਾਰਾਂ ਨਾਲੋਂ ਵੱਖਰੇ ਹੋਣ, ਉਹਦੀ ਮੈਂ ਮਾਫੀ ਮੰਗਾਂਗਾ। ਮੈਂ ਜਿਹੜੇ ਕਾਨੂੰਨ ਆਏ ਹੈ ਉਹਨਾਂ ਨਾਲ ਮੈਂ ਸਹਿਮਤ ਹਾਂ। ਜਿਹੜੇ ਤਿੰਨੋਂ ਕਾਨੂੰਨ ਆਏ ਹਨ ਜਿਹੜੇ ਮੋਦੀ ਸਰਕਾਰ ਨੇ, ਮੈਂ ਨਹੀਂ ਇਹ ਕਹਿੰਦਾ ਵੀ ਉਹਨਾਂ ਦੀ ਜਿਹੜਾ ਜਿਸ ਢੰਗ ਨਾਲ ਲਿਆਏ ਗਏ ਹੈ ਉਹ ਠੀਕ ਨਹੀਂ, ਉਹਦੇ ਨਾਲ ਮੈਂ ਮੁਤਫਿਕ ਨਹੀਂ ਹੈ। ਪਰ ਜਿਹੜੇ ਆ ਕਾਨੂੰਨ ਜਿਹੜੀ ਆਪਣੀ ਐਗਰੀਕਲਚਰ ਜਿਹੜੀ ਬੜੇ 10-15 ਸਾਲਾਂ ਤੋਂ ਇਹਦਾ ਚਰਚਾ ਸੀ। ਐਂਡ ਮੈਨੂੰ ਯਾਦ ਹੈ ਕਿ 2004 ਚ ਜਦੋਂ ਸਾਡਾ ਫੂਡ ਅਕਾਊਂਟ ਦੀ ਸੈਟਲਮੈਂਟ ਹੋਈ ਹੈ ਤਾਂ ਪਹਿਲੀ ਵਾਰੀ ਜਿਹੜਾ ਡਿਫਿਸਿਟ ਸੀ, ਅਸੀਂ ਉਸ ਡਿਫਿਸਿਟ ਵਿੱਚ ਅਸੀਂ ਤਕਰੀਬਨ 400 ਕਰੋੜ ਸਰਕਾਰ ਪੰਜਾਬ ਸਰਕਾਰ ਨੇ ਦਿੱਤਾ। ਵੀਡੀਓ ਸਾਹਿਬ ਆਪਣਾ ਬੈਂਸ ਸਾਹਿਬ ਤੁਹਾਡੀ ਵੀਡੀਓ ਬੰਦ ਕਰ ਦਿਓ, ਫਿਰ ਆਵਾਜ਼ ਕਲੀਅਰ ਹੋ ਜਾਊਗੀ। ਕਿਸ ਤਰ੍ਹਾਂ ਕਰਾਂ? ਵੀਡੀਓ ਚੱਲ ਰਹੀ ਹੈ ਨਾਲ ਤੁਹਾਡੀ, ਉਹਨੂੰ ਬੰਦ ਕਰ ਦਿਓ, ਫਿਰ ਆਵਾਜ਼ ਕਲੀਅਰ ਹੋ ਜੂ ਤੁਹਾਡੇ ਉਸ ਤੋਂ। ਇੱਕ ਮਿੰਟ ਜੀ, ਹੁਣ ਠੀਕ ਹੈ ਜੀ? ਹਾਂਜੀ ਹਾਂਜੀ, ਅੱਛਾ, ਆਵਾਜ਼ ਮੇਰੀ ਆ ਰਹੀ ਹੈ ਜੀ ਹੁਣ? हाँ भाई जी आ रही है, ठीक, कैरी ऑन। अच्छा, 2004 ਚ ਜਦੋਂ ਆਪਣਾ ਫੂਡ ਅਕਾਊਂਟ ਸੈਟਲ ਹੋਇਆ ਤਾਂ ਉਦੋਂ ਹੀ ਇੱਕ ਵੇਕ ਅਪ ਕਾਲ ਆ ਗਈ ਸੀ ਪੰਜਾਬ ਨੂੰ, ਤਾਂ ਜਿਹੜੀਆਂ ਪ੍ਰੋਕਿਉਰਮੈਂਟ ਜਿਹੜੀਆਂ ਸਟੇਟਸ ਨੂੰ, ਵੀ ਭਾਰਤ ਸਰਕਾਰ ਨੂੰ ਆਪਣੇ ਗ੍ਰੇਨਸ ਦੀ ਬਹੁਤੀ ਲੋੜ ਨਹੀਂ ਹੈ, ਕਿਉਂਕਿ ਪਹਿਲੀ ਵਾਰ ਜਿਹੜਾ ਡਿਫਿਸਿਟ ਸੀਗਾ ਫੂਡ ਅਕਾਊਂਟ ਦਾ ਅਸੀਂ ਉਹ ਪੂਰਾ ਕੀਤਾ, ਉਹਦੀ ਭਰਪਾਈ ਅਸੀਂ ਪੂਰੀ ਕੀਤੀ 2004 ਚ। ਦੂਜੀ ਉਹ ਤਕਰੀਬਨ 400 ਕਰੋੜ ਦਾ ਸੀਗਾ, ਐਂਡ ਉਹ ਤੇ ਕਿਸ਼ਤਾਂ ਬਣ ਕੇ ਤਾਂ ਅਸੀਂ ਉਹ ਜਿਹੜਾ ਪੰਜਾਬ ਸਰਕਾਰ ਨੇ ਉਹਨੂੰ ਪੂਰਾ ਕੀਤਾ। ਫਿਰ 2009 ਚ ਸੈਟਲਮੈਂਟ ਹੋਈ। 2009 ਚ ਸੈਟਲਮੈਂਟ ਇਹ ਜਿਹੜਾ ਘਾਟਾ ਹੈਗਾ ਤਕਰੀਬਨ 1200-1300 ਕਰੋੜ ਰੁਪਇਆ, ਮੈਨੂੰ ਲਗਭਗ ਦੀ ਗੱਲ ਹੈਗਾ, ਇਹ ਹੋ ਗਿਆ। ਉਹਦੀਆਂ ਫਿਰ ਕਿਸ਼ਤਾਂ ਬਣੀਆਂ ਗਈਆਂ, ਕਰਜ਼ਾ ਚੱਕ ਕੇ ਅਸੀਂ ਮੋੜਿਆ। ਐਂਡ 2017 ਚ ਜਦੋਂ ਆਪਾਂ ਸੈਟਲਮੈਂਟ ਕੀਤੀ, ਤਕਰੀਬਨ ਵੱਧ ਕੇ 35,000 ਕਰੋੜ ਹੋ ਗਿਆ। ਮਤਲਬ ਕੀ ਆ ਵੀ ਜਿਹੜੀ ਫੂਡ ਜਿਹੜਾ ਡਿਪਾਰਟਮੈਂਟ ਹੈਗਾ, ਫੂਡ ਮਿਨਿਸਟਰੀ ਆ, ਉਹ ਇੱਕ ਕਾਸਟ ਸ਼ੀਟ ਜਾਰੀ ਕਰਦੀ ਆ ਆਪਣੀ MSP ਬੇਸਡ, ਵੀ ਇਸ ਆ ਜਿਹੜੇ ਖਰਚੇ ਹੈ ਅਸੀਂ ਜਿਹੜੇ ਆ ਪ੍ਰਵਾਨ ਕਰਾਂਗੇ, ਉਹ ਤੋਂ ਉੱਪਰ ਜਿਹੜੇ ਖਰਚੇ ਆ ਉਹ ਸਟੇਟ ਚੱਲੇ। ਐਂਡ ਉਹ ਤੋਂ ਬਾਅਦ ਉਹਨਾਂ ਦੀ ਬੋਡੀ ਲੈਂਗੁਏਜ, ਉਹਨਾਂ ਦੀ ਡਿਸਕਸ਼ਨ ਰਾਹੀਂ ਇਹ ਬੜਾ ਕਲੀਅਰ ਸੀਗਾ ਕਿ ਇਹ ਜਿਹੜੀ ਪ੍ਰੋਕਿਉਰਮੈਂਟ ਹੈ ਬਹੁਤਾ ਚਿਰ ਨਹੀਂ ਚੱਲਣੀ। ਅੱਛਾ, ਸਵਾਲ ਉੱਠਦਾ ਹੈ ਵੀ ਜੇ ਪ੍ਰੋਕਿਉਰਮੈਂਟ ਨਹੀਂ ਚੱਲਣੀ ਤਾਂ ਇਹ ਕਿਸ ਤਰ੍ਹਾਂ ਕਰਨਗੇ। ਉਦੋਂ ਵੀ ਇਹ ਵਿਚਾਰ ਸਾਹਮਣੇ ਆਏ ਸੀਗੇ ਵੀ ਇੱਕ ਮਾਰਕੀਟ ਇਹ ਜਿਹੜੀ ਹੈਗੀ ਹੈ ਸਾਂਝੀ ਆਲ ਓਵਰ ਇੰਡੀਆ ਮਾਰਕੀਟ ਬਣੇਗੀ, ਐਂਡ ਉਹ ਮਾਰਕੀਟ ਵਿੱਚ ਜਿੱਦਾਂ ਸ਼ੇਅਰ ਮਾਰਕੀਟ ਹੈ ਉੱਦਾਂ ਹਰ ਇੱਕ ਕਮੋਡਿਟੀ ਦੀ ਮਾਰਕੀਟ ਹੋਏਗੀ। ਐਂਡ ਮਾਰਕੀਟ ਵਿੱਚ ਜੇ MSP ਉਹ ਕਹਿੰਦੇ ਅਸੀਂ ਜਾਰੀ ਰੱਖਾਂਗੇ, ਪਰ ਜੇ ਮਾਰਕੀਟ ਦੀ ਪ੍ਰਾਈਸ ਜਿਹੜੀ ਹੈ MSP ਤੋਂ ਥੱਲੇ ਹੈ ਤਾਂ ਜਿਹੜਾ ਵੀ ਉਹਦਾ ਜਿਹੜਾ ਹੈਗਾ ਘਾਟਾ ਹੈਗਾ, ਉਹ ਇਹਨਾਂ ਦੀ ਜੋ ਪਲਾਨ ਹੈ ਕਿ ਉਹ ਡਾਇਰੈਕਟ ਟ੍ਰਾਂਸਫਰ ਕਰ ਦੇਣਗੇ ਕਿਸਾਨ ਦੇ ਖਾਤੇ 'ਚ। ਐਂਡ ਪ੍ਰੋਕਿਉਰਮੈਂਟ ਜਿਹੜੀ ਹੈਗੀ ਆ ਉਹ ਪ੍ਰਾਈਵੇਟ ਪ੍ਰਣਾਲੀ ਰਾਹੀਂ ਹੋਏਗੀ। ਐਂਡ ਜਿਹੜੀ ਇਹਨਾਂ ਨੇ PDS ਵਿੱਚ ਲੈਣੀ ਹੈਗੀ ਆ, PDS ਚੱਲਣੀ ਹੈ ਬਿਕੋਜ਼ ਫੂਡ ਸਿਕਿਉਰਿਟੀ ਐਕਟ ਹੈਗਾ, ਉਹ ਤਾਂ ਇਹਨਾਂ ਨੇ PDS ਤਾਂ ਚਲਾਉਣਾ ਹੀ ਪਏਗਾ। ਤਾਂ ਉਹ ਚਲਾਉਣ ਵਾਸਤੇ ਇਹਨਾਂ ਨੇ
ਉਹ ਟੈਂਡਰ ਟੁੰਡਰ ਲਾ ਕੇ ਤਾਂ ਇੱਥੋਂ ਖਰੀਦ ਕੇ ਜਿਹੜੇ ਪ੍ਰਾਈਵੇਟ ਵਪਾਰੀ ਉਹ ਲੈ ਕੇ ਜਾਣਗੇ ਥਰੂ ਮਾਰਕੀਟ ਡਿਟਰਮਿਨਡ ਪ੍ਰਾਈਸ। ਐਂਡ ਇਹ ਜੋ ਇਹਨਾਂ ਦਾ ਵਿਚਾਰ ਹੈ, ਇਹ ਹੁਣ ਅੱਗੇ ਕਿਸ ਤਰ੍ਹਾਂ ਇਹਨਾਂ ਨੇ ਇਹਨੂੰ ਲਾਗੂ ਕਰਨਾ ਹੈ ਉਹ ਹਜੇ ਦੇਖਣ ਵਾਲੀ ਗੱਲ ਹੈ। ਮੈਂ ਸਮਝਦਾ ਵੀ ਇਹ ਜਿਹੜੀ ਕਾਸਟ ਬੇਸਿਸ ਜਿਹੜੀ ਆਪਾਂ ਜਿਹੜੀ ਪ੍ਰਾਈਸ ਡਿਟਰਮਿਨ ਕਰਦੇ ਆ, ਇਹ ਖਤਮ ਹੁੰਦੀ ਆਈ ਹੈ। ਮੈਨੂੰ ਯਾਦ ਹੈ 1982 ਚ ਜਦੋਂ ਮੈਂ ਪਹਿਲੀ ਨੌਕਰੀ ਕੀਤੀ ਸੀ, ਮੈਂ ਡਾਲਮੀਆ ਸੀਮੈਂਟ 'ਚ ਨੌਕਰੀ ਕੀਤੀ ਸੀ ਐਜ਼ ਅ ਕੰਸਲਟੈਂਟ। ਉਦੋਂ ਇਹਨਾਂ ਨੇ ਸੀਮੈਂਟ ਦੇ ਜਿਹੜੇ ਭਾਅ ਹੁੰਦੇ ਸੀਗੇ, ਆਪਣੇ ਮਾਰਕੀਟ ਦੇ ਰੇਟ ਜਿਹੜੇ ਹੁੰਦੇ ਸੀਗੇ, ਕਾਸਟ ਬੇਸਿਸ ਤੇ ਇਹ ਜਿਹੜੇ ਹੈਗੇ ਆ ਡਿਟਰਮਿਨ ਕੀਤੇ ਜਾਂਦੇ ਸੀਗੇ। ਅੱਛਾ, ਉਹ ਜਦੋਂ ਟੁੱਟਿਆ ਤਾਂ ਜਿੰਨੇ ਵੀ ਕਾਰਖਾਨੇਦਾਰ ਸੀਗੇ ਉਹ ਘਬਰ ਗਏ ਵੀ ਇਹ ਕਿਸ ਤਰ੍ਹਾਂ ਹੋਊਗਾ, ਐਂਡ ਤੁਸੀਂ ਦੇਖਿਆ ਵੀ ਕੰਪੀਟੀਸ਼ਨ ਆਇਆ। ਕੰਪੀਟੀਸ਼ਨ ਆਉਣ ਦੇ ਨਾਲ ਸੀਮੈਂਟ ਦੀਆਂ ਪ੍ਰਾਈਸਿਸ ਵੀ ਵਧੀਆਂ। ਸੀਮੈਂਟ ਦੀ ਜਿਹੜੀ ਇੰਡਸਟਰੀ ਹੈ ਜਿਹੜੀ ਹੈ ਉਹ ਬੜੀ ਵਧੀ। ਐਂਡ ਜਿਹੜੀ ਮਾਰਕੀਟ ਬੇਸਡ ਹੈਗਾ ਵੀ ਸਰਵਾਈਵਲ ਆਫ ਦਾ ਫਿਟੈਸਟ ਦੇ ਹਿਸਾਬ ਨਾਲ ਇਹ ਇੰਡਸਟਰੀ ਜਿਹੜੀ ਹੈ ਹੁਣ ਵੀ ਚੱਲ ਰਹੀ ਹੈ। ਇੱਦਾਂ ਹੀ ਸਟੀਲ ਜਦੋਂ 1991 ਚ ਜਦੋਂ ਆਈਡੀਆਰ ਐਕਟ ਜਿਹੜਾ ਹੈਗਾ ਸਰਦਾਰ ਮਨਮੋਹਨ ਸਿੰਘ ਨੇ ਤਾਂ ਨਰਸਿਮਹਾ ਰਾਓ ਗੌਰਮੈਂਟ ਨੇ ਤੋੜਿਆ, ਤਾਂ ਉਦੋਂ ਵੀ ਜਿਹੜੀਆਂ ਸਟੀਲ ਦੀਆਂ ਪ੍ਰਾਈਸਿਸ ਸੀਗੀਆਂ ਉਹ ਵੀ ਕਾਸਟ ਬੇਸਿਸ ਤੇ ਸੀਗੀਆਂ ਵੀ ਕੋਲ ਦੀ ਇੰਨੀ, ਰॉ ਮਟੀਰੀਅਲ ਦੀ ਇੰਨੀ, ਲੇਬਰ ਇੰਨੀ, ਆਹ ਪ੍ਰਾਈਸ ਹੁੰਦੀ ਸੀ। ਕੋਟੇ ਲੱਗੇ ਸੀਗੇ, ਉਹ ਜਦੋਂ ਖਤਮ ਕੀਤੇ ਤਾਂ ਬਹੁਤ ਸਾਰੇ ਜਿਹੜੇ ਕੋਟਿਆਂ ਤੇ ਬੈਠੇ ਇੰਡਸਟਰੀਅਲਿਸਟ ਸੀਗੇ ਉਹਨਾਂ ਨੂੰ ਧੱਕਾ ਲੱਗਿਆ। ਮੈਂ ਉਦਾਹਰਨ ਲੈਂਦਾ ਹਾਂ ਬਟਾਲੇ ਦਾ। ਮੈਂ ਉਦੋਂ ਇੰਡਸਟਰੀ ਡਿਪਾਰਟਮੈਂਟ ਸੀਗਾ ਐਂਡ ਬਟਾਲੇ ਦੇ ਜਿੰਨੇ ਵੀ ਕਾਰਖਾਨੇਦਾਰ ਸੀਗੇ ਇਹਨਾਂ ਨੂੰ ਕੋਟੇ ਲੱਗੇ ਹੋਏ ਸੀਗੇ। ਤਾਂ ਇੱਕ ਵੈਗਨ ਜੇ ਇਹਨਾਂ ਨੂੰ ਪਿਗਾਰਨ ਦੀ ਮਿਲਦੀ ਸੀਗੀ ਤਾਂ ਮਹੀਨੇ ਦੀ, ਤਾਂ ਉਹਦੇ ਨਾਲ ਬੜੀ ਵਧੀਆ ਇਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ। ਤਾਂ ਸਡਨਲੀ ਦੇ ਫਾਊਂਡ ਵੀ ਉਹ ਜਿਹੜੀ ਹੈਗੀ ਆ ਉਹ ਕੋਟਾ ਸਿਸਟਮ ਤਾਂ ਜਿਹੜਾ ਹੈਗਾ ਉਹ ਸਾਰਾ ਖਤਮ ਹੋ ਗਿਆ। ਤਾਂ ਬਟਾਲੇ ਦੀ ਇੰਡਸਟਰੀ ਜਿਹੜੀ ਹੈਗੀ ਆ, ਤੁਸੀਂ ਹੁਣ ਪਤਾ ਹੀ ਆ ਵੀ ਜਿਹੜੀ ਉਹ ਬਿਲਕੁਲ ਹੀ ਬਹਿ ਗਈ। ਉਹਦੇ ਨਾਲ ਹੀ ਆਪਾਂ ਜੇ ਦੇਖੀਏ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ, ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਨੇ ਕੋਟਾ ਸਿਸਟਮ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਉਹਨਾਂ ਨੇ ਇਨੋਵੇਟ ਕੀਤਾ, ਆਪਣੇ ਆਪ ਨੂੰ ਉਹਨਾਂ ਨੇ ਵਿਕਸਿਤ ਕੀਤਾ। ਐਂਡ ਅੱਜ ਵੀ ਉਹ ਜਿਹੜੀ ਹੈ ਉਹਦੀ ਹੋਂਦ ਵਿੱਚ ਹੈ। ਐਂਡ ਨਾਰਥ ਇੰਡੀਆ ਦੇ ਵਿੱਚ ਜਿੰਨੀ ਵੀ ਉਹ ਜਿਹੜੀ ਸਟਰਕਚਰਲ ਸਟੀਲ ਹੈ, ਦੂਜੇ ਸਟੀਲ ਦੀ ਸਪਲਾਈ ਜਾਰੀ ਹੈ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਵੀ ਜਦੋਂ ਵੀ ਮਾਰਕੀਟ ਡਿਟਰਮਿਨਡ ਪ੍ਰਾਈਸਿਸ ਹੁੰਦੀਆਂ, ਜਿਹੜੀ ਪ੍ਰਾਈਸ ਡਿਸਕਵਰੀ ਹੈ, ਜਿਹੜਾ ਮਾਰਕੀਟ ਜਿਹੜੀ ਡਿਟਰਮਿਨ ਕਰਦੀ ਹੈ, ਤਾਂ ਉਹਦੇ ਵਿੱਚ ਐਫੀਸ਼ੀਐਂਸੀ ਆਉਂਦੀ ਹੈ, ਉਹਦੇ ਵਿੱਚ ਇਨੋਵੇਸ਼ਨ ਆਉਂਦੀ ਹੈ। ਐਂਡ ਇਹੀ ਯਤਨ ਹੈਗਾ ਸਰਕਾਰ ਦਾ ਵੀ ਐਫੀਸ਼ੀਐਂਸੀ ਇਨੋਵੇਸ਼ਨ ਲਿਆਉਣ ਦਾ ਹੈਗਾ। ਹੁਣ ਇਹ ਅੱਗੇ ਕਿਸ ਤਰ੍ਹਾਂ ਇਹ ਹੋਏਗਾ ਇਹ ਦੇਖਣ ਵਾਲੀ ਗੱਲ ਹੈ, ਪਰ ਡਾਇਰੈਕਸ਼ਨ ਇਜ਼ ਵੈਰੀ ਕਲੀਅਰ। ਐਂਡ ਜੇ ਆਪਾਂ ਦੁਨੀਆ ਭਰ ਦੀ ਗੱਲ ਦੇਖ ਲਈਏ ਕਾਸਟ ਬੇਸਿਸ ਤੇ, ਤਾਂ ਜਿਹੜਾ ਸੋਵੀਅਤ ਯੂਨੀਅਨ ਵਿੱਚ ਵੀ, ਚਾਈਨਾ ਵੀ ਦੇਖ ਲਓ ਵੀ ਮਾਰਕੀਟ ਇਕਨੋਮੀ ਵਾਲੀ ਚੱਲ ਰਿਹਾ। ਸੋ ਇਹ ਡਾਇਰੈਕਸ਼ਨ ਜਿਹੜੀ ਦੁਨੀਆ ਭਰ ਵਿੱਚ ਕਲੀਅਰ ਹੈ, ਤਾਂ ਸਾਨੂੰ ਇਸ ਵਿੱਚ ਸ਼ਾਮਿਲ ਹੋਣਾ ਪਏਗਾ। ਐਂਡ ਜਿਹੜੀ ਹੁਣ ਐਜੀਟੇਸ਼ਨ ਚੱਲ ਰਹੀ ਹੈ, ਜਿਹੜੀਆਂ ਹੁਣ ਇਹ ਦੂਸਰੀਆਂ ਕਰ ਰਹੀਆਂ, ਇਹਦੇ ਨਾਲ ਕੋਈ ਅੱਛਾ ਜਿਹੜਾ ਹੈਗਾ ਕੋਈ ਸੁਨੇਹਾ ਨਹੀਂ ਜਾ ਰਿਹਾ ਆਪਣੇ ਪੰਜਾਬ ਨੂੰ। ਅਸੀਂ ਪੰਜਾਬੀ ਹਾਂ, ਪੰਜਾਬ ਦੀ ਅਸੀਂ ਵੀ ਲਵ ਦ ਸਟੇਟ, ਅਸੀਂ ਇੱਥੇ ਵਸਦੇ ਹਾਂ। ਬੈਟਰ ਹੁੰਦਾ ਵੀ ਜੇ ਕੋਈ, ਨੋ ਡਾਊਟ ਵੀ ਜਿਹੜੀ ਸੈਂਟਰ ਸਰਕਾਰ ਨੇ ਜਿਹੜਾ ਕੀਤਾ ਹੈਗਾ, ਜਿਹੜਾ ਜਿਸ ਤਰ੍ਹਾਂ ਇਹਨਾਂ ਨੇ ਇਹ ਕਾਨੂੰਨ ਲਿਆਂਦੇ ਉਹ ਠੀਕ ਨਹੀਂ ਹੈ। ਇਹਨਾਂ ਨੂੰ ਕੋਈ ਚਾਰਾ ਵੀ ਹੋਰ ਨਹੀਂ ਸੀ, ਮੈਂ ਸਮਝਦਾ, ਪਰ ਇਟ ਕੁਡ ਹੈਵ ਬੀਨ ਡਨ ਬੈਟਰ। ਐਂਡ ਰੇਲ ਰੋਕੋ, ਡਿਸਟਰਪਸ਼ਨ ਨਾਲ ਇਨਵੈਸਟਮੈਂਟ ਨਹੀਂ ਆਏਗੀ। ਜੇ ਇਨਵੈਸਟਮੈਂਟ ਨਹੀਂ ਆਏਗੀ ਤਾਂ ਆਪਾਂ ਹੋਰ ਪਿੱਛੇ ਰਹਿ ਜਾਵਾਂਗੇ। ਐਂਡ ਜਿਹੜੀ ਐਜੀਟੇਸ਼ਨਲ ਅਪਰੋਚ ਹੈ, ਆਈ ਡੋਂਟ ਥਿੰਕ ਐਜੀਟੇਸ਼ਨਲ ਅਪਰੋਚ ਨਾਲ ਕੋਈ ਆਪਾਂ ਨੂੰ ਮਿਲਣਾ ਹੈ। ਐਂਡ ਬੈਟਰ ਹੈ ਵੀ ਕੋਈ ਹੋਰ ਤਰੀਕਾ ਅਪਣਾ ਕੇ ਆਪਣਾ ਪੱਖ ਪੇਸ਼ ਕਰੀਏ, ਡਿਸਕਸ਼ਨ ਹੋਵੇ ਕਿ ਆਉਣ ਵਾਲੀ ਜਿਹੜੀ ਮਾਰਕੀਟ ਬੇਸਡ ਜਿਹੜੀ ਐਗਰੀਕਲਚਰ ਮਾਰਕੀਟਿੰਗ ਹੈ, ਉਹਦੇ ਵਿੱਚ ਆਪਾਂ ਕਿੱਦਾਂ ਆਪਣੇ ਆਪ ਨੂੰ ਵਿਕਸਿਤ ਕਰੀਏ, ਕਿਸ ਤਰ੍ਹਾਂ ਆਪਾਂ ਜਿਹੜੇ ਛੋਟੇ ਕਿਸਾਨ ਹੈ ਕਿਸ ਤਰ੍ਹਾਂ ਇਕੱਠੇ ਹੋ ਕੇ ਉਹ ਪਿੰਡ ਵਿੱਚ
ਇਕੱਠੇ ਹੋ ਕੇ ਕਲੈਕਟਿਵ ਬਾਰਗੇਨਿੰਗ ਦੇ ਹਿਸਾਬ ਨਾਲ ਜੇ ਉਹ ਆਪਣੀ ਮਾਰਕੀਟਿੰਗ ਕਰ ਸਕਣ ਤਾਂ ਆਈ ਥਿੰਕ ਦੈਟ ਇਜ਼ ਅ ਵੇ ਫਾਰਵਰਡ। ਉਦਾਹਰਨ ਦੇ ਤੌਰ ਤੇ ਮੈਂ ਬਾਹਰਲੀਆਂ ਸਟੇਟਾਂ ਵਿੱਚ ਜਾਂਦਾ ਰਹਿੰਦਾ। ਮੈਂ ਆਲੂ ਦੀ ਖੇਤੀ ਕਰਾਉਂਦੇ ਅਸੀਂ ਜਲੰਧਰ ਵਿੱਚ, ਐਂਡ ਬਾਹਰੀ ਸਟੇਟਾਂ ਵਿੱਚ ਜਾਣ ਦਾ ਮੌਕਾ ਮਿਲਦਾ। ਅਸੀਂ ਗੁਜਰਾਤ ਜਾ ਕੇ ਦੇਖਿਆ ਕਿ ਜਿਹੜਾ ਗੁਜਰਾਤੀ ਫਾਰਮਰ ਹੈ ਉਹ ਬਹੁਤ ਜ਼ਿਆਦਾ ਪ੍ਰੋਗਰੈਸ ਕਰ ਗਿਆ ਪੰਜਾਬ ਦੇ ਫਾਰਮਰ ਨੂੰ। ਉਹਨਾਂ ਨੇ ਜਿਹੜੇ ਤਕਰੀਬਨ ਜਿਹੜੀ ਮੈਂ ਆਲੂ ਦੀ ਫਸਲ ਬਾਰੇ ਕਹਿ ਸਕਦਾ ਕਿ ਆਲੂ ਦੀ ਫਸਲ ਉਹਨਾਂ ਨੇ ਤਕਰੀਬਨ ਸਾਰੀ ਡ੍ਰਿਪ ਤੇ ਲਿਆਂਦੀ, ਐਂਡ ਡ੍ਰਿਪ ਤੇ ਲਿਆਉਣ ਨਾਲ ਉਹ ਪ੍ਰੋਸੈਸਿੰਗ ਵੈਰਾਈਟੀ ਜਿਹੜੇ ਆਲੂ ਹੈ ਉਗਾਉਂਦੇ ਆ, ਐਂਡ ਉਗਾਉਣ ਨਾਲ ਉੱਥੇ ਜਿਹੜੇ ਪ੍ਰੋਸੈਸਰ ਜਿਹੜੇ ਹੈਗੇ ਦੁਨੀਆ ਭਰ ਦੇ, ਗੁਜਰਾਤ ਵਿੱਚ ਉਹਨਾਂ ਨੇ ਇੰਡਸਟਰੀ ਲਗਾ ਦਿੱਤੀ ਹੈ। ਐਂਡ ਔਨ ਦੀ ਐਵਰੇਜ ਲੱਖ ਰੁਪਇਆ ਏਕੜ ਤੋਂ 1.5 ਲੱਖ ਰੁਪਇਆ ਏਕੜ ਉਹ ਆਲੂ ਦੇ ਤੇ ਪ੍ਰੋਸੈਸਿੰਗ ਵੈਰਾਈਟੀ ਤੋਂ ਉਹ ਪੈਸੇ ਬਣਾ ਰਹੇ ਆ। ਬੀਜ ਸਾਡੇ ਕੋਲ ਲੈ ਕੇ ਜਾਂਦੇ ਆ, ਬਟ ਉਹਨਾਂ ਦੇ ਕੰਟਰੈਕਟ ਹੋਏ ਆ ਕੰਪਨੀਜ਼ ਨਾਲ, ਭਾਵੇਂ ਛੋਟਾ ਫਾਰਮਰ ਹੈ ਵੱਡਾ ਫਾਰਮਰ ਹੈ, ਇਕੱਠੇ ਹੋ ਕੇ, ਜਿੱਦਾਂ ਇੱਕ ਪਿੰਡ ਹੈ, ਇੱਕ ਪਿੰਡ ਦੇ ਸਾਰੇ ਜਿਹੜੇ ਜ਼ਿਮੀਂਦਾਰ ਆ ਉਹ ਇਕੱਠੇ ਹੋ ਜਾਂਦੇ ਆ। ਇੱਕ ਉਹਨਾਂ ਦਾ ਮੋਹਰੀ ਆ, ਉਹ ਸਾਰਾ ਜਿਹੜੀ ਹੈਗੀ ਹੈ ਬਾਰਗੇਨਿੰਗ ਕਰਕੇ ਕੰਟਰੈਕਟ ਸਾਈਨ ਕਰਦਾ। ਇਸ ਤਰ੍ਹਾਂ ਹੀ ਉਹਨਾਂ ਦੇ ਕੋਈ ਕੋਲਡ ਸਟੋਰੇਜ ਜਾ ਕੇ ਦੇਖੋ, ਇੱਕ ਕੋਲਡ ਸਟੋਰੇਜ 'ਚ 60 ਜਿਹੜੇ ਹੈਗੇ ਪਾਰਟਨਰਸ, 100 ਪਾਰਟਨਰਸ ਹੈ। ਅਸੀਂ ਆਪ ਦੇਖਿਆ 200 ਪਾਰਟਨਰਸ ਹੈ ਵੱਡੇ ਵੱਡੇ ਕੋਲਡ ਸਟੋਰੇਜ 'ਚ। ਸੋ ਉਹ ਏਕਤਾ ਨਾਲ ਜਿਹੜੀ ਹੈਗੀ ਆ, ਜਿਹੜੀ ਕੋਆਪਰੇਟਿਵ ਜਿਹੜੀ ਹੈਗੀ ਆ, ਜਿਹੜੀ ਉਹਨਾਂ ਦੀ ਸੋਚ ਹੈ, ਉਹਦੇ ਨਾਲ ਉਹ ਕਾਫੀ ਪ੍ਰੋਗਰੈਸ ਹੋਈ ਆ। ਐਂਡ ਅਸੀਂ ਸਮਝਦੇ ਹਾਂ ਵੀ ਵਕਤ ਦੀ ਜਿਹੜੀ ਇਸ ਵੇਲੇ ਲੋੜ ਹੈ ਕਿ ਅਸੀਂ ਕੋਆਪਰੇਟਿਵ ਪ੍ਰਣਾਲੀ ਰਾਹੀਂ ਆਪਣੀ ਬਾਰਗੇਨਿੰਗ ਨੂੰ, ਆਪਣੀ ਜਿਹੜੀ ਹੈਗੀ ਆ ਮਾਰਕੀਟ ਇਕਨੋਮੀ ਵਿੱਚ ਅਸੀਂ ਸ਼ਾਮਲ ਹੋ ਸਕੀਏ, ਐਂਡ ਉਹਦੇ ਨਾਲ ਕਲੈਕਟਿਵ ਬਾਰਗੇਨਿੰਗ ਨਾਲ ਇਫ ਯੂ ਕੈਨ ਗੈਟ ਦ ਬੈਸਟ ਪ੍ਰਾਈਸਿਸ, ਇਹ ਹੋਏਗਾ ਹੀ ਹੋਣਾ ਹੈ। ਐਂਡ ਮੈਂ ਸਮਝਦਾ ਕਿ ਜਿਹੜੀਆਂ ਕਿਸਾਨ ਯੂਨੀਅਨਸ ਹੈ, ਐਜੀਟੇਸ਼ਨਲ ਅਪਰੋਚ ਨਾਲੋਂ ਇਹ ਜਿਹੜੀ ਏਕਤਾ ਹੈਗੀ ਆ ਪਿੰਡ ਪਿੰਡ ਵਿੱਚ ਸੁਸਾਇਟੀਆਂ ਬਣਾਉਣ ਜਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਉਣ। ਅਸੀਂ ਵੀ, ਮੈਂ ਵੀ ਇੱਥੇ ਜਲੰਧਰ ਇੱਕ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਈ ਹੈ, ਐਂਡ ਤੁਹਾਨੂੰ ਦੱਸਣ ਦੀ ਬੜੀ ਮੈਨੂੰ ਖੁਸ਼ੀ ਹੋਈ ਹੈ ਕਿ ਅੱਜ ਇਸ ਵਾਰ ਅਸੀਂ 33 ਕਰੋੜ ਦਾ ਅਸੀਂ ਪੋਟੈਟੋ ਦਾ ਸੀਡ ਜਿਹੜਾ ਹੈਗਾ ਅਸੀਂ ਦੂਜੇ ਸਟੇਟਾਂ ਨੂੰ ਅਸੀਂ ਇੱਥੋਂ ਐਕਸਪੋਰਟ ਕਰਨਾ ਹੈ। ਸੋ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਉਣੀਆਂ ਬਹੁਤ ਜ਼ਰੂਰੀਆਂ, ਪਿੰਡ ਪਿੰਡ 'ਚ ਬਣਨ, ਐਂਡ ਉਹਦੇ ਵੱਲ ਆਪਾਂ ਜਿਹੜਾ ਹੈਗਾ ਧਿਆਨ ਜ਼ਿਆਦਾ ਦੇਈਏ ਇੰਸਟੈਡ ਆਫ ਐਜੀਟੇਸ਼ਨ ਕਰਨ ਦਾ, ਜਿਹਦੇ ਨਾਲ ਮੈਨੂੰ ਪਤਾ ਹੈ ਵੀ ਇਹ 'ਚ ਕੋਈ ਬਹੁਤੀ ਪ੍ਰਾਪਤੀ ਨਹੀਂ ਹੋਣੀ। ਇਹੀ ਮੇਰੇ ਸਿੱਧੂ ਸਾਹਿਬ ਵਿਚਾਰ ਸਨ, ਐਂਡ ਧੰਨਵਾਦ ਤੁਸੀਂ ਮੈਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਹੋ ਸਕਦਾ ਹੈ ਵੀ ਮੇਰੇ ਵਿਚਾਰ ਜਿਹੜੇ ਹੈਗੇ ਆ ਬਹੁਤਿਆਂ ਲੋਕਾਂ ਨਾਲ ਮੁਤਫਿਕ ਨਹੀਂ ਹੈ, ਪਰ ਮੈਂ ਸਮਝਦਾ ਵੀ ਵੇ ਫਾਰਵਰਡ ਇਸੇ ਤਰੀਕੇ ਹੈ। ਧੰਨਵਾਦ। ਥੈਂਕ ਯੂ ਬੈਂਸ ਸਾਹਿਬ। ਵਿਚਾਰਾਂ ਦੀ ਭਿੰਨਤਾ ਹੋ ਸਕਦੀ ਹੈ, ਲੇਕਿਨ ਅਲਟੀਮੇਟਲੀ ਤੁਹਾਡਾ ਵੀ ਜਿਹੜਾ ਹੈਗਾ ਉਦੇਸ਼ ਹੈਗਾ ਉਹ ਫਾਰਮਰ ਦੀ ਬਿਹਤਰੀ ਹੈਗਾ, ਉਹ ਕੋਈ ਇੰਡਸਟਰੀਲਿਸਟ ਦੀ ਜਾਂ ਪੂੰਜੀਵਾਦੀ ਦੀ ਨਹੀਂ ਹੈਗਾ। ਲੇਕਿਨ ਇਹ ਠੀਕ ਹੈ ਕਿ ਅਪਰੋਚ ਦੇ ਫਰਕ ਹੋ ਸਕਦਾ ਹੈ, ਤੇ ਤੁਹਾਡੇ ਵਿਚਾਰਾਂ ਨੂੰ ਅਸੀਂ ਵੀ ਵੈਲਕਮ ਇਟ ਐਂਡ ਵੀ ਵੈਲਿਊ ਇਟ। ਤੇ ਤੁਹਾਡਾ ਵੱਖਰਾ ਕਿਸਮ ਦਾ ਤਜਰਬਾ ਹੈ, ਇਸ ਨੂੰ ਵੀ ਇਹ ਸਾਰੇ ਸਿਸਟਮ ਦੇ ਵਿੱਚ ਫਿੱਟ ਹੋਣ ਵਾਸਤੇ ਜਦੋਂ ਇਹ ਨੋਰਮਲਾਈਜ਼ ਹੋਏਗਾ, ਅਸੀਂ ਕਿਸਾਨਾਂ ਨੂੰ ਕਿਤੇ ਗਾਈਡ ਕਰਨ ਵਾਸਤੇ ਇਹ ਮੈਥਡੋਲੋਜੀ ਨੂੰ ਵਰਤਾਂਗੇ। ਮੈਂ ਹੁਣ ਜਿਹੜਾ ਡਾਕਟਰ ਧਰਮਪਾਲ ਗੁਪਤਾ ਜੀ ਜਿਹੜੇ ਸਾਬਕਾ ਡਿਪਟੀ ਕਮਿਸ਼ਨਰ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਰੱਖਣ। ਤੇ ਪਹਿਲਾਂ ਤਾਂ ਬੈਠੇ ਸੀਗੇ, ਹੁਣ ਸ਼੍ਰੀ ਮੁਲਤਾਨੀ ਜੀ ਜੇ ਕਿਤੇ ਹੋਣ ਤਾਂ ਉਹ ਆਪਣੇ ਵਿਚਾਰ। ਆਪਣਾ ਸਿੱਧੂ ਸਾਹਿਬ, ਹਾਂਜੀ, ਮੈਂ ਡਾਕਟਰ ਬੈਂਸ ਸਾਹਿਬ ਤੋਂ ਥੋੜਾ ਜਿਹਾ ਕਲੈਰੀਫਿਕੇਸ਼ਨ ਲੈਣੀ ਚਾਹੁੰਦਾ, ਲੈ ਲਵਾਂ ਹੁਣੇ, ਕਿਉਂਕਿ ਸ਼ਾਇਦ ਬਾਅਦ ਦੇ ਵਿੱਚ ਨਾ ਹੋ ਸਕੇ ਗੱਲ। ਬਰੀਫ ਚ। ਹਾਂ ਠੀਕ ਹੈ ਬੈਂਸ ਸਾਹਿਬ, ਤੁਹਾਡੀ ਬਿਲਕੁਲ ਜਸਟੀਫਿਕੇਸ਼ਨ ਬਿਲਕੁਲ ਠੀਕ ਹੈ। ਭਵਿੱਖ ਦੇ ਵਿੱਚ ਸਾਨੂੰ ਤਿਆਰ ਤਾਂ ਇਸੇ ਲਈ ਹੋਣਾ ਪੈਣਾ ਹੈ, ਪਰ ਇਸ ਵਕਤ ਸਥਿਤੀ ਇਹ ਹੈ ਕਿ ਸਾਡਾ ਜਿਹੜਾ ਫਾਰਮਰ ਹੈ ਉਹ ਛੋਟਾ ਫਾਰਮਰ ਹੈ, ਬਹੁਤ ਜ਼ਿਆਦਾ ਹੈ। ਤੇ ਤੁਸੀਂ ਕਿਉਂਕਿ ਫਾਰਮਰ ਹੋ, ਤੁਹਾਨੂੰ ਪਤਾ ਹੈ, ਇੱਕਦਮ ਓਵਰਨਾਈਟ ਹੀ ਚੇਂਜ ਕਰ ਦੇਣੀ, ਤੇ ਇਹਦੇ ਲਈ ਪਹਿਲਾਂ ਕਿਸੇ ਕਿਸਮ ਦੀ
ਲੋਕਾਂ ਦੇ ਵਿੱਚ ਉਹ ਲਹਿਰ ਚਲਾਉਣੀ ਅਫੀਸ਼ੀਅਲ ਲੈਵਲ ਤੇ, ਲੋਕਾਂ ਦੇ ਲੈਵਲ ਤੇ, ਤਾਂ ਕਿ ਲੋਕ ਉਸ ਲਈ ਤਿਆਰ ਹੋ ਸਕਣ। ਕਿਉਂਕਿ ਲੋਕਾਂ ਨੂੰ, ਫਾਰਮਰਸ ਨੂੰ ਇੱਕਦਮ ਇਹ ਲੱਗਿਆ ਕਿ ਇਹ ਤਾਂ ਹੁਣ ਇਸ ਰਬੀ ਸੀਜ਼ਨ ਤੋਂ ਲਾਗੂ ਹੋ ਜਾਣਾ ਹੈ, ਖਰੀਫ ਤੋਂ ਲਾਗੂ ਹੋ ਜਾਣਾ ਹੈ, ਤੇ ਅਸੀਂ ਮੰਡੀ 'ਚ ਨਹੀਂ ਵੇਚ ਸਕਣਾ, ਕਿਉਂਕਿ ਉਹਨਾਂ ਨੂੰ ਇਹ ਹੈ ਕਿ ਜਦੋਂ ਸਰਕਾਰ ਦੀ ਇਹ ਪਲੈਨਿੰਗ ਹੈ ਕਿ ਪ੍ਰਾਈਵੇਟ ਮੰਡੀਆਂ ਆ ਗਈਆਂ ਤੇ ਐਮਐਸਪੀ ਭਾਵੇਂ ਰਹੀ ਜਾਵੇ, ਜਦੋਂ ਕਿਸੇ ਨੇ ਖਰੀਦਣੀ ਨਹੀਂ ਆਉਣਾ ਤੇ ਫਿਰ ਸਾਨੂੰ ਉੱਥੇ ਮੰਡੀ 'ਚ ਤੇ ਕਿਸੇ ਨੇ ਨਹੀਂ ਖਰੀਦਣਾ। ਸੋ ਤੁਹਾਡੀ ਸੁਜੈਸ਼ਨ ਬਹੁਤ ਅੱਛੀ ਹੈ, ਕਿਉਂਕਿ ਭਵਿੱਖ ਵਿੱਚ ਜਾਣਾ ਤੇ ਉੱਧਰ ਹੀ ਪੈਣਾ ਸਾਨੂੰ, ਭਾਵੇਂ 10 ਸਾਲਾਂ ਨੂੰ ਚਾਹੀਏ, 5 ਨੂੰ ਚਾਹੀਏ, ਲੇਕਿਨ ਇਹਨੂੰ ਇੱਕਦਮ ਲਾਗੂ ਕਰਨ ਨਾਲ ਜਿਹੜਾ ਸ਼ੌਕ ਲੱਗਿਆ ਨਾ ਕਿਸਾਨਾਂ ਨੂੰ, ਇਹ ਐਜੀਟੇਸ਼ਨ ਉਹਦਾ ਹਿੱਸਾ ਹੈਗੀ ਹੈ। ਐਜੀਟੇਸ਼ਨ ਇਸ ਗੱਲ ਦਾ ਹਿੱਸਾ ਨਹੀਂ ਹੈਗੀ ਕਿ ਫਾਰਮਰ ਜਿਹੜਾ ਉਹ ਨਵੀਂ ਟੈਕਨੋਲੋਜੀ, ਨਵੇਂ ਸਿਸਟਮ ਨੂੰ ਅਡਾਪਟ ਨਹੀਂ ਕਰਨਾ ਚਾਹੁੰਦਾ। ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਇਹ ਇੱਕਦਮ ਬਦਲਣਾ ਜਿਹੜਾ, ਇਹਦੇ ਨਾਲ ਜਿਹੜੇ ਡੈਮੇਜ ਹੈ ਉਹ ਕੰਟਰੋਲ ਕਿਵੇਂ ਹੋ ਸਕਦੇ ਆ, ਫਾਰਮਰਸ ਯੂਨੀਅਨ ਲੈਵਲ ਤੇ, ਫਾਰਮਰਸ ਲੈਵਲ ਤੇ, ਗਵਰਨਮੈਂਟ ਲੈਵਲ ਤੇ? ਮੇਰਾ ਜੀ ਵਿਚਾਰ ਇਹ ਹੈ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਹਾਂਜੀ, ਦੇਖੋ ਹਜੇ ਤੱਕ ਤਾਂ ਐਮਐਸਪੀ ਇਹਨਾਂ ਨੇ ਤੋੜੀ ਨਹੀਂ ਹੈਗੀ, ਐਂਡ ਐਮਐਸਪੀ ਜਿਹੜਾ ਹੈਗਾ ਇਹ ਜਾਰੀ ਰਹੇਗੀ, ਬਿਕੋਜ਼ ਹਜੇ ਇਹਨਾਂ ਨੂੰ ਅਨਾਜ ਦੀ ਲੋੜ ਵੀ ਹੈ, ਇੰਡੀਆ ਨੂੰ ਲੋੜ ਹੈ। ਐਂਡ ਜੋ ਵੀ ਜਿਹੜੇ 3 ਜਿਹੜੇ ਇਹਨਾਂ ਨੇ ਕਾਨੂੰਨ ਲਿਆਂਦੇ ਆ, ਇਹਦੇ ਵਿੱਚ ਐਮਐਸਪੀ ਤੋੜਨ ਦੀ ਤਾਂ ਗੱਲ ਨਹੀਂ ਹੋਈ। ਪਹਿਲਾ ਤਾਂ ਹੈਗਾ ਐਸੈਂਸ਼ੀਅਲ ਕਮੋਡਿਟੀ ਐਕਟ ਵਿੱਚ ਇਹਨਾਂ ਨੇ ਜਿਹੜੀਆਂ ਰਿਪਰੈਸਿਵ ਸੀਗੀਆਂ ਧਾਰਾਵਾਂ, ਉਹਨਾਂ ਨੇ ਉਹ 'ਚ ਖੋਲ ਦੇ ਦਿੱਤੀ। ਦੂਸਰਾ ਹੈਗਾ ਜਿਹੜਾ APMC 'ਚ ਹੈ, ਇਹਨਾਂ ਨੇ ਪ੍ਰਾਈਵੇਟ ਮੰਡੀਆਂ ਨੂੰ ਅਲਾਉ ਕਰ ਦਿੱਤਾ। ਤਾਂ ਸਰਕਾਰੀ ਮੰਡੀ ਵੀ ਹੈ, ਉਹ 'ਚ ਯੂ ਹੈਵ ਦ ਚੋਇਸ, ਜਿੱਥੇ ਜਾਣਾ ਹੈਗਾ ਆਪਣਾ ਮਾਲ ਲੈ ਕੇ ਜਾਓ। ਐਮਐਸਪੀ ਹਜੇ ਤੋੜੀ ਨਹੀਂ ਹੈ, ਸਿਸਟਮ ਵਿੱਚ ਚਲੇਗਾ। ਪਰ ਇਹ ਹੌਲੀ ਹੌਲੀ ਇਹਨਾਂ ਨੇ ਇਸ ਸਿਸਟਮ ਨੂੰ ਸਟੈਪ ਬਾਏ ਸਟੈਪ ਇਹਨੂੰ ਵਾਈਂਡ ਅਪ ਕਰਨਾ ਹੈ ਐਂਡ ਮਾਰਕੀਟ ਵੱਲ ਲੈ ਕੇ ਆਉਣਾ ਹੈ। ਐਂਡ ਇਹ ਇਸ ਵੇਲੇ ਜਿਸ ਤਰ੍ਹਾਂ ਤੁਸੀਂ ਅਰਜ਼ ਕੀਤਾ ਵੀ ਇੱਕਦਮ ਤਾਂ ਇਹਨਾਂ ਨੇ ਕੁਝ ਨਹੀਂ ਕੀਤਾ, ਇਹਨਾਂ ਨੇ ਅਨੇਬਲਿੰਗ ਕਲੌਜ਼ਸ ਲਿਆਂਦੀਆਂ ਟੂ ਬ੍ਰਿੰਗ ਐਗਰੀਕਲਚਰ ਇਨ ਦੀ ਮਾਰਕੀਟ ਇਕੋਨਮੀ। ਐਂਡ ਦੂਸਰਾ ਹੈਗਾ ਕੰਟਰੈਕਟ ਫਾਰਮਿੰਗ ਦਾ। ਕੰਟਰੈਕਟ ਫਾਰਮਿੰਗ ਦਾ ਮੈਂ ਬੜਾ ਮੁਤਫਿਕ ਹਾਂ। ਤੁਸੀਂ ਦੇਖ ਲਓ, ਇੱਕ ITC ਕੰਪਨੀ ਇੱਥੇ ਪੰਜਾਬ 'ਚ ਆਈ, ਇਹਨਾਂ ਨੇ ਆਲੂ ਦੇ ਨਵਾਂ ਬੀਜ ਤਿਆਰ ਕਰਨ ਦੀ ਬੜਾ ਵੱਡਾ ਇੱਥੇ ਟੈਕਨੋਲੋਜੀ ਲਿਆਂਦੀ। ਇਹ 'ਚ ਡਿਸਟ੍ਰਿਕਟਸ ਆਫ ਮੋਗਾ, ਜਗਰਾਉਂ, ਲੁਧਿਆਣਾ, ਇਹਨਾਂ ਨੇ ਹਜ਼ਾਰਾਂ ਏਕੜ ਜਿਹੜੇ ਹੈਗੇ ਆਲੂ ਲਵਾਏ, ਅੱਛਾ ਸੀਡ ਦਿੱਤਾ। ਇਹਦੇ ਵਿੱਚ ਜਿਹੜੀ ਪੋਟੈਟੋ ਦੀ ਜਿਹੜੀ ਸਾਡੀ ਸੀਡ ਦੀ ਮਾਰਕੀਟ ਹੈ ਵਧੀ ਹੈ, ਪੋਟੈਟੋ ਦੀ ਸੀਡ ਦੀ ਕੁਆਲਿਟੀ ਵਧੀ ਹੈ, ਲੋਕਾਂ ਨੂੰ ਨਿਊ ਟੈਕਨੋਲੋਜੀ ਇਹਨਾਂ ਨੇ ਮਾਹਰ ਲਿਆਂਦੇ, ਇਹਨਾਂ ਨੇ ਦਿੱਤੇ। ਇਸ ਤਰ੍ਹਾਂ ਹੀ ਪੈਪਸੀ ਨੇ, ਤੁਸੀਂ ਦੇਖ ਲਓ, ਪੈਪਸੀ ਨੇ ਜਦੋਂ ਇੱਥੇ ਪੋਟੈਟੋ ਚਿਪਸ ਦਾ ਪਲਾਂਟ ਲਾਇਆ ਤਾਂ ਭਵਾਨੀਗੜ੍ਹ ਲਾਗੇ ਤੁਸੀਂ ਆਲੇ ਵਾਲੇ ਦੇਖੋ, ਜਿਹੜੇ ਹੈਗੇ ਆ ਕਿਸਾਨ ਜਿਹੜੇ ਹੈਗੇ ਆ ਇਹਦਾ ਲਾਹਾ ਲੈ ਰਹੇ ਆ। ਸੋ ਕੰਟਰੈਕਟ ਫਾਰਮਿੰਗ ਕੋਈ ਜ਼ਰੂਰੀ ਨਹੀਂ ਹੈ ਵੀ ਤੁਸੀਂ ਕਿਸੇ ਨਾਲ ਕਰਨੀ ਹੈ। ਯੂ ਆਰ ਫ੍ਰੀ, ਯੂ ਕੈਨ ਸਾਈਨ ਇਟ, ਯੂ ਡੋਂਟ ਵਾਂਟ ਟੂ ਸਾਈਨ ਇਟ, ਯੂ ਡੋਂਟ ਸਾਈਨ ਇਟ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਹਜੇ ਤੱਕ ਤਾਂ ਕੋਈ ਐਸੀ ਕੋਈ revolutionary change ਨਹੀਂ ਲਿਆਂਦੀ, ਪਰ enabling changes ਲਿਆਂਦੀਆਂ ਇਹਨਾਂ ਨੇ to bring agriculture in the market economy। ਮੇਰਾ ਜਵਾਬ ਸ਼ਾਇਦ ਕੁਝ ਕਲੈਰੀਫਿਕੇਸ਼ਨ ਲਿਆ ਤੁਹਾਡੇ ਜਿਹੜੇ ਸਵਾਲ ਦਾ ਕੋਈ ਦੇਣ ਦੀ ਜਿਹੜਾ ਹੈਗਾ ਕੋਈ ਕਲੈਰੀਫਿਕੇਸ਼ਨ ਆਈ ਹੋਏਗੀ। ਠੀਕ ਹੈ ਡਾਕਟਰ ਸਾਹਿਬ, ਕਿਉਂਕਿ ਲੰਮੀ ਬਹਿਸ ਹੋ ਜਾਣੀ ਫਿਰ ਬਾਕੀਆਂ ਦਾ ਜਿਹੜਾ ਉਹ ਰਹਿ ਜਾਣਾ ਟਾਈਮ। ਸ਼ੁਕਰੀਆ ਬੈਂਸ ਸਾਹਿਬ, ਬਹੁਤ ਬਹੁਤ ਤੁਹਾਡਾ। ਆਪਾਂ ਪ੍ਰਾਈਵੇਟਲੀ ਕਰ ਸਕਦੇ ਹਾਂ। ਹਾਂ ਸ਼ੋਰ ਸਰ, ਸ਼ੋਰ। ਹਾਂਜੀ 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 ਹਾਂਜੀ। ਮੈਨੂੰ ਬੋਲਣ ਦੀ ਆਗਿਆ ਮਿਲ ਗਈ ਹੈ ਜੀ ਦੁਬਾਰਾ ਤੋਂ? ਹੈਲੋ ਹੈਲੋ। ਹਾਂਜੀ ਹਾਂਜੀ ਬੋਲੋ ਸਰ ਤੁਸੀਂ। ਬਾਈ ਜੀ। ਹਾਂ ਸਰ, ਮੈਂ ਜੋ ਬੈਂਸ ਸਾਹਿਬ ਹੋਰਾਂ ਨੇ ਕਿਹਾ ਤੁਹਾਡੇ ਸਵਾਲ 'ਚ 2 ਜਾਂ 1.5 ਮਿੰਟ ਹੋਰ ਲੈਣਾ। ਕਾਫੀ ਤਾਂ ਰਵਿੰਦਰ ਬੈਂਸ ਹੋਰਾਂ ਨੇ ਕਲੀਅਰ ਕੀਤਾ ਹੈ ਕਿ ਜਿਹੜਾ ਫਾਰਵਰਡ ਹੈ ਕਿ ਇਹ ਸਡਨ ਨਹੀਂ ਹੈਗਾ ਜਿਵੇਂ ਉਹਨਾਂ ਨੇ ਕਿਹਾ। ਮੈਂ ਥੋੜਾ ਬੈਕਵਰਡ ਵੀ ਦੱਸਣਾ ਚਾਹੁੰਦਾ ਕਿ ਇੱਕਦਮ ਨਹੀਂ ਹੋ ਗਿਆ ਇਹ ਸਾਰਾ। ਐਟਲੀਸਟ ਮੈਥੋਂ ਪਹਿਲਾਂ ਵੀ ਹੋ ਰਿਹਾ ਹੋਏਗਾ, 2010 ਤੋਂ, ਤੇ ਮੈਂ ਹੀ ਐਸੋਸੀਏਟਡ ਹੈਗਾ ਇਹਦੇ ਨਾਲ, ਕਿ ਇਹੀ ਲੋਕ ਜਿਹੜੇ ਹੁਣ ਐਜੀਟੇਸ਼ਨ ਨੂੰ ਲੀਡ ਕਰ ਰਹੇ ਆ, ਇਹਨਾਂ ਚੋਂ ਘੱਟੋ ਘੱਟ 7-8 ਨੂੰ ਤਾਂ ਮੈਂ ਨਿੱਜੀ ਤੌਰ ਤੇ ਜਾਣਦਾ ਹੈਗਾ, ਜਿਹੜੇ ਮੇਰੇ ਨਾਲ ਪਾਰਟਿਸਿਪੇਟ ਕਰਦੇ ਰਹੇ ਆ। ਜਦੋਂ ਤੋਂ ਕਿਹਾ ਜਾਣ ਲੱਗਾ ਕਿ MSP ਬੜੀ ਮੁਸ਼ਕਲ ਆ ਰਹੀ ਆ ਤਾਂ
ਜਦੋਂ ਮਨਮੋਹਨ ਸਿੰਘ ਗਵਰਨਮੈਂਟ ਵੇਲੇ ਸਾਨੂੰ ਕਿਹਾ ਗਿਆ ਕਿ ਤੁਸੀਂ ਇਹ ਕਰੋ, ਔਰ ਪੰਜਾਬ ਸਰਕਾਰ ਨੇ ਰਜਿਸਟਰ ਕੀਤਾ ਕਿ ਅਸੀਂ ਪ੍ਰਾਈਵੇਟ ਮੰਡੀ ਨਹੀਂ ਅਲਾਉ ਕਰਨੀ, ਉਦੋਂ ਅਸੀਂ ਜਾ ਕੇ ਸਟੱਡੀ ਵੀ ਕਰਕੇ ਆਏ, ਕਈ ਸਟੇਟਾਂ ਨੇ ਉਦੋਂ ਦੀ ਕੀਤੀ ਹੈ, ਔਰ ਰਿਪੋਰਟ ਇਹੀ ਮਿਲ ਰਹੀ ਸੀ। ਮੈਂ ਗਵਰਨਮੈਂਟ ਨੂੰ ਦੱਸ ਰਿਹਾ ਸੀ ਜੇ ਕਰ ਵੀ ਦਈਏ ਤਾਂ ਬੜੀ ਮੁਸ਼ਕਲ ਨਾਲ ਪ੍ਰਾਈਵੇਟ ਪਲੇਅਰ ਲਿਆਉਣੇ ਪੈਣੇ ਆ, ਐਡੀ ਛੇਤੀ ਆ ਵੀ ਨਹੀਂ ਚੱਲੇ। ਪਰ ਗਵਰਨਮੈਂਟ ਕਹਿ ਰਹੀ ਸੀ ਕਿ ਵੋਟਾਂ ਨੇੜੇ ਹੈਗੀਆਂ 12 ਵਾਲੀਆਂ, 11 ਦੀ ਮੈਂ ਗੱਲ ਦੱਸ ਰਿਹਾ, ਕਿ ਅਸੀਂ ਆੜਤੀਆਂ ਨੂੰ ਨਾਰਾਜ਼ ਨਹੀਂ ਕਰ ਸਕਦੇ, ਕਿਸਾਨਾਂ ਦੀ ਕੋਈ ਗੱਲ ਨਹੀਂ, ਕਿਸਾਨਾਂ ਦੀਆਂ ਮੰਗਾਂ ਹੈਗੀਆਂ ਕਿ ਕਰੋ ਜੀ ਇਹ ਕਰੋ। ਪਰ ਆੜਤੀ ਯੂਨੀਅਨ ਦਾ ਪ੍ਰਧਾਨ ਵਾਈਸ ਚੇਅਰਮੈਨ ਸੀਗਾ ਮੰਡੀ ਬੋਰਡ ਦਾ, ਕਿ ਅਸੀਂ ਉਹਨਾਂ ਨੂੰ ਵੀ ਨਾਰਾਜ਼ ਨਹੀਂ ਕਰ ਸਕਦੇ, ਵੀ ਵਿਲ ਰਜਿਸਟ ਇਟ, ਅਸੀਂ ਇਹ ਨਹੀਂ ਆਉਣ ਦੇਵਾਂਗੇ। ਫਿਰ ਮੈਂ ਉਸ ਕਮੇਟੀ 'ਚ ਵੀ ਰਿਹਾ ਜਿਹੜੀ ਡਾਈਵਰਸੀਫਿਕੇਸ਼ਨ ਦੀ ਕਮੇਟੀ ਰਹੀ ਪੰਜਾਬ ਦੀ, ਔਰ ਕਦੋਂ ਤੋਂ ਲੱਗੀ ਹੋਈ ਸੀ ਪਹਿਲੀ ਗਵਰਨਮੈਂਟ ਹੀ ਕਿ ਡਾਈਵਰਸੀਫਿਕੇਸ਼ਨ ਵੱਲ ਲੈ ਜਾਓ, MSP ਦੀਆਂ ਮੁਸ਼ਕਲਾਂ ਆਉਣਗੀਆਂ। ਕਿੰਨੇ 100 ਕਰੋੜ ਰੁਪਈਆ ਅਸੀਂ ਡਾਈਵਰਸੀਫਿਕੇਸ਼ਨ ਦਾ ਫੰਡ ਵੀ ਲੈ ਕੇ ਟਰਾਈ ਕੀਤੀ, ਕਦੇ ਉਹ ਸਿਸਟਮ ਨਹੀਂ ਠੀਕ ਆਇਆ, ਕਦੀ ਉਹ ਨਹੀਂ ਆਇਆ। ਸੋ ਇੱਕ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਡਨਲੀ ਨਹੀਂ ਹੋਇਆ, ਇਹ ਪਿੱਛੇ ਤੋਂ ਇਹ ਲੋਕ ਜਿਹੜੇ ਅੱਜ ਐਜੀਟੇਸ਼ਨ ਨੂੰ ਲੀਡ ਕਰ ਰਹੇ ਆ, ਪਾਰਟਿਸਿਪੇਟ ਕਰਦੇ ਰਹੇ ਆ ਇਨ ਡਿਫਰੈਂਟ ਵੇਜ਼, ਕਿ ਹਾਂਜੀ ਹਾਂ ਇਹਦੀ ਤਾਂ ਐਂ ਕਰੋ, ਸਰਕਾਰ ਕਿਉਂ ਨਹੀਂ ਹੋਣ ਦੇ ਰਹੀ, ਉਹ ਚਾਹੁੰਦੀ ਹੈ ਤਾਂ ਇਹ ਕਿਉਂ ਨਹੀਂ। ਇਹਨਾਂ ਦੀਆਂ ਕੁਝ ਅਫੀਲੀਏਸ਼ਨ ਸੀਗੀਆਂ ਜਿਨ੍ਹਾਂ ਦੀ ਉਸ ਵੇਲੇ ਦੀ ਸੈਂਟਰ ਗਵਰਨਮੈਂਟ ਨਾਲ ਸੀ, ਉਹ ਕਹਿੰਦੇ ਸੀ ਕਿ ਇਹ ਵਾਲੀ ਗਵਰਨਮੈਂਟ ਆਪੋਜੀਸ਼ਨ ਦੀ ਸੀ ਉਸ ਵੇਲੇ ਪੰਜਾਬ ਦੀ, ਜਿਹੜੀ ਅਕਾਲੀ BJP ਗਵਰਨਮੈਂਟ ਸੀ, ਕਿ ਇਹ ਨਹੀਂ ਹੋਣ ਦੇ ਰਹੇ, ਤਾਂ ਪਰ ਗਵਰਨਮੈਂਟ ਰਜਿਸਟਰ ਕਰਦੀ ਰਹੀ। ਸੋ ਅਗਲੀ ਜਿਹੜੀ ਫਾਰਵਰਡ ਤੇ ਬੈਂਸ ਸਾਹਿਬ ਹੋਰਾਂ ਨੇ ਦੱਸ ਹੀ ਦਿੱਤਾ ਕਿ ਇਟ ਇਜ਼ ਨਾਟ ਗੋਇੰਗ ਟੂ ਹੈਪਨ ਸਡਨਲੀ। ਜਿੰਨਾ ਸਟੇਟਾਂ ਨੇ ਇਹਦੇ ਕੁਛ ਪਾਰਟ, ਈਵਨ ਕੰਟਰੈਕਟ ਐਕਟ ਸਾਡਾ ਵੀ ਪੈਪਸੀ ਦਾ ਕਦੋਂ ਦਾ ਹੋਇਆ, ਉਹ ਨਹੀਂ ਆਉਣਾ ਚਾਹੁੰਦੀਆਂ ਮਲਟੀਨੈਸ਼ਨਲ, ਇੱਥੇ ਉਹਨਾਂ ਦੇ ਆਪਣੇ ਇਸ਼ੂਜ਼ ਹੈਗੇ ਆ, ਕਿ ਜੇ ਅਸੀਂ ਬੁਲਾ ਕੇ ਵੀ ਲਿਆਉਂਦੇ ਆ। ਅਡਾਨੀ ਵਾਲਾ ਜਿਹੜਾ ਹੈਗਾ, ਮੈਂ ਮਾਰਕਫੈਡ ਦਾ ਜਦੋਂ MD ਸੀਗਾ, ਮੈਂ ਹੋਰ ਲਿਆਉਣੇ ਚਾਹੇ ਸਾਈਲੋ ਵਾਲੇ ਇੱਥੇ, ਜਿੰਨਾ ਸਾਡੇ ਉੱਪਰ ਵੱਧਦਾ ਜਾ ਰਿਹਾ ਸੀ ਸਟੋਰੇਜ ਦਾ ਮਾਮਲਾ, ਕੋਈ ਉਹ ਨਹੀਂ ਆਉਣਾ ਚਾਹੁੰਦੇ। ਸੋ ਏਦਾਂ ਨਹੀਂ ਹੈ ਕਿ ਬਣ ਗਿਆ ਤੇ ਆ ਗਏ ਤੇ ਫਟਾਫਟ ਮਾਰੇ ਗਏ, ਉਹ ਹੋ ਗਏ। ਕੋਈ ਏਜੰਡਾ ਸ਼ਾਇਦ ਕੋਈ ਡੀਪ ਬਰੀਕੀ ਨਾਲ ਦੇਖਣ ਦੀ ਜ਼ਰੂਰਤ ਹੈਗੀ ਆ। ਥੈਂਕ ਯੂ ਜੀ। ਹਾਂ ਸਿੱਧੂ ਸਾਹਿਬ ਵੈਲਕਮ ਵੈਸ ਸਾਹਿਬ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਬਹੁਤ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਟਰੈਵਲ ਦੇ ਵਿੱਚ ਹੈਗਾ ਇੱਥੇ। ਅੱਛਾ ਸੁਣ ਰਹੇ ਹੋ? ਅੱਛਾ ਤੁਸੀਂ ਤਾਂ ਮੈਂ 2 ਮਿੰਟ ਦੇ ਵਿੱਚ ਆਪਣੇ ਵਿਚਾਰ। ਸਿੱਧੂ ਸਾਹਿਬ ਜਿਹੜਾ ਜਿੰਨੀ ਕਿ ਮੈਂ ਡਿਸਕਸ਼ਨ ਸੁਣੀ ਆ ਹੁਣ ਤੱਕ, 2 ਵਿਚਾਰ ਸਾਹਮਣੇ ਆਏ ਨੇ। ਇੱਕ ਤਾਂ ਇਹ ਹੈ ਕਿ ਜਿਸ ਤਰ੍ਹਾਂ ਪਹਿਲਾਂ ਸੀਗਾ ਕਿ ਇਹ ਜਿਹੜੇ ਸਾਡੇ ਐਕਟ ਨੇ ਇਹ ਆਮ ਕਿਸਾਨ ਦੇ ਲਈ ਫਾਇਦੇਮੰਦ ਹੈਗੇ ਜਾਂ ਨਹੀਂ ਹੈਗੇ। ਤੋਂ ਜਿਹੜਾ ਹੁਣੇ ਮੈਂ ਸੁਣ ਕੇ ਹਟਿਆ ਅਰਵਿੰਦਰ ਜੀ ਦਾ ਤੇ ਉਹਨਾਂ ਦੇ ਹੈਲੋ ਸਰ ਆਵਾਜ਼ ਆ ਰਹੀ ਹੈ ਤੁਹਾਡੀ? ਅੱਛਾ, ਉਹਨਾਂ ਦੇ ਵਿਚਾਰ ਇਹ ਨੇ ਕਿ ਜਿਹੜੇ ਇਹ ਐਕਟ ਨੇ, ਇਹ ਜਿਹੜਾ ਸਿਸਟਮ ਹੈਗਾ ਉਹ ਆਉਣਾ ਚਾਹੀਦਾ ਔਰ ਉਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ। ਲੇਕਿਨ ਜਿਸ ਤਰੀਕੇ ਦੇ ਨਾਲ ਸਿਸਟਮ ਲਿਆਂਦਾ ਗਿਆ ਉਹ ਤਾਂ ਖੁਦ ਵੀ ਮੇਰਾ ਖਿਆਲ ਹੈ ਦੋਨੋਂ ਖਾਸ ਤੌਰ ਤੇ ਅਰਵਿੰਦਰ ਜੀ ਇਹ ਮੰਨ ਚੁੱਕੇ ਨੇ ਕਿ ਉਹਦਾ ਲਿਆਉਣ ਦਾ ਤਰੀਕਾ ਗਲਤ ਹੈ। ਤੇ ਮੇਰਾ ਖਿਆਲ ਹੈ ਇਹੀ ਅਪਰੋਚ ਜੌਲ ਸਾਹਿਬ ਦੀ ਵੀ ਸੀਗੀ ਕਿ ਜੋ ਤਰੀਕਾ ਉਹ ਗਲਤ ਹੈ, ਕਾਨੂੰਨ ਠੀਕ ਨੇ, ਤਾਂ ਇਹਦੇ ਨਾਲ ਫਾਇਦਾ ਹੋਊਗਾ। ਪਰ ਇਹਦੇ ਵਿੱਚ ਸਿਰਫ ਮੈਂ ਨਾ ਜੀ 2 ਕੁਐਸਚਨ ਕਰਨਾ ਚਾਹੁੰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਹੁਣ ਐਕਟ ਲਿਆਂਦਾ ਗਿਆ, ਜਿਹੜਾ APMC ਦੇ ਬਦਲੇ ਦੇ ਵਿੱਚ ਹੁਣ ਐਕਟ ਲਿਆਂਦਾ ਗਿਆ, ਕਿਆ ਉਹ ਐਕਟ ਉਹੀ ਮਨਸ਼ਾ ਦੇ ਨਾਲ ਲਿਆਂਦਾ ਗਿਆ ਜੋ ਮਨਸ਼ਾ ਹੋਣੀ ਚਾਹੀਦੀ ਸੀ? ਕੇਂਦਰ ਸਰਕਾਰ ਦੀ ਜੋ ਮਨਸ਼ਾ ਹੁਣ ਜਿਹੜਾ ਐਕਟ ਦੇ ਪ੍ਰੋਵੀਜ਼ਨ ਨੇ, ਕਿਆ ਉਹ ਨੇ ਜੋ ਕਿ ਪੰਜਾਬ ਦੇ ਕਿਸਾਨ ਚਾਹੁੰਦੇ ਸੀ ਜਾਂ ਜਿਸ ਤਰੀਕੇ ਨਾਲ ਪੰਜਾਬ 'ਚ ਲਿਆਉਣਾ ਚਾਹੁੰਦੇ ਸੀ? ਕਿਉਂਕਿ ਉਸ ਐਕਟ ਦੇ ਮੁਤਾਬਕ ਜਿਹੜਾ ਮੈਂ ਹੁਣ ਇੱਕ ਸਟੇਟਮੈਂਟ ਦੇ ਰਿਹਾ, ਥੋੜਾ ਜਿਹਾ ਅਰਵਿੰਦਰ ਜੀ ਧਿਆਨ ਦੇਣ ਦੀ ਕਿਰਪਾਲਤਾ ਕਰਨ, ਕਿ ਕਿਆ ਹੁਣ ਇਸ ਦੇ ਵਿੱਚ ਜਿਹੜਾ ਅਸੀਂ ਕਾਮਰਸ ਸ਼ਬਦ ਯੂਜ਼ ਕੀਤਾ, ਟ੍ਰੇਡ ਸ਼ਬਦ ਯੂਜ਼ ਕੀਤਾ ਐਗਰੀਕਲਚਰ ਦੇ ਲਈ, ਉਹ ਪ੍ਰੋਪਰ ਹੈ? ਕਿਆ ਐਗਰੀਕਲਚਰ ਇੱਕ ਕਿੱਤਾ ਹੈ, ਇੱਕ ਰੁਜ਼ਗਾਰ ਹੈ ਸਾਡੇ ਕਿਸਾਨ ਦਾ, ਜਾਂ ਉਹ ਇੱਕ ਟ੍ਰੇਡ ਹੈ ਜਾਂ ਕਾਮਰਸ ਹੈ, ਵਣਜ ਹੈ ਜਾਂ ਟ੍ਰੇਡ ਹੈ? ਸੋ ਇਹਦੇ ਅੱਗੇ ਨੂੰ ਜੋ ਹਿਡਨ ਏਜੰਡਾ ਉਹਨੂੰ ਪਲੀਜ਼ ਇਹ ਸਮਝਣ ਦੀ ਕੋਸ਼ਿਸ਼ ਕਰਨ ਕਿ ਆਉਂਦੇ ਸਮੇਂ ਦੇ ਵਿੱਚ ਕਿਸਾਨ ਦਾ ਜਦੋਂ ਇਹ ਕਿੱਤਾ ਨਹੀਂ ਰਹਿ ਜਾਣਾ, ਉਹ ਟ੍ਰੇਡ ਬਣ ਜਾਣਾ, ਉਹ ਕਾਮਰਸ ਬਣ ਜਾਣਾ, ਉਹ ਇਨਕਮ ਟੈਕਸ ਵੀ ਆਏਗਾ ਕਿਸਾਨ ਤੇ, ਇਨਕਮ ਟੈਕਸ ਵੀ ਲੱਗੇਗਾ, ਜੋ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ ਉਹ ਵੀ ਖਤਮ ਹੋਣਗੀਆਂ। ਸੋ ਇੰਨਾ ਸਿੰਪਲ ਨਹੀਂ ਹੈ ਇਹ ਕਹਿ ਦੇਣਾ ਕਿ ਇਹ ਸਿਰਫ ਤਰੀਕਾ ਗਲਤ ਹੈ, ਕਾਨੂੰਨ ਸਹੀ ਨੇ। ਜੇ ਕਾਨੂੰਨ ਜਿਹੜਾ ਬਣਾਇਆ ਗਿਆ ਉਹ ਜਿਸ ਤਰ੍ਹਾਂ ਪਹਿਲਾਂ ਸਾਡਾ ਕਾਨੂੰਨ ਬਣਿਆ ਹੋਇਆ 1961 ਦਾ ਐਕਟ ਪੰਜਾਬ ਦੇ ਵਿੱਚ ਬਣਿਆ ਹੋਇਆ ਹੈਗਾ, ਜੇ ਉਹਦੇ ਨਾਲ ਸੁਮੇਲ ਖਾਂਦਾ ਹੋਵੇ ਫਿਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ।
ਉਹਦੇ ਨਾਲ ਕਿਸਾਨ ਦਾ ਫਾਇਦਾ ਵੀ ਹੋ ਸਕਦਾ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ ਦੂਸਰਾ ਐਕਟ ਜਿਹੜਾ ਬਣਾਇਆ ਜਿਹਦੇ 25 ਸੈਕਸ਼ਨਸ ਹੈਗੀਆਂ ਨੇ, ਉਸ ਦਾ ਤੋਂ ਜਿਹੜਾ ਕੰਟਰੈਕਟ ਐਕਟ 2013 ਦਾ ਬਣਿਆ ਹੋਇਆ ਉਹਨੂੰ ਆਪਾਂ ਕੰਪੇਅਰ ਕਰਕੇ ਦੇਖ ਲਓ, ਉਹਦੇ ਵਿੱਚ ਵੀ ਬਹੁਤ ਵੱਡਾ ਫਰਕ ਹੈਗੇ ਨੇ। ਜਿਹੜਾ 2013 ਦਾ ਹੈਗਾ ਉਹ ਕਿਸਾਨ ਪੱਖੀ ਕਿਹਾ ਜਾ ਸਕਦਾ, ਪਰ ਹੁਣ ਵਾਲਾ ਜਿਹੜਾ ਐਕਟ ਹੈ ਇਹ ਬਿਲਕੁਲ ਹੀ ਕੋਆਪਰੇਟ ਘਰਾਣਿਆਂ ਦਾ ਜਾਂ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਦਾ ਪੱਖੀ ਗਿਣਿਆ ਜਾਂਦਾ ਕਿ ਕਿਹਾ ਜਾਵੇਗਾ ਜੇ ਸਾਰਾ ਅਸੀਂ ਪ੍ਰੋਵੀਜ਼ਨ, ਕਿਉਂਕਿ ਟਾਈਮ ਬਹੁਤ ਘੱਟ ਹੈ ਹੁਣ ਇੱਥੇ, ਔਰ ਮੇਰੇ ਕੋਲ ਤੇ ਇੱਥੇ ਰਾਤ ਦੇ ਟਾਈਮ ਵੀ ਬਹੁਤ ਜ਼ਿਆਦਾ ਹੋ ਚੁੱਕਿਆ। ਸੋ ਕਿਸੇ ਹੋਰ ਟਾਈਮ ਤੇ ਮੈਂ ਗੱਲ ਕਰਨੀ ਚਾਹੂੰਗਾ ਅਰਵਿੰਦਰ ਜੀ ਨਾਲ, ਪ੍ਰੋਵੀਜ਼ਨ ਟੂ ਪ੍ਰੋਵੀਜ਼ਨ ਡਿਸਕਸ ਕਰਕੇ ਕਿ ਇਸ ਨੂੰ ਆਪਾਂ ਇੰਨਾ ਛੇਤੀ ਨਾ ਕੰਕਲੂਜਨ ਕੱਢ ਲਈਏ ਕਿ ਜੋ ਐਜੀਟੇਸ਼ਨ ਕਿਸਾਨਾਂ ਦੀ ਹੈ ਉਹ ਬਿਨਾਂ ਬੁਨਿਆਦ ਤੋਂ ਹੈ ਜਾਂ ਉਸ ਦੇ ਪਿੱਛੇ ਕੋਈ ਰੀਜ਼ਨਿੰਗ ਨਹੀਂ ਹੈਗੀ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਮ ਸੌਰੀ ਕਿ ਮੈਂ ਜ਼ਿਆਦਾ ਟਾਈਮ ਨਹੀਂ ਲੈ ਪਾਊਂਗਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸਾਰੇ ਮਹਾਨ ਸ਼ਖਸੀਅਤਾਂ ਆਪਾਂ ਮੈਂ ਦੇਖ ਰਿਹਾ ਸਾਹਮਣੇ ਬੈਠੀਆਂ ਨੇ, ਮਿਲਣ ਦਾ ਵੀ ਮੌਕਾ ਮਿਲਿਆ, ਔਰ ਉਹ ਆਪਣੇ ਆਪ ਦੇ ਵਿੱਚ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਐਡਮਿਨਿਸਟ੍ਰੇਟਿਵ ਤੌਰ ਤੇ ਵੀ ਸਾਰਾ ਕੁਝ ਦੇਖਿਆ ਹੋਇਆ। ਪਰ ਇਹਨੂੰ ਇੰਨਾ ਸਿੰਪਲ ਨਾ ਲਵੋ, ਕਿਉਂਕਿ ਜਿਸ ਹਿਸਾਬ ਦੇ ਨਾਲ ਇੱਕ ਏਜੰਡਾ, ਹਿਡਨ ਏਜੰਡਾ ਲੈ ਕੇ ਇੱਕ ਪੋਲੀਟੀਕਲ ਪਾਰਟੀ ਦੇ ਪਿੱਛੋਂ ਜੋ ਉਹਨੂੰ ਗਵਰਨ ਕਰ ਰਹੀ ਹੈ ਉਹ ਚੱਲੇ ਹੋਏ ਨੇ, ਉਹਨੂੰ ਵੀ ਮੱਦੇਨਜ਼ਰ ਸਾਨੂੰ ਰੱਖਣਾ ਪਊਗਾ। ਜਿਸ ਤਰੀਕੇ ਦੇ ਨਾਲ ਐਕਟ ਪਾਸ ਹੁੰਦਾ, ਜਿਸ ਤਰੀਕੇ ਦੇ ਨਾਲ ਐਕਟ ਦੀਆਂ ਧਾਰਾਵਾਂ ਦੇ ਵਿੱਚ ਇੱਕ ਦੇ ਵਿੱਚ ਤੁਸੀਂ SDM ਦੀ ਪਾਵਰ ਹੈ, ਲੇਕਿਨ ਉੱਥੇ ਸਬ ਡਿਵੀਜ਼ਨਲ ਅਥਾਰਟੀ ਸ਼ਬਦ ਯੂਜ਼ ਕੀਤਾ ਹੈ। ਸਬ ਡਿਵੀਜ਼ਨਲ ਅਥਾਰਟੀ ਕੀ ਹੋਏਗਾ? ਸੋ ਇਹ ਬਹੁਤ ਬਰੀਕੀ ਨਾਲ ਦੇਖਣ ਦੀਆਂ ਗੱਲਾਂ ਨੇ, ਇਹਨੂੰ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਲੈ ਕੇ ਨਾ ਚੱਲੀਏ। ਪਰ ਫਿਰ ਵੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਖਾਸ ਤੌਰ ਤੇ ਸਿੱਧੂ ਸਾਹਿਬ ਤੁਹਾਡਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੈਕਟਰ ਫੂਡ ਸਪਲਾਈ ਦੇ ਤੌਰ ਤੇ ਭਾਰਤ ਸਰਕਾਰ ਦੇ ਨਾਲ ਮੀਟਿੰਗਾਂ ਕਰਨ ਜਾਂਦਾ ਸੀ ਜਦੋਂ, ਤਾਂ ਉਹ ਜਿਹੜੀ ਬੈਂਸ ਸਾਹਿਬ ਨੇ ਗੱਲ ਕੀਤੀ ਹੈ, ਇਹ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਬੁਰਾ ਦਿਖਾਈ ਦੇਣ ਲੱਗ ਗਿਆ ਸੀਗਾ। ਅਸੀਂ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਸਾਨੂੰ ਸਾਡੇ ਖਰਚੇ ਜਿਹੜੇ ਸੀ ਜ਼ਮੀਨ ਦੇ ਉੱਤੇ ਖਾਦ ਪਾ ਕੇ, ਪਾਣੀ ਪਾ ਕੇ ਲੋਕ ਨਸ਼ਈ ਹੋ ਗਏ, ਜ਼ਮੀਨਾਂ ਨਸ਼ਈ ਹੋ ਗਈਆਂ, ਕਿ ਤੁਸੀਂ ਸਾਨੂੰ ਮੁੱਲ ਨਹੀਂ ਦੇ ਰਹੇ, ਸਾਨੂੰ ਤੰਗ ਕਰ ਰਹੇ ਹੋ। ਉਹ ਕਹਿੰਦੇ ਸਰਦਾਰ ਜੀ ਸਾਨੂੰ ਤੁਹਾਡੀ ਕਣਕ ਦੀ ਲੋੜ ਨਹੀਂ, ਸਾਨੂੰ ਤੁਹਾਡੇ ਝੋਨੇ ਦੀ ਲੋੜ ਨਹੀਂ, ਸਾਡੇ ਕੋਲੇ ਜਿਹੜੇ ਦੂਜੇ ਸੂਬਿਆਂ ਚੋਂ ਆਉਣ ਲੱਗ ਗਿਆ, ਤੁਹਾਡੇ ਖਰਚੇ ਵੱਧ ਨੇ, ਨਾ ਬੀਜੋ। ਮਤਲਬ ਇਹ ਚੀਜ਼ਾਂ ਹੋਣ ਲੱਗ ਗਈਆਂ ਸੀਗੀਆਂ। ਜਿਹੜਾ ਸੀਗਾ ਕਿ ਉਹਦੇ ਖਰਚੇ ਵੱਧਦੇ ਸੀਗੇ, ਇਹ ਵੀ ਇੱਕ ਰੀਜਨ ਸੀਗਾ। ਤੇ ਹੁਣ ਗੱਲ ਚੱਲ ਇਹ ਆ ਗਈ ਕਿ MSP ਜਿਹੜੀ ਚੱਲ ਰਿਹਾ ਹੈ ਕਿ ਉਹ ਬਰਕਰਾਰ ਰਹੇਗੀ ਜਿੰਨ ਤੱਕ ਚੱਲੇਗਾ। MSP ਹੈਗੀ ਕਿ ਮਿਨੀਮਮ ਸਪੋਰਟ ਪ੍ਰਾਈਸ। ਮੈਂ ਕਹਿਣਾ ਕਿ ਜਿਹੜੀ MSP ਹੈ ਉਹ ਕਿਸਾਨ ਦੀ ਜਿਹੜੀ ਪ੍ਰੋਡਕਸ਼ਨ ਦੀ ਉਹਦੀ ਕੀਮਤ ਉਹਨਾਂ ਨੇ ਕਰਨੀ ਹੈ ਕਿ ਇੰਨੀ ਕੀਮਤ ਤੋਂ ਘੱਟ ਲੈ ਨਹੀਂ ਸਕਦੇ, ਤੇ ਜਿਹਦੇ ਵਿੱਚੋਂ ਹੁਣ ਪ੍ਰੋਡਿਊਸਰ ਜਿਹੜਾ ਉਹ ਲੂਜ਼ਰ ਹੈਗਾ, ਤੇ ਐਟ ਦੀ ਸੇਮ ਟਾਈਮ ਜਿਹੜਾ ਕੰਜ਼ਿਊਮਰ ਹੈ ਉਹ ਵੀ ਲੂਜ਼ਰ ਹੈਗਾ। ਜਿਹੜੀ ਮੱਕੀ ਦੀ ਛੱਲੀ ਹੈ ਜੱਟ ਦੇ ਖੇਤ ਦੇ ਵਿੱਚੋਂ ਉਹ 2 ਰੁਪਏ 3 ਰੁਪਏ ਦੇ ਵਿੱਚੋਂ ਆਉਂਦੀ ਹੈ, ਤੇ ਜਦੋਂ ਉਹਦੇ ਤੇ ਮੋਮੀ ਕਾਜ ਦਾ ਲਿਫਾਫਾ ਲਵੇਟ ਕੇ ਉਹਨੂੰ ਸੀਲ ਕਰਤਾ, ਫਿਰ ਉਹ 50-60 ਦੀ ਆਊ, ਤੇ ਜਦੋਂ ਇਹ ਆ ਭਾਣਾ ਵਰਤ ਗਿਆ ਫਿਰ ਇਹ 200-250 ਰੁਪਏ ਦੀ ਆਊਗੀ। ਕਿ ਜੇ ਸਾਡੀ MSP ਫਿਕਸ ਕਰਦੇ ਨੇ ਤੇ ਐਟ ਦੀ ਸੇਮ ਟਾਈਮ ਜਿਹੜੀ ਹੈ ਇਹ ਵੀ ਫਿਕਸ ਹੋਣਾ ਚਾਹੀਦਾ ਕਿ ਜਿਹੜੀ ਮੱਕੀ ਦੀ ਛੱਲੀ ਹੈ, ਕਣਕ ਦਾ ਆਟਾ ਹੈ, ਕਣਕ ਹੈ, ਇਹ ਮਾਰਕੀਟ ਦੇ ਵਿੱਚ ਜਾ ਕੇ ਉਹਦੇ ਨਾਲ ਜਿਹੜੇ ਵੈਲਿਊ ਐਡਡ ਸਭ ਕੁਝ ਉਹਦੇ ਖਰਚਿਆਂ ਨੂੰ ਲਾ ਕੇ ਜਦੋਂ ਫਿਕਸ ਕਰਾਂ ਤਾਂ ਉਹ ਕੰਜ਼ਿਊਮਰ ਨੂੰ ਕਿਸ ਕੀਮਤ ਤੋਂ ਵੱਧ ਨਹੀਂ ਮਿਲਣੀ ਚਾਹੀਦੀ। ਇਹ ਵੀ ਉਹਦਾ ਪਾਰਟ ਹੋਣਾ ਚਾਹੀਦਾ ਸੀ ਜੇ ਉਹਨਾਂ ਨੇ ਕੰਜ਼ਿਊਮਰ ਨੂੰ ਬਚਾਉਣਾ ਸੀਗਾ। ਦੂਸਰਾ ਕਿ ਜੇ ਜਿਵੇਂ ਸਬਸਿਡੀਆਂ ਖਤਮ ਹੋ ਜਾਣਗੀਆਂ ਤੇ ਆਪਣਾ ਜਿਹੜਾ ਹੈਗਾ ਇਨਕਮ ਟੈਕਸ ਲੱਗਣ ਦਾ ਵੀ ਖਦਸ਼ਾ ਹੈ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਮੇਰਾ ਵਿਚਾਰ ਬੜਾ ਰੈਵੋਲੂਸ਼ਨਰੀ ਹੈ, ਸ਼ਾਇਦ ਇਹਨੂੰ ਕੋਈ ਵੀ ਪਸੰਦ ਨਾ ਕਰੇ, ਲੇਕਿਨ ਮੈਂ ਇਹ ਕਹਿਣਾ ਕਿ ਤੜਕੇ ਹੀ ਇਨਕਮ ਟੈਕਸ ਲਾ ਦੇਣਾ ਚਾਹੀਦਾ ਹੈ। ਕਿਉਂਕਿ ਉਹਦਾ ਰੀਜ਼ਨ ਕੀ ਹੈਗਾ ਕਿ ਸਾਡਾ ਜਿਹੜਾ ਕਿਸਾਨ ਹੈਗਾ ਉਹਨੂੰ ਜਿਹੜੀਆਂ ਕੁਦਰਤੀ ਆਫਤਾਂ ਨੇ ਉਸ ਤੋਂ ਵੀ ਉਹਨੂੰ ਬਚਾਉਣਾ ਚਾਹੀਦਾ ਹੈ, ਉਹਦਾ ਇੰਸ਼ੋਰੈਂਸ ਵੀ ਹੋਣਾ ਚਾਹੀਦਾ ਹੈ। ਐਟ ਦੀ ਸੇਮ ਟਾਈਮ ਜਿਹੜਾ ਅੱਜ ਇੱਕੋ ਹੀ ਇੱਕ ਕਮਿਊਨਿਟੀ ਹੈ ਹਿੰਦੁਸਤਾਨ ਦੇ ਵਿੱਚ ਜਿੱਥੇ ਜੇ ਉਹ ਸੁਸਾਈਡ ਕਰ ਜੂ, ਫਾਹਾ ਲੈ ਜੂ, ਲੇਕਿਨ ਪੈਸੇ ਨਹੀਂ ਮੁੱਕਰਦਾ, ਉਹ ਦੁਬਾਰਾ ਨਹੀਂ ਕੱਢ ਸਕਦਾ। ਜਿੰਨੀਆਂ ਵੱਡੀਆਂ ਕੰਪਨੀਆਂ ਨੇ ਉਹ ਦੁਬਾਰਾ ਕੱਢ ਕੇ ਚੁਕਾ ਚੌੜ ਕਰਕੇ ਜਾਂਦੇ ਕਿ ਸਾਡੇ ਕੋਲ ਤਾਂ ਹੈ ਨਹੀਂ, ਸਾਡਾ ਹਜ਼ਾਰਾਂ ਕਰੋੜ ਰੁਪਏ, ਸਾਡਾ 5 ਪੈਸੇ ਪ੍ਰਤੀ ਆਉਂਦਾ ਤੇ ਖਰਚ ਕੇ। ਸੋ ਇਹ ਐਡਵਾਂਟੇਜ ਵੀ ਨੇ, ਜੱਟ ਦੀ ਅਣਖ ਹੈ, ਕਿਸਾਨ ਦੀ ਅਣਖ ਹੈ, ਅਣ ਕਰਕੇ ਉਹਦਾ ਕਲਚਰ ਜੁੜਿਆ ਹੈ।
ਉਹਦੇ ਕੋਲੇ ਖੇਤੀ, ਉਹਦੇ ਕੋਲ ਕਹਿੰਦਾ ਮੇਰੀ ਜ਼ਮੀਨ ਹੈ, ਮੇਰੀ ਬਾਉਂਡਰੀ ਹੈ, ਮੇਰਾ ਪਾਣੀ ਹੈ, ਮੇਰੀ ਪ੍ਰਭੂਸਤਾ ਹੈ, ਜਿਹਨੂੰ ਕਹਿੰਦੇ ਨੇ ਜੱਟ ਬਾਦਸ਼ਾਹ, ਜੱਟ ਰਾਜਾ, ਜਿਹੜੀ ਉਹਦੀ ਪ੍ਰਭੂਸਤਾ ਜਿਹੜੀ ਹੈ ਉਹ ਖੋਹਣ ਤੇ ਰੌਲਾ ਪੈ ਰਿਹਾ ਹੈ। ਉਹਦੀ ਜਿਹੜੀ ਪ੍ਰਭੂਸਤਾ ਜਿਹੜੀ ਹੈ ਉਹ ਹੋਰ ਕਿਸੇ ਕੋਲੇ ਪ੍ਰਭੂਸਤਾ ਨਹੀਂ। ਉਹ ਰੋਟੀ ਕੱਪੜਾ ਔਰ ਮਕਾਨ ਜਿਹੜਾ ਉਹ ਕਣਕ ਦੀ ਰੋਟੀ ਬਣਾ ਸਕਦਾ ਸੀਗਾ ਆਪਣੇ ਖੇਤ ਚੋਂ, ਆਪਣਾ ਜਿਹੜਾ ਲੈ ਕੇ ਜਿਹੜੀਆਂ ਚੀਜ਼ਾਂ ਲੋੜੀ ਦੀਆਂ ਵਸਤਾਂ ਸੀਗੀਆਂ, ਲੱਕੜ ਲੈ ਕੇ ਤੇ ਮਿੱਟੀ ਗਾਰਾ ਲੈ ਕੇ ਇੱਟਾਂ ਪਕਾ ਕੇ ਉਹ ਘਰ ਬਣਾ ਲੈਂਦਾ ਸੀਗਾ, ਤੇ ਕਪਾਹ ਬੀਜ ਕੇ ਉਹ ਆਪਣਾ ਜਿਹੜਾ ਸੀਗਾ ਆਪਣਾ ਕੱਪੜਾ ਬਣਾਉਂਦਾ ਸੀਗਾ। ਰੋਟੀ ਕੱਪੜਾ ਔਰ ਮਕਾਨ ਦੀਆਂ ਜਿਹੜੀਆਂ ਤਿੰਨੇ ਲੋੜਾਂ ਇੱਕ ਕਿਸਾਨ ਪੂਰੀਆਂ ਕਰ ਸਕਦਾ, ਹੋਰ ਕੋਈ ਨਹੀਂ ਸੀਗਾ, ਜਿਹਨੂੰ ਡਿਪੈਂਡੈਂਟ ਰਹਿਣਾ ਪੈਂਦਾ ਸੀ। ਉਹ ਹੁਣ ਉਹਦੀ ਜਿਹੜੀ ਪ੍ਰਭੂਸਤਾ ਦੇ ਉੱਤੇ, ਉਹਦੀ ਅਣਖ ਦੇ ਉੱਤੇ, ਉਹਦੇ ਕਲਚਰ ਦੇ ਉੱਤੇ ਇਹ ਇੱਕ ਨਹੀਂ ਕਈ ਕਿਸਮ ਦੇ ਹਮਲੇ ਹੋਣ ਦਾ ਇਹ ਸਿਲਸਿਲਾ ਚੱਲ ਰਿਹਾ ਹੈ। ਮੈਂ ਇਹਨਾਂ ਕਹਿਣਾ ਸੀ, ਮੈਂ ਹੁਣ ਆਪਣੇ ਡਾਕਟਰ ਮਨਮੋਹਨ ਸਿੰਘ ਜੀ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਪ੍ਰਧਾਨਗੀ ਭਾਸ਼ਣ ਉਹ ਕਰਕੇ ਇਸ ਨੂੰ ਮੁਕੰਮਲ ਕਰਨ। ਥੈਂਕ ਯੂ ਵੈਰੀ ਮਚ ਸਰ। ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਪਹਿਲਾਂ ਮੈਨੂੰ ਇਹ ਦੱਸੋ ਵੀ ਆਪਾਂ ਇਹਨੂੰ ਖਤਮ ਕਦੋਂ ਕਰਨਾ ਹੈ? ਆਪਣਾ 1 ਵਜੇ ਸੀਗਾ, ਹੁਣ ਤੁਸੀਂ ਪ੍ਰਧਾਨ ਹੋ, ਹੁਣ ਪ੍ਰਧਾਨਗੀ ਦੇ ਜਿਹੜਾ ਤੁਹਾਡੇ ਟਵੀਟਰ ਤੁਸੀਂ ਜਦੋਂ ਮਰਜ਼ੀ ਖਤਮ ਕਰ ਦੋ। ਲੇਕਿਨ ਤੁਸੀਂ ਤੇ ਕੀ ਕਰਨਾ, ਮੈਂ ਤੇ ਕੀ ਕਰ ਦੇਣਾ, ਆਪਾਂ ਹੁਣੇ ਕਰ ਦਿੰਦੇ ਆ 2 ਮਿੰਟ ਚ ਹੀ। ਨਹੀਂ ਮੈਂ ਕਹਿੰਦਾ ਕੋਸ਼ਿਸ਼ ਕਰਾਂਗਾ ਕਿ ਮੈਂ 5-7 ਮਿੰਟ ਦੇ ਵਿੱਚ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂ। ਸਿੱਧੂ ਸਾਹਿਬ ਨਹੀਂ ਸਭ ਤੋਂ ਪਹਿਲਾਂ ਤੇ ਜੀ ਮੇਰਾ ਸਾਰੇ ਦੋਸਤਾਂ ਦਾ ਧੰਨਵਾਦ ਕਿ ਤੁਸੀਂ ਇਸ ਗਰੁੱਪ ਦੇ ਵਿੱਚ ਜੁੜੇ, ਪਿਛਲੇ ਸਮੇਂ ਤੋਂ ਆਪਣੇ ਆਪਣੇ ਵਿਚਾਰ ਸਾਂਝੇ ਕਰਦੇ ਆ ਰਹੇ ਹੋ, ਤੇ ਕੁਝ ਅਫਸਰ ਸਾਹਿਬਾਨ ਨੇ ਸਾਥ ਦੇ ਕੇ ਤੇ ਕਿਸਾਨਾਂ ਦੇ ਹੱਥ ਵਿੱਚ ਸਟੇਟਮੈਂਟ ਵੀ ਦਿੱਤੀ। ਅੱਜ ਦੇ ਆ ਜਿਹੜੇ ਵਿਚਾਰ ਆਏ ਨੇ, ਇਹਨਾਂ ਨੂੰ ਮੈਂ ਜੇ ਸਮ ਅਪ ਕਰਾਂ ਤਾਂ ਕਈ ਤਰ੍ਹਾਂ ਦੇ ਵਿਚਾਰ ਨੇ, ਬੜੀ ਲੰਮੀ ਵਿਚਾਰ ਦੀ ਲੋੜ ਹੈ ਇਹਨਾਂ ਤੇ। ਮੋਟੇ ਤੌਰ ਤੇ ਬਹੁਤੇ ਬੁਲਾਰਿਆਂ ਦਾ ਜਾਂ ਬਹੁਤੇ ਵਿਚਾਰ ਦੱਸਣ ਵਾਲਿਆਂ ਦਾ ਤੇ ਇਹੀ ਸੀ ਕਿ ਜੀ ਇਹ ਕਾਨੂੰਨ ਜਿਹੜੇ ਨੇ ਇਹ ਕਿਸਾਨਾਂ ਦੇ ਵਿਰੁੱਧ ਨੇ ਤੇ ਐਜੀਟੇਸ਼ਨ ਦੇ ਵਿੱਚ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਇੱਕ ਵਿਚਾਰ ਆਇਆ ਕਿ ਨਹੀਂ ਜੀ ਐਜੀਟੇਸ਼ਨਲ ਅਪਰੋਚ ਠੀਕ ਨਹੀਂ, ਮਾਰਕੀਟ ਫੋਰਸਸ ਨੇ ਆਉਣਾ ਹੀ ਆਉਣਾ ਹੈ, ਇੰਡਸਟਰੀਲਾਈਜੇਸ਼ਨ ਹੋਣੀ ਹੈ, ਸਾਨੂੰ ਉਹਦੇ ਲਈ ਤਿਆਰ ਹੋਣਾ ਚਾਹੀਦਾ। ਮੇਰੇ ਜ਼ਾਤੀ ਵਿਚਾਰ ਕੁਝ ਹੋਰ ਤਰ੍ਹਾਂ ਦੇ ਨੇ। ਇੱਕ ਬੜੀ ਪਿਆਰੀ ਗੱਲ ਵਿੱਚ ਕਿਸੇ ਸਾਹਿਬਾਨ ਨੇ ਕੀਤੀ ਸੀ ਕਿ ਓਵਰਆਲ ਨਿਗਾਰ ਹੈ। ਜੇ ਨਿਗਾਰ ਹੈ ਤਾਂ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਇਸ ਨਿਗਾਰ ਦੀ ਸਥਿਤੀ ਨੂੰ ਕਿਵੇਂ ਬਦਲਣਾ, ਫਿਰ ਵਿਚਾਰ ਕਰ ਲਵਾਂਗੇ। ਦੂਜਾ, ਮਾਨ ਸਾਹਿਬ ਨੇ ਵਿਚਾਰ ਦਿੱਤਾ ਸੀ ਕਿ ਸਾਨੂੰ ਕੋਆਪਰੇਟਿਵ ਸੈਕਟਰ ਨੂੰ बढ़ावा देना चाहिए, उत्साहित करना चाहिए। होर भी बहुत गल्लां होईयां। जिथों तक इन्हां एक्ट्स दे विच कन्फ्लिक्ट रेजोल्यूशन दा झगड़े निपटाउण दी व्यवस्था की गई है, ਉਹਦੇ ਬਾਰੇ जीके सिंह साहब ने बड़ा वधिया कहा कि सब डिवीजन लैवल ते किस तरह अधिकारी नियुक्त होंदे ने। मेरा बंदा मेरे बंदियां दा ख्याल रखियो। ਆਪਾਂ ਸਾਰਿਆਂ ਨੂੰ ਐਡਮਿਨਿਸਟ੍ਰੇਟਰ ਦੇ ਤੌਰ ਤੇ ਘੱਟ ਵੱਧ ਇਹ ਸਾਰਾ ਕੁਝ ਸਾਰੀ ਉਮਰ ਹੀ ਅਸੀਂ ਸੁਣਦੇ ਹਾਂ, ਤੇ ਮੈਂ ਇਹ ਸਮਝਣਾ ਵੀ ਅਸੀਂ ਇਹ ਸੁਣਦੇ ਰਹੇ ਹਾਂ, ਕਦੀ ਕਦੀ ਉਲਟਾ ਨਹੀਂ ਸੁਣਾਇਆ, ਬਹੁਤੀ ਵਾਰੀ ਉਹਨੂੰ ਧਿਆਨ 'ਚ ਰੱਖਦੇ ਰਹੇ ਹਾਂ, ਤੇ ਸ਼ਾਇਦ ਨਿਗਾਰ ਦਾ ਵੱਡਾ ਕਾਰਨ ਇਹ ਹੈ। ਤੇ ਇਹਨੂੰ ਜੇ ਆਪਾਂ ਬਦਲਣਾ ਤਾਂ ਸਾਨੂੰ ਉਹ ਵਿਵਸਥਾ ਕਰਨੀ ਪਏਗੀ ਜਿੱਥੇ ਛੋਟੇ ਤੋਂ ਛੋਟਾ ਵੀ ਜਿਹੜਾ ਸਰਕਾਰ ਦਾ ਪੁਰਜ਼ਾ ਹੈ ਉਹਨੂੰ ਕੋਈ ਕਹੇ ਨਾ ਕਿ ਆ ਮੇਰਾ ਬੰਦਾ, ਇਹਦਾ ਧਿਆਨ ਰੱਖੀ। ਉਹ ਵਿਵਸਥਾ ਆਪਾਂ ਸੱਜਾਂਗੇ ਨਹੀਂ ਮੈਨੂੰ ਪਤਾ ਨਹੀਂ, ਪਰ ਤੁਸੀਂ ਮੇਰੇ ਨਾਲੋਂ ਵੱਧ, ਤੁਹਾਡੇ ਤੋਂ ਸਾਰੇ ਹੀ ਵਿਦੇਸ਼ਾਂ 'ਚ ਗਏ ਨੇ ਤੇ ਸਾਰਿਆਂ ਨੂੰ ਪਤਾ ਹੈ ਉੱਥੇ ਤੇ ਕੋਈ ਨਹੀਂ ਕਹਿੰਦਾ ਕਿ ਮੇਰਾ ਬੰਦਾ ਤੇ ਇਹਦਾ ਧਿਆਨ ਰੱਖੀ। ਜੇ ਉਹ ਹੋ ਸਕਦਾ ਹੈ, ਜੇ ਅਸੀਂ ਉਹਨਾਂ ਦੀ ਬਾਕੀ ਚੀਜ਼ਾਂ ਦੀ ਨਕਲ ਮਾਰ ਸਕਦੇ ਹਾਂ, ਉਹਨਾਂ ਦੀਆਂ ਪੁਸ਼ਾਕਾਂ ਦੀ ਨਜ਼ਰ ਮਾਰ ਸਕਦੇ ਹਾਂ, ਤੇ ਉਹਨਾਂ ਦੀ ਵਿਵਸਥਾ ਬਾਰੇ ਕਦੀ ਨਹੀਂ ਸੋਚਦੇ ਆਪਾਂ, ਸਾਨੂੰ ਵਿਚਾਰਨਾ ਚਾਹੀਦਾ। ਰਹਿ ਗਈ ਗੱਲ ਇਹਨਾਂ ਕਾਨੂੰਨਾਂ ਦੀ, ਮੈਂ ਸਮਝਣਾ ਇਹ ਬੜੇ ਇੱਕ ਡਿਜ਼ਾਈਨ ਦਾ ਹਿੱਸਾ ਹੈ। ਇਹ ਡਿਜ਼ਾਈਨ WTO ਤੇ ਗੈਟ ਰਾਹੀਂ ਆਉਂਦਾ,
ਤੇ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਤੇ ਉੱਥੋਂ ਦੇ ਸਰਮਾਏਦਾਰ ਇੰਟਰਨੈਸ਼ਨਲ ਸਰਮਾਏਦਾਰੀ ਦੇ ਦਲਾਲ ਬਣ ਕੇ ਕੰਮ ਕਰ ਰਹੇ ਨੇ। ਕੱਲਾ ਸਾਡਾ ਦੇਸ਼ ਨਹੀਂ, ਬਾਕੀ ਦੇਸ਼ਾਂ 'ਚ ਵੀ ਇਸੇ ਤਰ੍ਹਾਂ ਦੀ ਸੁਵਿਧਾ ਹੈ। ਸੋ ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨ ਪੱਖੀ ਤੇ ਬਿਲਕੁਲ ਨਹੀਂ, ਖੇਤੀ ਪੱਖੀ ਵੀ ਨਹੀਂ। ਤੇ ਇਹਦੇ ਨਾਲ ਇੱਕ ਬੜੀ ਸੋਹਣਾ, ਮੈਨੂੰ ਨਾਂ ਇਸ ਵੇਲੇ ਨਹੀਂ ਆ ਰਿਹਾ, ਕਿ ਜੀ ਗੁੰਮਰਾਹ ਕੀਤਾ ਜਾ ਰਿਹਾ। ਇੱਕ ਮੰਤਰੀ ਸਾਹਿਬ ਨੇ ਕਿਹਾ ਕਿ ਤੁਸੀਂ ਹਾਈ ਕੋਰਟ ਜਾ ਸਕਦੇ ਹੋ, ਵਕੀਲ ਸਾਹਿਬ ਕਹਿ ਰਹੇ ਸਨ ਕਿ ਇਹ ਵੀ ਗੁੰਮਰਾਹ ਕਰਨ ਵਾਲੀ ਗੱਲ ਹੈ। ਉਹ ਭਾਈ ਇਹ ਨਹੀਂ, ਸਭ ਤੋਂ ਵੱਡੀ ਤੇ ਗੁੰਮਰਾਹ ਕਰਨ ਵਾਲੀ ਗੱਲ ਹੈ ਕਿ ਕਿਹਾ ਜਾਂਦਾ ਹੈ ਜੀ ਵੀ ਦਲਾਲ ਖਤਮ ਕਰ ਦਿੱਤੇ। ਭਾਈ ਦਲਾਲ ਖਤਮ ਕਰ ਦਿੱਤੇ ਕਿ ਪਹਿਲੀ ਤੇ ਸਮਝਣ ਦੀ ਲੋੜ ਹੈ ਕਿ ਫੂਡ ਪ੍ਰੋਸੈਸ ਦੇ ਵਿੱਚ ਕਿਸਾਨ ਪੈਦਾ ਕਰਦਾ, ਖਪਤਕਾਰ ਖਾਂਦਾ, ਵਿਚਕਾਰ ਇੱਕ ਹੋਰ ਹੈ ਪ੍ਰੋਸੈਸਰ, ਸਟਾਕਿਸਟ, ਜੋ ਮਰਜੀ ਕਹਿ ਲਓ। ਉਹ ਕਾਰਪੋਰੇਟ ਸੈਕਟਰ 'ਚ ਉਹ ਵੈਲਿਊ ਚੇਨ ਦਾ ਰਿਟੇਲਰ ਹੈ, ਉਹ ਕੌਣ ਹੈ? ਤੇ ਦਲਾਲ ਜਦੋਂ ਆਪਾਂ ਕਹਿੰਦੇ ਆ ਆਮ ਕਨੋਟੇਸ਼ਨ 'ਚ, ਤੇ ਦਲਾਲ ਉਹ ਹੁੰਦਾ ਜਿਹੜਾ ਪ੍ਰਾਈਸਸ ਨੂੰ ਮੈਨੂਪੂਲੇਟ ਕਰੇ, ਹਾਰਵੈਸਟ ਟਾਈਮ 'ਤੇ ਸਸਤੀ ਖਰੀਦੇ ਤੇ ਕਿੱਲਤ ਦੇ ਟਾਈਮ 'ਤੇ ਮਹਿੰਗੀ ਵੇਚੇ, ਉਹਨੂੰ ਦਲਾਲ ਕਿਹਾ ਜਾਂਦਾ। ਜਿਹਨੂੰ ਅਸੀਂ ਇੱਥੇ ਆੜ੍ਹਤੀਆਂ ਨੂੰ ਦਲਾਲ ਲੈਂਦੇ ਆ, ਉਹ ਤੇ ਬਾਈ ਜੋ ਉੱਥੇ ਕੋਈ ਛੋਟੀ ਮੋਟੀ ਸੇਵਾ ਕਰਦੇ ਨੇ, ਸੁਕਾਉਂਦੇ ਨੇ, ਲੇਬਰ ਅਰੇਂਜਮੈਂਟ ਕਰਦੇ ਨੇ, ਮੀਂਹ ਪੈਣ ਤੇ ਤਰਪਾਲਾਂ ਦਿੰਦੇ ਨੇ, ਚਲੋ ਉਹਨਾਂ ਨੂੰ ਉਹਦੀ ਇਵਜ਼ ਦੇ ਵਿੱਚ ਮਿਲਦਾ। ਜੇ ਉਹ ਕਾਰਪੋਰੇਟ ਸੈਕਟਰ ਆਏਗਾ, ਵੱਡੇ ਵੱਡੇ ਘਰਾਣੇ ਆਉਣਗੇ ਜਾਂ ਫਰਜ਼ ਕਰੋ ਮਾਰਕੀਟ ਆਉਂਦੀਆਂ ਨੇ, ਤੇ ਕੀ ਉਹ ਇਸ ਕੰਮ ਲਈ ਏਜੰਟ ਨਹੀਂ ਰੱਖਣਗੀਆਂ? ਪੁਰਾਣੇ ਨੂੰ ਖਤਮ ਕਰਕੇ ਤੇ ਨਵੇਂ ਦੋ ਨਾਂ ਪਾਤੇ ਅੰਗਰੇਜ਼ੀ ਦੇ, ਐਗਰੀਗੇਟਰ ਤੇ ਸਪਾਂਸਰ। ਉਹਨਾਂ ਦਾ ਕੀ ਕੰਮ ਹੈ? ਉਹਨਾਂ ਵੀ ਤੇ ਏਜੰਟ ਨੇ, ਉਹਨਾਂ ਨੂੰ ਤਾਂ ਵਿੱਚੋਂ ਪੈਸੇ ਦਿਓਗੇ। ਦੇਸ਼ ਦੇ ਇੱਕ ਬੜੇ ਵੱਡੇ ਐਗਰੀਕਲਚਰ ਇਕਨੋਮਿਸਟ ਦੀ ਮੈਂ ਗੱਲ ਸੁਣ ਰਿਹਾ ਸਾਂ, ਉਹਨਾਂ ਨੇ ਕਿਹਾ ਜੀ ਕਿ ਸਬਜ਼ੀ ਮੰਡੀ ਦੇ ਵਿੱਚ, ਬੰਬੇ ਦੀ ਤੇ ਦਿੱਲੀ ਦੇ ਵਿੱਚ, ਜਿਹੜਾ ਵਿਚਕਾਰ ਆੜ੍ਹਤੀ ਆ ਉਹਨੂੰ 8% ਮਿਲਦਾ ਜੀ, ਤੇ 2 ਮਿੰਟ ਦੇ ਵਿੱਚ ਉਹ 10 ਟਰੱਕ ਵੇਚ ਦਿੰਦਾ। ਸੋ ਹੀ ਮੇਕਸ ਮਨੀ, ਉਹ ਉਹਨੂੰ ਗਿਣਦਾ। ਮੈਂ ਸਮਝਦਾ ਮਹਾਰਾਜ ਉਹ ਨਹੀਂ। ਜ਼ਰਾ ਸੋਚੋ ਕਿ ਜਿਹੜਾ ਟਮਾਟਰ ਕਿਸਾਨ ਕੋਲੋਂ 4 ਜਾਂ 5 ਰੁਪਏ ਕਿਲੋ ਤੁਰਦਾ, ਜਦੋਂ ਉਹ ਟਮਾਟੋ ਕੈਚਅਪ ਦੀ ਸ਼ੇਪ 'ਚ ਆਉਂਦਾ ਤੇ ਉਹਦਾ ਭਾਅ 125 150 ਰੁਪਏ ਹੈ, ਤੇ ਜਦੋਂ ਉਹ ਪਰੀ ਦੀ ਕੇਸ 'ਚ ਆ ਜਾਂਦਾ ਤੇ 300 ਰੁਪਈਆ। ਸੋ ਉਹ ਜਿਹੜਾ ਉੱਥੇ ਸਬਜ਼ੀ ਮੰਡੀ ਵਾਲਾ ਆੜ੍ਹਤੀ ਹੈ, ਜਾਂ ਕਹਿੰਦੇ ਜੀ ਰੇਹੜੀ ਵਾਲਾ ਜਿਹੜਾ ਜੀ ਉਹ 5 ਰੁਪਏ ਦੀ ਲੈ ਕੇ ਤੇ 10 ਰੁਪਏ ਦੀ ਵੇਚ ਰਿਹਾ, ਉਹ ਸ਼ਾਮ ਤੱਕ ਉਹ ਬਣਾਉਂਦਾ ਕੀ ਹੈ? ਇੱਥੇ ਤੇ ਭਾਈ ਉਹ ਲੋਕ ਨੇ ਜਿਹੜੇ 1-1 ਸਕਿੰਟ ਦੇ ਵਿੱਚ, 1-1 ਮਿੰਟ 'ਚ ਕਰੋੜਾਂ ਬਣਾ ਰਹੇ ਨੇ ਮਾਰਕੀਟ ਇਕਾਨਮੀ 'ਚ, ਤੇ ਉਹ ਹੋਣ ਵਾਲਾ। ਤੇ ਮੈਂ ਇਨਵੈਸਟਮੈਂਟ ਆਏਗੀ, ਟੈਕਨੋਲੋਜੀ ਆਏਗੀ। ਪਹਿਲਾਂ ਤਾਂ ਮੈਂ ਇੱਕ ਹੋਰ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਧਿਆਨ 'ਚ ਲਿਆਉਣਾ, ਤੁਹਾਨੂੰ ਮੇਰੇ ਨਾਲ ਵੱਧ ਪਤਾ ਹੈ ਕਿਉਂਕਿ ਮੈਂ ਤਾਂ ਬਹੁਤਾ ਸਿਰ ਹੋ ਗਿਆ ਘਰ ਬੈਠੇ ਨੂੰ। ਜਿਹੜੀਆਂ ਸਟੇਟਾਂ 'ਚ APMC ਨਹੀਂ, ਜਿਹੜੀਆਂ ਸਟੇਟਾਂ 'ਚ ਸਰਕਾਰੀ ਖਰੀਦ MSP ਤੇ ਨਹੀਂ ਹੁੰਦੀ, ਉੱਥੇ ਤੇ ਫ੍ਰੀ ਹੈ ਨਾ ਭਾਈ। ਉਹਨਾਂ ਸਟੇਟਾਂ ਦੇ ਫਾਰਮਰ ਨੂੰ ਵੱਧ ਭਾਅ ਮਿਲਦਾ। ਦੱਸੋ ਅੱਜ ਮੈਨੂੰ, ਕੀ ਝੋਨੇ ਦਾ ਭਾਅ ਬਿਹਾਰ 'ਚ, ਉੜੀਸਾ 'ਚ, ਹੋਰਨੀਆਂ ਸਟੇਟਾਂ 'ਚ ਵੱਧ ਮਿਲਦਾ? ਫਿਰ ਕੱਲ ਤੇ ਤੁਸੀਂ ਇਹ ਵੀ ਕਹੋਗੇ ਕਿ ਬਈ ਮਾਰਕੀਟ ਨੂੰ ਆਉਣ ਦਿਓ, ਬਿਹਾਰ ਦਾ ਮਜ਼ਦੂਰ ਤੇ 300 'ਚ ਮਿਲ ਜਾਂਦਾ, ਪੰਜਾਬ ਵਾਲਾ 400 ਮਿਲਦਾ। ਇਹ ਅਪਰੋਚ ਕੋਈ ਹਿਊਮਨਿਸਟਿਕਸ ਅਪਰੋਚ ਨਹੀਂ। ਇਹ ਤਾਂ ਬਿਲਕੁਲ ਉਸ ਵਪਾਰੀ ਦੀ ਅਪਰੋਚ ਹੋ ਸਕਦੀ ਹੈ ਕਿ ਮੈਂ ਸਸਤੇ ਤੋਂ ਸਸਤੀ ਚੀਜ਼ ਲੈਣੀ ਹੈ ਤੇ ਵੱਧ ਤੋਂ ਵੱਧ ਭਾਅ ਬਣਾਉਣਾ। ਹੁਣ ਇੱਕ ਥੋੜਾ ਜਿਹਾ ਹੋਰ ਵੇਖ ਲਿਓ, ਕਹਿੰਦੇ ਇਨਵੈਸਟਮੈਂਟ ਆਏਗੀ। ਔਰ ਸਾਰੀਆਂ ਸਰਕਾਰਾਂ ਨਾਲ ਤੁਸੀਂ ਜੁੜੇ ਹੋਏ ਹੋ, ਮੈਂ ਪਿਛਲੇ ਸਾਲਾਂ ਦੇ ਅਖਬਾਰਾਂ 'ਚ ਪੜ੍ਹਦਾ ਰਿਹਾ, ਜਦੋਂ ਵੀ ਇੱਥੇ ਚੰਡੀਗੜ੍ਹ 'ਚ ਹੁੰਦੀ ਹੈ, ਜਾਂ ਅਸੀਂ ਬੰਬੇ ਜਾਂਦੇ ਹਾਂ ਇਨਵੈਸਟਰਸ ਨੂੰ ਲਿਆਉਣ ਲਈ, ਜਾਂ ਅਸੀਂ ਇੱਥੇ ਮੀਟਿੰਗਾਂ ਕਰਦੇ ਹਾਂ ਉਹਨਾਂ ਨੂੰ ਖੁਸ਼ ਕਰਨ ਲਈ ਕਿ ਵੀ ਸਾਡੀ ਸਟੇਟ 'ਚ ਇਨਵੈਸਟ ਕਰੋ। ਤੇ ਜਰਾ ਇਹਦਾ ਇਨਵੈਸਟਮੈਂਟ ਦਾ ਹਿਸਾਬ ਤੇ ਵੇਖੋ, ਇਨਵੈਸਟਮੈਂਟ ਕਿੱਥੋਂ ਆਉਂਦੀ ਹੈ? ਕਿ ਉਹ ਆਪਣੀ ਜੇਬ 'ਚੋਂ ਕਰਦਾ ਕੋਈ ਆਪਣਾ, ਜਿਹੜੇ ਜਿੰਨੇ ਵੀ ਇਨਵੈਸਟਰਸ ਨੇ ਜਾਂ ਜਿੰਨੇ ਵੀ ਵੱਡੇ ਵੱਡੇ ਕਾਰਪੋਰੇਟ ਹਾਊਸਸ ਨੇ, ਵੱਡਾ ਸੋਰਸ ਕੀ ਉਹਨਾਂ ਦਾ ਪੂੰਜੀ ਦਾ? ਸ਼ੇਅਰ ਕੈਪੀਟਲ। ਦੂਜਾ ਵੱਡਾ ਸੋਰਸ ਬੈਂਕ। ਤੇ ਜਦੋਂ ਉਹ ਦਿਵਾਲਾ ਕੱਢਦੇ ਨੇ, ਉਹ ਵੀ ਡੁੱਬੀ ਤੇ ਉਹ ਵੀ ਡੁੱਬੀ। ਤੇ ਇਸ ਵੇਲੇ ਬੈਂਕ ਵੀ ਸਾਰੇ ਦੇਸ਼ ਦੇ ਡੁੱਬਣ ਦੇ ਕਗਾਰ ਤੇ ਆਏ ਨੇ। ਜਦੋਂ ਬੈਂਕ ਡੁੱਬਦਾ ਤਾਂ ਪੈਸਾ ਕਿੱਥੇ ਜਾਂਦਾ? ਸਾਡਾ ਤੁਹਾਡਾ। ਇਸ ਵੇਲੇ ਬੈਂਕਾਂ ਦੇ ਵਿੱਚ ਇੱਕ ਪਿਛਲੇ ਸਾਲ ਦਾ ਕੋਈ ਡਾਟਾ ਹੈ, 54.3% ਜਿਹੜਾ ਉਹ ਲੋਕਾਂ ਦੀਆਂ ਫਿਕਸ ਡਿਪਾਜ਼ਿਟਸ ਨੇ।
42.7% ਜਿਹੜੇ ਨੇ ਸੇਵਿੰਗ ਅਕਾਊਂਟ ਨੇ, 2.94% ਜਿਹੜਾ ਇਹ ਉਹਨਾਂ ਨਹੀਂ ਸਾਰੀ ਆਬਕਾਰੀ ਸਾਰੀ ਜੀ ਨਹੀਂ, ਇਹ ਹੋਰ ਫਿਗਰ ਹੈ, ਮੈਂ ਇਹਨੂੰ ਦੱਸ ਦਿੰਦਾ। ਮੈਂ ਸਾਰੀ ਜੀ ਮੇਰੇ ਥੋੜਾ ਜਿਹਾ ਮੈਨੂੰ ਕਨਫਿਊਜ਼ਨ ਹੋ ਗਿਆ। ਜਰਾ ਇਹਨਾਂ ਦਾ ਹਾਲ ਵੇਖ ਲਓ। 54 ਜਦੋਂ ਵੀ ਕੋਈ ਕਾਰਪੋਰੇਟ ਸੈਕਟਰ ਆਪਣੀ ਐਨੂਅਲ ਬੈਲੈਂਸ ਸ਼ੀਟ ਬਣਾਉਂਦਾ ਸਾਲ ਦੀ, ਤਾਂ ਉਹ ਕੀ ਕਰਦਾ? ਉਹ ਕਦੀ ਪ੍ਰੋਫਿਟ ਵਿਖਾਉਂਦਾ? ਉਹ ਤਾਂ ਵਿਖਾਉਂਦਾ ਘਾਟਾ। 54.3% ਜਿਹੜੀਆਂ ਨੇ ਰਿਟਰਨ ਆ ਪਿਛਲੇ ਸਾਲ ਦੀਆਂ, ਜੋ ਪਿਛਲੇ 2-3 ਸਾਲ ਪੁਰਾਣਾ ਡਾਟਾ, ਇੱਕ ਸਾਲ ਦੇ ਵਿੱਚ 54.3% ਨੇ 10 ਲੱਖ ਕਰੋੜ ਦਾ ਵਾਧਾ ਬਣਾਇਆ। 42.7% ਨੇ 6.34 ਲੱਖ ਕਰੋੜ ਦਾ ਘਾਟਾ ਵਿਖਾਇਆ। 2.94 ਨੇ ਨੋ ਪ੍ਰੋਫਿਟ ਨੋ ਲਾਸ। ਮਤਲਬ ਜਿਹਨੂੰ ਤੁਸੀਂ ਕਾਰਪੋਰੇਟ ਆਂਦੇ ਹੋ, ਉਹ ਤਾਂ 50% ਆਪਣਾ ਘਾਟਾ ਵਿਖਾ ਰਹੀਆਂ ਨੇ। ਤੁਸੀਂ ਜੇ ਪੰਜਾਬ ਸਰਕਾਰ ਨੂੰ 100-200 ਦਾ ਘਾਟਾ ਪੈ ਜਾਂਦਾ, ਇਹਦੇ ਜੀ ਬੜਾ ਤੂਫਾਨ ਆ ਗਿਆ। ਨੰਬਰ 1। 2 ਨੰਬਰ ਤੁਹਾਨੂੰ ਦੱਸ ਰਿਹਾ ਵੀ ਜਿਹੜੀ ਪ੍ਰਾਈਵੇਟ ਇਨਵੈਸਟਮੈਂਟ ਆਉਂਦੀ ਕਿੱਥੋਂ। ਇਹ ਡਾਟਾ ਜਿਹੜਾ ਹੈ ਇਹ ਮੈਂ ਤੁਹਾਨੂੰ ਦੱਸ ਰਿਹਾ ਜੀ 2018 ਦਾ। 58.2% ਜਿਹੜੇ ਬੈਂਕਾਂ 'ਚ ਪੈਸਾ ਪਿਆ ਉਹ ਟਰਮ ਡਿਪਾਜ਼ਿਟਸ ਨੇ, ਜਿਹਦੇ ਚੋਂ ਤਕਰੀਬਨ 90% ਜਿਹੜਾ ਉਹ ਰਿਟਾਇਰਡ ਲੋਕਾਂ ਦਾ ਪੈਨਸ਼ਨਰਾਂ ਦਾ। 32% ਜਿਹੜੇ ਨੇ ਉਹ ਸੇਵਿੰਗ ਦਾ ਪੈਸਾ ਪਿਆ। 9.7% ਉਹ ਕਰੰਟ ਅਕਾਊਂਟ ਦਾ ਪੈਸਾ ਹੈ। ਸੋ ਜਿਹੜਾ ਤੁਸੀਂ ਪ੍ਰਾਈਵੇਟ ਸੈਕਟਰ ਆਂਦੇ ਹੋ ਆਪਾਂ ਸਾਰੇ ਦੇਸ਼ ਦਾ, ਉਹ ਬੈਂਕਾਂ 'ਚ ਪੈਸਾ ਪਿਆ ਸਾਰਾ ਉਹਨਾਂ ਦਾ 9.7%। ਭਾਵ ਲੋਕਾਂ ਦੇ ਪੈਸੇ ਨੂੰ ਉਹ ਆਪਣੀ ਪ੍ਰਾਈਵੇਟ ਇਨਵੈਸਟਮੈਂਟ 'ਚ ਹਰ ਚੀਜ਼ ਜਿਹੜੀ ਹੈ ਉਹਦੇ ਤੇ ਉਹ ਕਬਜ਼ਾ ਕਰਨਾ ਚਾਹੁੰਦੇ ਨੇ। ਤੁਹਾਡੀ ਰੇਲਵੇ, ਤੁਹਾਡੀਆਂ ਏਅਰਪੋਰਟ, ਤੁਹਾਡਾ ਸਾਰਾ ਕੁਝ। ਤੇ ਇਹ ਜਿਹੜੇ ਗੁਣਗਾਨ ਕਰ ਰਹੇ ਨੇ ਐਫੀਸ਼ੀਐਂਸੀ, ਇਹਦਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦਾ। ਜਦੋਂ ਸਰਕਾਰੀ ਮਹਿਕਮੇ ਦੇ ਵਿੱਚ ਹੇਰਾਫੇਰੀ ਹੁੰਦੀ ਹੈ ਤੇ ਉਹਦਾ ਨਾਂ ਦਿੰਦੇ ਆ ਕਰਪਸ਼ਨ, ਉਹਦੇ ਤੇ ਐਕਟ ਵੀ ਲੱਗ ਜਾਂਦਾ ਹੈ। ਤੇ ਜਦੋਂ ਪ੍ਰਾਈਵੇਟ ਸੈਕਟਰ ਹੇਰਾਫੇਰੀ ਕਰਦਾ, ਉਹ ਛੋਟੀ ਨਹੀਂ ਕਰਦਾ ਦਵਾਨੀ ਜਵਾਨੀ ਦੀ, ਉਹ ਤਾਂ ਮਿਲੀਅਨ ਰੁਪਏ ਦੀ, ਕਰੋੜਾਂ ਦੀ ਕਰਦਾ। ਉਹਨੂੰ ਅਸੀਂ ਕੀ ਕਹਿੰਦੇ ਆ ਜੀ। ਸੋ ਇਹ ਜਿਹੜਾ ਇੱਕ ਕੀ ਕਹਿ ਲਓ, ਇੱਕ ਭਰਮ ਭੁਲੇਖੇ ਪਾਏ ਜਾ ਰਹੇ ਨੇ ਕਿ ਪ੍ਰਾਈਵੇਟ ਸੈਕਟਰ ਜਿਹੜਾ ਬਹੁਤ ਕਿਆ ਬਾਤ ਹੈ ਜੀ, ਪ੍ਰਾਈਵੇਟ ਸਾਰਾ ਕੁਝ ਹੋ ਜਾਏਗਾ ਤਾਂ ਬੜਾ ਕੁਝ ਐਫੀਸ਼ੀਐਂਟ ਹੋ ਜਾਏਗਾ। ਥੋੜੇ ਜਿਹੇ ਲੋਕਾਂ ਲਈ, ਬਹੁ ਗਿਣਤੀ ਜਿਹੜੇ ਨੇ ਉਹ ਸਭ ਕੰਗਾਲ ਹੋ ਜਾਣਗੇ। ਸੋ ਮੈਂ ਬਹੁਤਾ ਟਾਈਮ ਨਹੀਂ ਤੁਹਾਡਾ ਲੈਣਾ, ਮੈਂ ਇਹਨੂੰ ਖਤਮ ਕਰਨ ਲੱਗਾ ਕਿ ਭਾਈ ਵਿਚਾਰ ਤੁਹਾਡੇ ਸਾਰਿਆਂ ਦਾ ਮੈਂ ਸਨਮਾਨ ਕਰਦਾ। ਹਰ ਇੱਕ ਨੂੰ ਆਪਣੇ ਆਪਣੇ ਵਿਚਾਰ ਦੱਸਣ, ਇੱਕ ਦੂਜੇ ਨਾਲ ਸਾਂਝੇ ਕਰਨ ਦਾ ਅਧਿਕਾਰ ਹੈ। ਬਾਕੀ ਵਿੱਚੋਂ ਇੱਕ ਦੋ ਸੱਜਣਾਂ ਨੇ ਕਿਹਾ ਸੀ ਕਿ ਬਰੀਕੀ ਨਾਲ, ਕੁਝ ਡਾਕਟਰ ਕਰਮਜੀਤ ਨੇ ਤੇ ਹੋਰ ਵੀ ਇੱਕ ਸੱਜਣ ਨੇ ਕਿਹਾ ਸੀ ਵੀ ਬਰੀਕੀ ਨਾਲ ਪਹੁੰਚਾਉਣ ਦੀ ਲੋੜ ਹੈ। ਹਾਂ, ਲੋੜ ਹੈ। ਸੋ ਮੇਰਾ ਤੁਹਾਨੂੰ ਗਰੁੱਪ ਨੂੰ ਤੇ ਇਹ ਬੇਨਤੀ ਹੈ ਕਿ ਇਹਨੂੰ ਹੋਰ ਕੋਈ ਵਿਚਾਰੋ। ਜੇ ਇਹਦੇ ਤੁਹਾਨੂੰ ਭਰਮ ਭੁਲੇਖੇ ਲੱਗਦੇ ਨੇ ਤੇ ਆਮ ਲੋਕਾਂ ਨੂੰ ਉਹ ਭਰਮ ਭੁਲੇਖੇ ਦੂਰ ਕਰਨ ਲਈ ਆਪਣਾ ਯੋਗਦਾਨ ਦਿਓ। ਜੇ ਕੋਈ ਕਿਸਾਨਾਂ ਦੇ ਹੱਕ 'ਚ ਨਿਤਰਨਾ ਚਾਹੁੰਦਾ ਹੈ, ਵੈਲਕਮ। ਜੇ ਕੋਈ ਆਪਣਾ ਮਾਰਕੀਟ ਕਮੇਟੀ ਨੂੰ ਚਾਹੁੰਦਾ ਕਿ ਵੀ ਆਹ ਤਰੀਕਾ ਹੀ ਚੰਗਾ। ਬਾਕੀ ਮੈਂ ਬੈਂਸ ਸਾਹਿਬ ਨੂੰ ਇੱਕ ਛੋਟੀ ਜਿਹੀ ਗੱਲ ਪਰਸਨਲਾਈਜ਼ ਨਹੀਂ ਕਰਨਾ ਚਾਹੁੰਦਾ। ਮੈਨੂੰ ਵੀ ਜਲੰਧਰ ਦੇ ਆਲੂਆਂ ਦਾ ਪਤਾ ਹੈ ਤੇ ਉਹ ਅੱਜ ਨਹੀਂ ਪੈਦਾ ਹੋ ਗਏ। ਉਹਦੇ ਪਿੱਛੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦੇ ਕੁਝ ਲੋਕ ਲੱਗੇ ਹੋਏ ਨੇ। 60-70 ਸਾਲਾਂ ਬਾਅਦ ਅੱਜ ਉੱਥੋਂ ਦੀ ਸੁਪਰੀਮੇਸੀ ਬਣੀ ਹੈ। ਮੈਨੂੰ ਉਹਨਾਂ ਦਾ ਵੀ ਸੱਜਣਾ ਦਾ ਪਤਾ ਹੈ ਕਿ ਜਿਹੜੇ ਆਲੂ ਦਾ ਬੀਜ ਜਿਹੜਾ ਤੁਸੀਂ ਸਪਲਾਈ ਕਰ ਲਿਓ, ਕਿਸੇ ਵੇਲੇ ਕੋਈ ਸੱਜਣ ਕਿਸੇ ਹੋਰ ਥਾਂ ਤੋਂ ਲਿਆਉਂਦੇ ਸਨ, ਕੁਫਰੀ ਤੋਂ ਲਿਆ ਕੇ ਤੇ ਪਹਿਲਗਾਮ ਤੋਂ ਲਿਆ ਕੇ ਬੀਜਦੇ ਰਹੇ ਨੇ। ਸੋ ਇਟਸ ਅ ਲੌਂਗ ਰਨ ਪ੍ਰੋਸੈਸ। ਦੂਜੀ ਰਾਜੀ ਟੈਕਨੋਲੋਜੀ, ਪ੍ਰਾਈਵੇਟ ਟੈਕਨੋਲੋਜੀ। ਭਾਈ ਜਦੋਂ ਸਾਡਾ ਇੱਥੇ ਗ੍ਰੀਨ ਰੈਵੋਲੂਸ਼ਨ ਆਇਆ, ਉਹ ਕਿਸੇ ਪ੍ਰਾਈਵੇਟ ਸੈਕਟਰ ਦੀ ਟੈਕਨੋਲੋਜੀ। ਸਾਡੀਆਂ ਯੂਨੀਵਰਸਿਟੀਆਂ 'ਚ ਉਦੋਂ ਸਾਨੂੰ ਟੈਕਨੋਲੋਜੀ ਦੇ ਸਕਦੀਆਂ ਸਨ, ਤੇ ਹੁਣ ਕੀ ਹੋ ਗਿਆ? ਤੇ ਜੇ ਅਸੀਂ ਉਹਨਾਂ ਨੂੰ ਸੁਧਾਰ ਕਰਨਾ ਤੇ ਅਸੀਂ ਕਿਉਂ ਨਹੀਂ ਕਰ ਸਕਦੇ? ਕੋਆਪਰੇਟਿਵ ਦੀ ਗੱਲ ਰਹਿ ਗਈ, ਸਾਡੇ ਸਾਰੇ ਅਦਾਰੇ ਫੇਲ ਹੋ ਗਏ। ਸਾਨੂੰ ਸੋਚਣ ਦੀ ਲੋੜ ਹੈ ਕਿ ਸਟਰਕਚਰਲੀ ਇਹਦੇ 'ਚ ਕੀ ਡਿਫਰੈਂਸ ਹਨ, ਕੀ ਇਹਨਾਂ ਨੂੰ ਸੁਧਾਰੀਏ ਕਿ ਇਹ ਦੁਬਾਰਾ ਸੁਰਜੀਤ ਹੋ ਸਕੇ। ਸੋ ਇਹ ਮੁੱਦੇ ਨੇ, ਲੰਮੀਆਂ ਗੱਲਾਂ ਨੇ, ਕਰਦੇ ਰਵਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰਿਆਂ ਨੇ ਇਹਦੇ ਵਿੱਚ ਹਿੱਸਾ ਲਿਆ, ਆਪਣੇ ਆਪਣੇ ਵਿਚਾਰ ਰੱਖੇ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਿੱਧੂ ਸਾਹਿਬ ਤੇ ਤੁਹਾਡੇ ਸਾਰੇ ਸੱਜਣਾਂ। ਬਹੁਤ ਬਹੁਤ ਮਿਹਰਬਾਨੀ ਸਰਦਾਰ ਮਨਮੋਹਨ ਸਿੰਘ ਜੀ ਦੀ, ਤੇ ਸਾਰੇ ਹੀ ਬਹੁਤ ਸਤਿਕਾਰਯੋਗ ਸੱਜਣ ਜਿਹੜੇ ਨੇਗੇ ਉਹਦੇ ਸ਼ਾਮਲ ਹੋਏ। ਮੈਂ ਸਰਦਾਰ ਜਗਜੀਤ ਸਿੰਘ ਸਿੱਧੂ ਸਾਹਿਬ ਇੱਕ ਛੋਟੀ ਜਿਹੀ ਬੇਨਤੀ ਹੈ। ਇੱਕ ਸੈਕਿੰਡ ਬੁਲਾਉਣਾ, ਵੇਟ ਕਰਨਾ, ਅਮਰਜੀਤ ਵੇਟ ਕਰਨਾ ਇੱਕ ਮਿੰਟ।
हाँ जी, एक मिनट वेट करना, मैं ਤੁਹਾਨੂੰ ਦੇਣਾ ਟਾਈਮ। ਤੇ ਗਾਬਾ ਸਾਹਿਬ ਆਏ ਨੇ ਸਾਰੇ, ਬਹੁਤ ਸਾਰੇ ਸੱਜਣਾ ਨੇ ਬਹੁਤ ਹੀ ਬਾਖੂਬੀ ਇਸ ਨੂੰ ਜਿਹੜਾ ਸਾਰਥਕਤਾ ਦੇ ਨਾਲ ਸੁਚਾਰੂ ਢੰਗ ਦੇ ਨਾਲ ਹੋਇਆ ਹੈ। ਇੱਕ ਮਿੰਟ ਕੋਈ ਗੱਲ ਕਰਨਾ ਚਾਹੁੰਦੇ ਸਰਦਾਰ ਅਮਰਜੀਤ ਸਿੰਘ ਆਪਣੇ ਡਾਕਟਰ ਮਨਮੋਹਨ ਸਿੰਘ ਜੀ ਕੋਲੋਂ ਕੋਈ ਕਲੈਰੀਫਿਕੇਸ਼ਨ ਜਾਂ ਕੋਈ ਪੁੱਛਣਾ ਚਾਹੁੰਦੇ ਨੇ, ਉਹ ਬਸ ਇਹਨੂੰ ਸੰਖੇਪ ਚ ਇਹਨੂੰ ਕਰ ਦਿਓ। ਹਾਂ, ਮੈਂ ਗੱਲ ਨਹੀਂ ਐਕਚੁਅਲੀ ਪੁੱਛਣਾ ਚਾਹੁੰਦਾ, ਸ਼ੁਕਰੀਆ ਡਾਕਟਰ ਸਾਹਿਬ। ਕੁਲਬੀਰ ਸਿੰਘ ਸਿੱਧੂ ਜੀ ਨਾ ਜੁੜ ਨਹੀਂ ਪਾ ਰਹੇ ਸੀ, ਉਹਨਾਂ ਦੀ ਜਿਹੜਾ ਮਾਈਕ ਨਹੀਂ ਸੀ ਔਨ ਹੋ ਰਿਹਾ ਉਹਨਾਂ ਕੋਲੋਂ, ਸੋ ਮੈਂ ਉਹਨਾਂ ਦੀ 1.5 ਮਿੰਟ ਦੀ ਰਿਕਾਰਡਿੰਗ ਆਪਣੇ ਫੋਨ ਤੇ ਕਰ ਲਈ ਆ, ਉਹ ਮੈਂ ਤੁਹਾਨੂੰ ਉਹਨਾਂ ਵੱਲੋਂ ਸੁਣਾਉਣੀ ਚਾਹੁੰਦਾ। ਪਲੀਜ਼ ਅੱਛਾ ਉਹ ਚੰਗਾ, ਉਹ ਤਾਂ ਲੰਬਾ ਲੈ ਜੂਗਾ ਨਾਲੇ। ਹਾਂ ਹਾਂਜੀ ਭਾਜੀ, ਸਾਰੇ ਆਨਰੇਬਲ ਮੈਂਬਰਸ ਨੂੰ ਸਤਿ ਸ੍ਰੀ ਅਕਾਲ। ਗੱਲ ਸਾਰੇ ਸਮਝੇ ਬੈਠੇ ਆ, ਅਸੀਂ ਸਮਝੇ ਬੈਠੇ ਆ ਕਿ ਗੱਲ ਸਾਰੀ 2022 ਦੀਆਂ ਜਿਹੜੀਆਂ ਵੋਟਾਂ ਆ ਰਹੀਆਂ ਉਹਦੇ ਵਾਸਤੇ ਵੋਟ ਬੈਂਕ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਥਰੂ ਨੈਗੇਟਿਵ ਮੈਨੇਜਮੈਂਟ। ਨੈਗੇਟਿਵ ਮੈਨੇਜਮੈਂਟ ਵੀ ਆਪਣੇ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਉਸ ਬੰਦੇ ਨੂੰ ਚੰਗਾ ਝਟਕਾ ਦੇ ਦਿਓ ਤੇ ਫਿਰ ਉਹ ਜਦੋਂ ਗੱਲ 'ਚ ਪੱਲਾ ਪਾ ਕੇ ਤੁਹਾਡੇ ਕੋਲ ਆ ਜੇ ਤਾਂ ਉਦੋਂ ਉਹਨੂੰ ਮਾੜਾ ਮੋਟਾ ਜਿਹਾ ਦਵਾਈ ਦਾਰੂ ਕਰ ਦਿਓ ਉਹਦੀ। ਜੇ ਅੱਜ ਦੀ ਡੇਟ ਵਿੱਚ ਤੁਸੀਂ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ ਗਵਰਨਮੈਂਟ ਨੂੰ, ਜਿਹੜੀ ਤੁਹਾਡੀ ਕਰੋਨਾ ਕਰਕੇ ਸਥਿਤੀ ਉਹਨਾਂ ਨੇ ਹਿਊਮਨ ਰਾਈਟਸ ਨੂੰ ਵੀ ਵਾਇਲੇਟ ਕੀਤਾ ਕਿ ਇੱਕ ਪਾਸੇ ਤਾਂ ਮੁਲਕ ਨੂੰ ਲਾਕਡਾਊਨ ਕੇ ਬੰਨ ਰਹੇ ਕਿਉਂ ਜੇ ਬੰਨ ਰਹੇ ਹੈ ਤੇ ਇੱਕ ਪਾਸੇ ਉਹ ਐਕਟ ਜਲਦੀ ਤੋਂ ਜਲਦੀ ਪਾਸ ਕਰ ਰਹੇ ਹੈ ਆਨੇ ਬਹਾਨੇ। ਕਦੇ WTO ਦਾ ਬਹਾਨਾ ਹੈ, ਕਦੇ ਗੈਗ ਦਾ ਬਹਾਨਾ ਹੈ। ਮਸਲਾ ਵੋਟਾਂ ਦਾ ਹੈ। ਜਦੋਂ ਜੇ ਤੁਸੀਂ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ ਤਾਂ ਗੱਲ 'ਚ ਪੱਲਾ ਪਾ ਕੇ BJP ਦੀ ਮੈਂਬਰਸ਼ਿਪ ਲੈ ਲਓ, ਕਿਸਾਨ ਨੂੰ ਰਿਲੀਫ ਮਿਲ ਜੂਗਾ। ਮਿਹਰਬਾਨੀ। ਹਾਂਜੀ ਸਰ। ਮੇਰੇ ਕੋਲੇ ਸ਼ਬਦ ਨਹੀਂ ਹਨ ਕਿ ਮੈਂ ਸਾਰੇ ਸਤਿਕਾਰਯੋਗ ਵਿਦਵਾਨਾਂ ਦਾ, ਤਜਰਬੇਕਾਰ, ਸਾਰੇ ਖੇਤਰ ਦੇ ਜਿਹੜੇ ਅੱਜ ਦੇ ਜੁੜੇ ਨੇ, ਮੈਨੂੰ ਖੁਦ ਵੀ ਕੰਪਿਊਟਰ ਦਾ ਤੇ ਇਸ ਦੀ ਕੋਈ ਬਹੁਤ ਜ਼ਿਆਦਾ ਨੌਲੇਜ ਨਹੀਂ ਹੈ, ਲੇਕਿਨ ਮੈਂ ਫਿਰ ਵੀ ਪੰਗਾ ਲੈ ਲੈਣਾ। ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕਾਮਯਾਬ ਹੋ ਗਿਆ ਔਰ ਮੈਂ ਤੁਹਾਨੂੰ ਅਗਲੀ ਬੇਨਤੀ ਕਰਾਂਗਾ ਕਿ ਅੱਗੇ ਤੋਂ ਵੀ ਅਸੀਂ ਜਿਹੜੇ ਨੇਗੇ ਇਸ ਤਰ੍ਹਾਂ ਦੇ ਤੁਸੀਂ ਸਹਿਯੋਗ ਦਿੰਦੇ ਰਹਿਣਾ, ਅਸੀਂ ਯਤਨ ਕਰਦੇ ਰਹਾਂਗੇ। ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਇੱਕ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਥੇ ਵੀ ਕਿਤੇ ਐਸੀ ਕਿ ਕਿਸਾਨਾਂ ਦਾ ਇਹ ਜਿਹੜਾ ਕੋਲ ਚੱਲ ਰਿਹਾ ਹੈ, ਅਸੀਂ ਜਿੱਥੇ ਕਿਤੇ ਨੇੜੇ ਤੇੜੇ ਕਿਸੇ ਸੱਜਣ ਨਾਲ ਇਕੱਠੇ ਹੋ ਕੇ ਉਹਨਾਂ ਨਾਲ ਫੋਨ ਤੇ ਗੱਲ ਕਰਨ ਤੋਂ ਬਾਅਦ ਅਸੀਂ 1 2 3 4 ਉਹਨਾਂ ਕੋਲੇ ਜਾ ਕੇ ਉਹਨਾਂ ਨਾਲ ਆਪਣੀ ਗੱਲ ਵੀ ਕਰਾਂਗੇ, ਉਹਨਾਂ ਨੂੰ ਸਪੋਰਟ ਵੀ ਦੇਵਾਂਗੇ। 10 ਮਿੰਟ ਅੱਧਾ ਘੰਟਾ ਉਹਨਾਂ ਨਾਲ ਬੈਠਾਂਗੇ ਵੀ ਤਾਂ ਉਹਨਾਂ ਨੂੰ ਲੱਗੇ ਕਿ ਹਾਂ ਇਹ ਸਾਡੇ ਗੱਲਾਂ ਬਾਤਾਂ ਨਹੀਂ ਕਰਦੇ, ਔਨ ਦੀ ਸਪੋਰਟ ਗਰਾਊਂਡ ਤੇ ਵੀ ਆਏ ਨੇ, ਪਹਿਲਾਂ ਵੀ ਗਿਆ ਤੇ ਗਰਾਊਂਡ ਤੇ ਫਿਰ ਵੀ ਜਾਵਾਂਗੇ। ਤੇ ਮੈਂ ਇੰਨੀਆਂ ਬੇਨਤੀਆਂ ਕਰਦਾ ਹਾਂ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸਰਦਾਰ ਮਨਮੋਹਨ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੇ ਇਹ ਯਤਨ ਕਰਕੇ ਕੀਤਾ। ਸਰਦਾਰ ਕੁਲਵੀਰ ਸਿੰਘ ਜੀ ਦੇ ਦਰਸ਼ਨ ਹੋ ਗਏ, ਮੰਡਾਸਾ ਮਾਰ ਕੇ ਜੱਟ ਜਿਵੇਂ ਫਲੇ ਤੇ ਬੈਠਾ ਹੁੰਦਾ ਨਾ, ਉਹ ਆ ਕੇ ਖੜ ਗਏ ਹੁਣ। ਤੇ ਮੈਂ ਉਹਨਾਂ ਦੀ ਵੀ ਹਾਜ਼ਰੀ ਨੂੰ ਪ੍ਰਵਾਨ ਕਰਦਾ ਤੇ ਧੰਨਵਾਦੀ ਕਰਦਾ ਉਹਨਾਂ ਨੇ ਵੀ। ਹਾਂਜੀ ਦੀ ਆਗਿਆ ਦੇ ਨਾਲ ਇਹ ਸਾਰਾ ਜਿਹੜਾ ਸੀਗਾ ਇਹਨੂੰ ਸਮਾਪਤੀ ਕਰਨਾ ਚਾਹੁੰਦਾ ਤੇ ਤੁਹਾਡਾ ਸਾਰਿਆਂ ਦਾ ਆਉਣ ਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।